ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ। ਔਰ ਇਹ ਸੀਰੀਜ਼ ਤੁਸੀਂ ਦੇਖ ਰਹੇ ਹੋ ਤੇ ਜਿੰਦੇ ਵਿੱਚ ਅਸੀਂ এনवायरमेंटल ਪੋਲੂਸ਼ਨ ਦੀ ਗੱਲ ਕਰ ਰਹੇ ਹਾਂ। ਤੇ ਹੁਣ ਫਸਟ ਸਾਡਾ ਨੈਕਸਟ ਟੌਪਿਕ ਹੈ, ਅਸੀਂ ਵੀ ਆਰ ਆਲਰੇਡੀ ਟਾਕਡ ਅਬਾਊਟ 에ਅਰ ਪੋਲੂਸ਼ਨ ਐਂਡ ਆਰ ਨੈਕਸਟ ਟੌਪਿਕ ਇਜ਼ ਵਾਟਰ ਪੋਲੂਸ਼ਨ। ਇਹ ਸਿਰਫ ਟੌਪਿਕ ਤੁਹਾਨੂੰ ਇਹੀ ਦੱਸੇਗਾ ਕਿ ਵਾਟਰ ਪੋਲੂਸ਼ਨ ਹੈ ਕਿ ਵਾਟਰ ਪੋਲੂਸ਼ਨ ਦੇ ਰਿਗਾਰਡਿੰਗ ਇੰਟਰਨੈਸ਼ਨਲ ਔਰ ਨੈਸ਼ਨਲ ਲੈਵਲ ਤੇ ਕਿਹੜੇ-ਕਿਹੜੇ ਸਟੈਪਸ ਚੁੱਕੇ ਜਾ ਚੁੱਕੇ ਨੇ, ਕਿਹੜੇ-ਕਿਹੜੇ ਸਟੈਪਸ ਲਏ ਜਾ ਰਹੇ ਨੇ ਇਹਨੂੰ ਪ੍ਰੀਵੈਂਟ ਕਰਨ ਵਾਸਤੇ। ਇਹ ਵੀ ਇਹਦੇ ਵਿੱਚ ਦੱਸਿਆ ਜਾਏਗਾ। ਇਹ ਹੈ ਪ੍ਰੋਪਰ ਸਲਾਈਡ ਇਜ਼ ਅਵੇਅਰਨੈਸ ਰਿਗਾਰਡਿੰਗ ਵਾਟਰ ਪੋਲੂਸ਼ਨ। ਇਹਦੇ ਵਿੱਚ ਵੀ ਅਸੀਂ ਕਈ ਤਰ੍ਹਾਂ ਦੇ ਕਨਸੈਪਟਸ ਵਗੈਰਾ ਨੂੰ ਕਲੀਅਰ ਕਰਾਂਗੇ। ਟਾਈਪਸ ਆਫ ਵਾਟਰ ਔਨ ਅਰਥ, ਕਿੰਨੇ ਟਾਈਪ ਦਾ ਵਾਟਰ ਹੈ, ਪਾਣੀ ਦੀ ਕਿੱਦਾਂ ਦਾ ਹੈਗਾ ਸਾਡੇ ਕੋਲੇ, ਸੀ ਵਾਟਰ ਸਾਡੇ ਲਈ ਜਿਹੜਾ ਸਮੁੰਦਰ ਵਾਲਾ ਪਾਣੀ ਹੈ ਉਹ ਪੀਣ ਵਾਸਤੇ ਕਿਉਂ ਸਹੀ ਨਹੀਂ ਹੈਗਾ, ਵਾਟਰ ਸ਼ਾਰਟੇਜ ਕੀ ਚੀਜ਼ ਹੈਗੀ ਹੈ, ਫਰੈਸ਼ ਵਾਟਰ ਸ਼ਾਰਟੇਜ ਕੀ ਹੈ। ਇਦਾਂ ਦੇ ਸਾਰੇ ਟੌਪਿਕਸ ਇਹਦੇ ਵਿੱਚ ਕਵਰ ਕੀਤੇ ਜਾਣਗੇ। ਗਲੋਬਲ ਸਿਨੈਰੀਓ ਕੀ ਹੈ ਕਿ ਵਰਲਡ ਵਾਈਡ ਪੂਰੇ ਵਰਲਡ ਦੇ ਉੱਤੇ ਕੀ ਇੰਪੈਕਟ ਪੈ ਰਿਹਾ ਹੈ, ਔਰ ਵਾਟਰ ਪੋਲੂਸ਼ਨ ਦਾ ਇਹ ਸਾਰੇ ਆਪਣੇ ਰੋਲ ਵਗੈਰਾ, impacts on water pollution, forms of water pollution, everything will be discussed in all these in slides. Important rules and regulation, see oil spill, acid rain, eutrophication, these all terms will be discussed now. And Yamuna action plan, these all for ਇਹ ਸਾਰੇ ਸੀਗੇ ਸਾਡੇ ਕੋਲੇ ਇੰਟਰਨੈਸ਼ਨਲ ਲੈਵਲ ਤੇ, ਔਰ ਇਹ ਆ ਗਏ ਨੇ ਸਾਡੇ ਅੱਗੇ ਨੈਸ਼ਨਲ ਲੈਵਲ ਤੇ ਕਿਦਾਂ ਦੇ ਸਟੈਪਸ ਟੇਕਨ ਲਏ ਜਾਣਗੇ। Okay, let us start with this. Water pollution, it is a topic of our environmental pollution. Water resources ਕੀ ਨੇ? ਉਹ ਵੀ ਸਾਰੇ ਜਿੰਨੇ ਵੀ ਸਾਰੇ source of water ਨੇ ਉਹਨਾਂ ਨੂੰ resources ਕਹਿੰਦੇ ਨੇ। simple language ਹੈ, water resources are sources of water that are useful or potentially useful to humans। ਕਿ ਜਿਹੜੇ ਸਾਡੇ daily use ਦੇ ਵਿੱਚ ਆਉਣ ਵਾਲੇ resources source ਹੈਗੇ ਨੇ ਜਿੱਥੋਂ ਸਾਨੂੰ ਮਿਲਦਾ ਹੈ, ਜਿਵੇਂ ਰੇਨ ਹੋ ਸਕਦੀ ਹੈ, ਲੇਕ ਹੋ ਸਕਦੇ ਆ, ਪੌਂਡਸ ਹੋ ਸਕਦੇ ਨੇ, ਰਿਵਰਸ ਹੈ, ਨਦੀਆਂ, ਨਾਲੇ, ਕੈਨਲਸ, ਇਹ ਸਾਰੇ ਆਪਣੇ ਸੋਰਸ ਹੈਗੇ ਨੇ ਵਾਟਰਸ ਦੇ। ਓਕੇ, ਇਹਨਾਂ ਨੂੰ ਰਿਸੋਰਸ ਕਹਿੰਦੇ ਨੇ। ਵਾਟ ਆਰ ਦ ਵੇਰੀਅਸ ਟਾਈਪਸ ਆਫ ਵਾਟਰ ਫਾਊਂਡ ਔਨ ਅਰਥ? ਕਿੱਦਾਂ ਤਰ੍ਹਾਂ ਦਾ ਕਿਹੜੇ ਟਾਈਪ ਦਾ ਪਾਣੀ ਸਾਡੇ ਅਰਥ ਦੇ ਉੱਤੇ ਪਾਇਆ ਜਾਂਦਾ ਹੈ। देयर इज अ ਸੇਇੰਗ ਇਨ ਇੰਗਲਿਸ਼, ਲਾਈਕ ਕਹਾਵਤ ਹੈਗੀ ਹੈ ਕਿ ਵਾਟਰ ਵਾਟਰ ਐਵਰੀਵੇਅਰ, ਨਾਟ ਅ ਡ੍ਰੌਪ ਟੂ ਡਰਿੰਕ। ਪਾਣੀ ਸਾਰੀ ਥਾਂ ਤੇ ਹੈ, ਪੂਰੀ ਅਰਥ ਦੇ ਉੱਤੇ ਪਾਣੀ ਹੈ। ਈਵਨ ਮੋਰ ਦੈਨ 70% ਅਰਥ ਦੇ ਉੱਤੇ ਪਾਣੀ ਹੈ, ਲੇਕਿਨ ਫਿਰ ਵੀ ਪੀਣ ਵਾਸਤੇ ਪਾਣੀ ਬਹੁਤ ਘੱਟ ਹੈ। ਸਾਰੇ ਪਾਸੇ ਪਾਣੀ ਹੈ ਲੇਕਿਨ ਅਸੀਂ ਉਹਨੂੰ ਪੀ ਨਹੀਂ ਸਕਦੇ। ਸੋ ਕੀ ਕਹਿੰਦੇ ਵਿੱਚ ਦਾ ਟੋਟਲ ਵੋਲਿਊਮ ਆਫ ਵਾਟਰ ਔਨ ਅਰਥ ਇਜ਼ ਅਬਾਊਟ 1.4 ਬਿਲੀਅਨ ਸੀ। ਸਾਡੇ ਕੋਲ ਇੰਨਾ ਜ਼ਿਆਦਾ ਪਾਣੀ ਹੈਗਾ ਅਰਥ ਦੇ ਉੱਤੇ। ਇਹਨੂੰ ਕਈ ਤਰ੍ਹਾਂ ਦੀ ਕੈਟਾਗਰੀਜ਼ ਦੇ ਵਿੱਚ, ਟੂ ਬ੍ਰੌਡ ਕੈਟਾਗਰੀਜ਼ ਦੇ ਵਿੱਚ ਅਸੀਂ ਡਿਵਾਈਡ ਕਰ ਸਕਦੇ ਹਾਂ, ਸਾਲਟ ਵਾਟਰ ਐਂਡ ਫਰੈਸ਼ ਵਾਟਰ। ਸਾਲਟ ਵਾਟਰ ਉਹੀ ਜਿਹੜਾ ਸਾਨੂੰ ਸੀਜ਼, ਓਸ਼ੀਅਨਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਤੇ ਫਰੈਸ਼ ਵਾਟਰਸ ਜੋ ਮੇਜਰ ਕਵਰ ਹੈਗਾ ਆਈਸ ਕੈਪਸ ਦੇ ਵਿੱਚ, ਅੰਡਰਗਰਾਉਂਡ ਵਾਟਰ ਦੇ ਵਿੱਚ, ਅੰਡਰਗਰਾਉਂਡ ਵਾਟਰ, ਰਿਵਰਸ ਦੇ ਵਿੱਚ ਸਾਨੂੰ ਫਰੈਸ਼ ਵਾਟਰ ਮਿਲਦਾ ਹੈ, ਲੇਕਸ ਵੀ ਹੈਗੀਆਂ, ਫਰੈਸ਼ ਵਾਟਰ ਲੇਕਸ ਕਈ ਹੁੰਦੀਆਂ ਨੇ, ਠੀਕ ਹੈ, ਪੌਂਡਸ ਹੁੰਦੇ ਨੇ। ਇਹ ਸਾਰੇ ਨੇ ਆਪਣੇ ਫਰੈਸ਼ ਵਾਟਰ ਦੇ ਸੋਰਸ, ਰਾਈਟ। ਇਹ ਦੇਖਣ ਨੂੰ ਤਾਂ ਬਹੁਤ ਸਾਰੇ ਲੱਗਦੇ ਆ ਲੇਕਿਨ ਇਹਨਾਂ ਦੇ ਵਿੱਚ ਵੋਲਿਊਮ ਜਿਹੜੀ ਇਹਨਾਂ ਦੀ ਘੱਟ ਹੈ, ਕੁਆਂਟੀਟੀ ਘੱਟ ਹੈਗੀ ਹੈ, ਔਰ ਇਹਦੇ ਵਿੱਚ ਕੁਆਂਟੀਟੀ ਜ਼ਿਆਦਾ ਹੈ, ਰਾਈਟ। ਸੋ ਹੇਅਰ ਇਟ ਇਜ਼, ਵੇਅਰ ਇਜ਼ ਦ ਅਰਥਸ ਵਾਟਰ, ਕਿੰਨਾ ਪਾਣੀ ਕਿੱਥੇ ਹੈਗਾ, ਔਰ ਕਿੰਨੇ ਤਰ੍ਹਾਂ ਦਾ ਪਾਣੀ ਹੈ ਸਾਡੇ ਕੋਲੇ। ਓਸ਼ਨਸ ਦੇ ਵਿੱਚ ਸਾਡੇ ਪੂਰੀ ਅਰਥ ਦਾ ਸੀ 96.5% ਜੋ ਹੈ ਪਾਣੀ ਜੋ ਹੈ ਉਹ 96.5% ਪਾਣੀ ਸਾਡੇ ਕੋਲੇ ਗਲੋਬਲ ਵਾਟਰ ਦਾ ਓਸ਼ਨਸ ਦੇ ਵਿੱਚ ਹੈ, ਜਿੰਦੇ ਵਿੱਚ ਅਦਰ ਸਲਾਈਨ ਵਾਟਰਸ ਦੇ ਵਿੱਚ 0.9%। ਸਲਾਈਨ ਯਾਨੀ ਕਿ ਸੌਲਟੀ, ਜਿਹੜਾ ਕਿ ਪੀਣ ਯੋਗ ਪਾਣੀ ਨਹੀਂ ਹੈਗਾ, ਉਹਨੂੰ ਸਲਾਈਨ ਵਾਟਰ ਕਹਿੰਦੇ ਨੇ, ਠੀਕ ਹੈ। ਤੇ ਫਰੈਸ਼ ਵਾਟਰ ਹੈਗੇ ਸਾਡੇ ਕੋਲੇ ਓਨਲੀ 2.5%। ਹੁਣ ਇਸ ਦੇ 2.5% ਦਾ ਵੀ ਅੱਗੇ 68%, ਇਸ ਦੇ 2.5 ਦਾ ਵੀ 68.7% ਹੈ ਉਹ ਗਲੇਸ਼ੀਅਰਸ ਦੇ ਵਿੱਚ ਸਟੋਰ ਹੈ, ਯਾਨੀ ਕਿ ਜੰਮਿਆ ਹੋਇਆ ਆਈਸ ਕੈਪਸ ਦੇ ਵਿੱਚ ਨੇ ਤੇ ਗਲੇਸ਼ੀਅਰਸ ਦੇ ਵਿੱਚ ਸਟੋਰ ਹੈ। ਉਹਦਾ 30.1% ਗਰਾਊਂਡ ਵਾਟਰ ਵਿੱਚ ਹੈ। ਮੈਕਸਿਮਮ ਸਭ ਤੋਂ ਜ਼ਿਆਦਾ ਤਾਂ ਗਲੇਸ਼ੀਅਰ ਤੇ ਹੈ, ਉਸ ਤੋਂ ਬਾਅਦ ਗਰਾਊਂਡ ਵਾਟਰ ਵਿੱਚ, ਔਰ ਸਰਫੇਸ ਵਾਟਰ ਔਰ ਫਰੈਸ਼ ਵਾਟਰ ਜਿਹੜਾ ਕਿ ਸਾਨੂੰ ਦਿਖ ਰਿਹਾ ਹੈ, ਜਿਹੜਾ ਅਸੀਂ ਯੂਜ਼ ਕਰ ਰਹੇ ਹਾਂ, ਤਾਜ਼ਾ ਪਾਣੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਸਿਰਫ 1.2% ਹੀ ਸਾਡੇ ਕੋਲੇ ਅਵੇਲੇਬਲ ਹੈ, ਰਾਈਟ। ਹੁਣ ਇਹਦਾ ਸਰਫੇਸ ਵਾਟਰ ਦਾ ਵੀ ਸਾਨੂੰ ਅੱਗੇ ਡਿਵੀਜ਼ਨ ਕੀਤੀ ਵੀ ਹੈ ਅੱਗੇ ਸੀ, ਗਰਾਊਂਡ ਆਈਸ ਐਂਡ ਪਰਮਾਫਰੋਸਟ। ਇਹ ਵੀ 69.0%, 69% ਹੈ ਜਿਹੜੇ ਗਰਾਊਂਡ ਔਰ ਆਈਸ ਦੇ ਵਿੱਚ ਕਵਰ ਹੈਗਾ।
ਅੱਗੇ ਫਿਰ ਅੱਗੇ ਲੇਕਸ ਦੇ ਵਿੱਚ 20.9%, ਸੋਇਲ ਦੇ ਵਿੱਚ ਮੋਇਸਚਰ ਹੈਗਾ 3.8%, ਸਵੈਂਪ ਮੈਸ਼ੇਸ ਹੈ ਐਟਮੋਸਫੇਅਰ ਦੇ ਵਿੱਚ 3% ਹੈ, ਲਿਵਿੰਗ ਥਿੰਗਸ ਦੇ ਵਿੱਚ ਐਂਡ ਰਿਵਰਸ ਦੇ ਵਿੱਚ ਸਾਨੂੰ ਲੱਗਦਾ ਕਿ ਰਿਵਰਸ ਯਾਨੀ ਕਿ ਨਦੀਆਂ 'ਚ ਬਾਹਲਾ ਪਾਣੀ ਹੁੰਦਾ ਹੈ, ਲੇਕਿਨ ਓਨਲੀ ਵੀ ਹੈਵਿੰਗ ਅ 0.49% ਵਾਟਰ ਇਨ ਅ ਰਿਵਰਸ only 0.49% of the surface water, right? There is a ਵਰਲਡ ਬੈਂਕ ਗਰੁੱਪ ਦੀ ਨਾਸਾ ਦੀ ਰਿਪੋਰਟ ਹੈਗੀ ਹੈ, ਇਹ ਤੁਸੀਂ ਦੇਖ ਸਕਦੇ ਹੋ। ਸਾਲਟ ਵਾਟਰ ਓਸ਼ਨ ਦੇ ਵਿੱਚ 98% ਹੈਗਾ, ਇਹ ਅਪਰੋਕਸੀਮੇਟਲੀ 98%, 97.5% ਕਹਿੰਦੇ ਨੇ, ਜਿੰਦੇ ਵਿੱਚ ਸਾਡੇ ਕੋਲ ਫਰੈਸ਼ ਵਾਟਰ ਇਹਦੇ ਵਿੱਚ ਇੰਨਾ ਚ ਨਿਕਲ ਕੇ ਆਉਂਦਾ ਹੈ। ਇਸ ਦੇ ਵਿੱਚ ਵੀ ਮੈਕਸਿਮਮ ਪਾਣੀ ਜੋ ਹੈ ਉਹ ਗਲੇਸ਼ੀਅਰ ਸਾਈਜ਼ ਕੈਪਸ ਦੇ ਵਿੱਚ ਸਟੋਰ ਹੈ। ਫਿਰ ਉਦੋਂ ਜ਼ਿਆਦਾ ਪਾਣੀ, ਫਿਰ ਉਦੋਂ ਘੱਟ ਫਿਰ 20% ਗਰਾਊਂਡ ਵਾਟਰ ਵਿੱਚ ਹੈ। ਔਰ ਫਿਰ ਆ ਜਾਂਦੀਆਂ ਲੇਕਸ। ਹੁਣ ਲੇਕਸ ਦੇ ਵਿੱਚ ਵੀ ਅੱਗੇ 52% ਉਹਦਾ ਪਾਣੀ, ਉਹਨੂੰ ਅੱਗੇ ਡਿਵਾਈਡ ਕਰਤਾ ਸੋਇਲ ਦੇ ਵਿੱਚ, ਵਾਟਰ ਵੈਪਰ ਇਨ ਐਟਮੋਸਫੇਅਰ, ਰਿਵਰਸ ਐਂਡ ਲਿਵਿੰਗ ਆਰਗੇਨਿਜ਼ਮਸ। ਇਦਾਂ ਸਾਨੇ ਵਾਟਰ ਦਾ ਸਾਰਾ ਡਿਸਟ੍ਰੀਬਿਊਸ਼ਨ ਕੀਤਾ ਹੋਇਆ ਵੀ ਕਿੰਨਾ ਪਾਣੀ ਕਿੱਥੇ ਹੈਗਾ, ਇਹਨੂੰ ਡਿਸਟ੍ਰੀਬਿਊਸ਼ਨ ਕਹਿੰਦੇ ਆ, ਰਾਈਟ। ਹੁਣ ਹੈਗੇ ਕਿ ਵਾਈ ਇਜ਼ ਸੀ ਵਾਟਰ ਕੰਸੀਡਰਡ ਅਨਫਿਟ ਫॉर ਡਰਿੰਕਿੰਗ, ਕਿ ਜਿਹੜਾ ਸਮੁੰਦਰ ਦਾ ਪਾਣੀ ਹੈ ਉਹ ਸਾਡੇ ਲਈ ਪੀਣ ਯੋਗ ਕਿਉਂ ਨਹੀਂ ਹੈਗਾ। ਤੁਸੀਂ ਪੀ ਕੇ ਦੇਖੋਗੇ ਤੁਹਾਨੂੰ ਸੀਵੀਅਰ ਡੀਹਾਈਡਰੇਸ਼ਨ ਹੋ ਜਾਏਗਾ ਜੇ ਤੁਸੀਂ ਸਾਲਟੀ ਵਾਟਰ ਲਓਗੇ, ਤਾਂ ਇਹ ਬਹੁਤ ਜ਼ਿਆਦਾ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ। ਜੇ ਤੁਸੀਂ ਆਮ ਵੀ ਦੇਖੋ ਕਿ ਨਮਕ ਖਾਣ ਤੋਂ ਬਾਅਦ ਨਾ ਸਾਨੂੰ ਵੈਸੇ ਵੀ ਪਾਣੀ ਦੀ ਬਹੁਤ ਪਿਆਸ ਬਹੁਤ ਲੱਗਦੀ ਆ, ਜੇ ਤੁਸੀਂ ਕਦੇ ਪਕੌੜੇ ਖਾ ਲਓ, ਜਿਵੇਂ ਪੰਜਾਬੀਆਂ 'ਚ ਤਾਂ ਵੈਸੇ ਵੀ ਬਹੁਤ ਜ਼ਿਆਦਾ ਫੇਮਸ ਹੈਗਾ ਕਿ ਕੁਝ ਵੀ ਨਮਕੀਨ ਖਾਣ ਤੋਂ ਬਾਅਦ ਸਾਨੂੰ ਵਾਟਰ ਦੀ ਜ਼ਿਆਦਾ ਪਾਣੀ ਦੀ ਬਹੁਤ ਪਿਆਸ ਲੱਗਦੀ ਹੈ, ਯਾਨੀ ਕਿ ਡੀਹਾਈਡਰੇਸ਼ਨ ਹੋਣ ਲੱਗ ਜਾਂਦਾ, ਰਾਈਟ। ਤਾਂ ਜੇ ਅਸੀਂ ਸਮੁੰਦਰ ਦੇ ਵਿੱਚ ਤਾਂ ਆਪਣੇ ਨਾਰਮਲ ਨਮਕ ਨਾਲੋਂ ਵੀ ਹੋਰ ਜ਼ਿਆਦਾ ਪਾਣੀ ਹੁੰਦਾ ਹੈ, ਨਾਰਮਲ ਨਮਕ ਨਾਲੋਂ ਹੀ ਜ਼ਿਆਦਾ ਨਮਕ ਹੁੰਦਾ ਹੈ। ਤਾਂ ਉਹਦੇ ਵਿੱਚ ਸਾਨੂੰ ਅਗਰ ਜ਼ਿਆਦਾ ਨਮਕ ਹੋ ਗਿਆ ਤਾਂ ਓਬਵੀਅਸਲੀ ਇਸ ਨੂੰ ਓਸਮੋਸਿਸ ਹੋ ਜਾਂਦਾ ਹੈ, ਜਿਹਦੇ ਕਰਕੇ, ਔਰ ਇਹਨੂੰ ਡੀਹਾਈਡਰੇਸ਼ਨ ਵੀ ਕਹਿੰਦੇ ਆ। ਸੀ ਵਾਟਰ ਜੋ ਹੈ ਕੰਟੇਨ ਅਬਾਊਟ 3.5% ਡਿਜ਼ੋਲਵਡ ਸਾਲਟ ਹੁੰਦੇ ਇਹਦੇ ਵਿੱਚ, ਔਰ ਇਹ 3 ਗੁਣਾ ਜ਼ਿਆਦਾ ਸਾਲਟੀ ਹੁੰਦਾ ਹਿਊਮਨ ਬਲੱਡ ਤੋਂ। ਇਹ ਹਿਊਮਨ ਬਲੱਡ ਵੀ ਸਾਡਾ ਬਲੱਡ ਵਿੱਚ ਵੀ ਸਾਲਟ ਦਾ ਕੰਟੈਂਟ ਹੁੰਦਾ ਹੈ, ਔਰ ਇਹ ਆਪਣੇ 3.5% ਯਾਨੀ ਕਿ 3 ਗੁਣਾ ਜ਼ਿਆਦਾ ਹਿਊਮਨ ਬਲੱਡ ਤੋਂ ਜ਼ਿਆਦਾ ਸਾਲਟੀ ਹੁੰਦਾ ਹੈ। ਤੇ ਅਗਰ ਜ਼ਿਆਦਾ ਅਸੀਂ ਸੀ ਵਾਟਰ ਪੀ ਲਈਏ ਸਾਡੇ ਵਿੱਚ ਚਲਾ ਜਾਏ ਤਾਂ ਇਹ ਸੀਵੀਅਰ ਡੀਹਾਈਡਰੇਸ਼ਨ ਦਾ ਕਾਜ਼ ਬਣ ਜਾਂਦਾ ਹੈ, ਯਾਨੀ ਕਿ ਪਾਣੀ ਦੀ ਕਮੀ। ਬਿਜ਼ਨਸ ਸਟੈਂਡਰਡ ਦਾ ਆਰਟੀਕਲ ਹੈ, ਵਾਟ ਆਰ ਦ ਮੇਜਰ ਰੀਜ਼ਨਸ ਬਿਹਾਈਂਡ ਦ ਗਰੋਇੰਗ ਸ਼ਾਰਟੇਜ ਆਫ ਫਰੈਸ਼ ਵਾਟਰ। ਫਰੈਸ਼ ਵਾਟਰ ਦੀ ਕਮੀ ਦੇ ਪਿੱਛੇ ਕਿਹੜੇ ਰੀਜ਼ਨ ਕਿਹੜੇ ਹੈ। ਇਹ ਆਪਣਾ ਟਾਈਮ ਹੈਗਾ 2/3 ਗਲੋਬਲ ਪੋਪੂਲੇਸ਼ਨ ਕੁਡ ਬੀ ਅੰਡਰ ਸਟ੍ਰੈਸ due to water scarcity by 2025. There is a two word used here, like one is water stress and other is the water scarcity. ਠੀਕ ਹੈ, ਹੁਣ ਇਹਦਾ ਵੀ ਅੱਗੇ ਆਪਾਂ ਜ਼ਿਕਰ ਕਰਾਂਗੇ ਕਿ 2/3 ਗਲੋਬਲ ਵਰਲਡ, ਪੂਰੇ ਦੇ ਪੂਰੇ ਵਰਲਡ ਦਾ 2/3 ਪੋਪੂਲੇਸ਼ਨ ਜਿਹੜੀ ਹੈਗੀ ਹੈ ਕੁਡ ਬੀ, ਜਿਹੜੀ ਪੋਪੂਲੇਸ਼ਨ ਹੈ ਉਹ ਵਾਟਰ ਸਟ੍ਰੈਸ ਦੇ ਵਾਟਰ ਸਕਾਰਸਿਟੀ ਦੇ ਵਿੱਚ ਆ ਜਾਏਗੀ। ਵਾਟਰ ਸਕਾਰਸਿਟੀ, ਨਾਟ ਵਾਟਰ ਸਟ੍ਰੈਸ। ਸਕਾਰਸਿਟੀ ਹੈ ਕਿ ਕਿਸੇ ਚੀਜ਼ ਦੀ ਕਮੀ ਆ ਜਾਣੀ ਹੈ ਬਾय 2025। देखो, water stress और water scarcity both are the different term. Water stress is a broad term. ਹੁਣ ਜਿਵੇਂ ਕਹਿੰਦੇ ਸਨ ਤਾਂ ਵੀ ਘਰੇ ਵੀ ਆਪਣੇ ਯੂਜ਼ ਕਰਦੇ ਕਿ ਮੈਨੂੰ ਤਾਂ ਟੈਨਸ਼ਨ ਹੋ ਗਈ, ਮੈਨੂੰ ਤਾਂ ਸਟ੍ਰੈਸ ਹੋ ਗਿਆ, ਲੇਕਿਨ ਸਟ੍ਰੈਸ ਦੇ ਵਿੱਚ ਵੀ ਅੱਗੇ ਕੀ ਹੋ ਜਾਂਦਾ ਵੀ ਅੱਗੇ ਹਾਈਪਰਟੈਂਸ਼ਨ ਵਗੈਰਾ ਕਈ ਤਰ੍ਹਾਂ ਦੀ ਅੱਗੇ ਕੈਟੇਗਰੀਜ਼ ਡਿਵਾਈਡ ਹੋ ਜਾਂਦੀਆਂ ਵੀ ਮੈਨੂੰ ਇਸ ਚੀਜ਼ ਦੀ ਟੈਨਸ਼ਨ ਹੈ ਜਾਂ ਇਸ ਚੀਜ਼ ਦਾ ਸਟ੍ਰੈਸ ਹੋ ਗਿਆ। ਤਾਂ ਇਟਸ ਅ ਬ੍ਰॉडर ਟਰਮ ਸਟ੍ਰੈਸ, ਠੀਕ ਹੈ। ਹੁਣ ਸਟ੍ਰੈਸ ਨੂੰ ਕਈ ਲੋਕ ਡਿਪਰੈਸ਼ਨ ਨਾਲ ਹੀ ਸਮਝ ਲੈਂਦੇ ਨੇ, ਉਹ ਬੋਥ ਆਰ ਦਾ ਡਿਫਰੈਂਟ ਨਾ। ਉਵੇਂ ਸਟ੍ਰੈਸ ਔਰ ਸਕਾਰਸਿਟੀ ਬੋਥ ਆਰ ਦਾ ਡਿਫਰੈਂਟ ਟਰਮਸ। ਸੋ ਵਾਟਰ ਸਟ੍ਰੈਸ, ਵਾਟਰ ਦੇ ਵਿੱਚ ਦੀ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਆ ਜਾਣਾ, ਵਾਟਰ ਫਲੋ ਦੇ ਵਿੱਚ ਕੰਪਰੋਮਾਈਜ਼, ਇਨਵਾਇਰਮੈਂਟਲ ਫਲੋਸ ਦੇ ਵਿੱਚ ਕੰਪਰੋਮਾਈਜ਼ ਆ ਜਾਣਾ, ਵੋਲਿਊਮੈਟ੍ਰਿਕ ਐਬਿਲਿਟੀ, ਜਦੋਂ ਪਾਣੀ ਦੀ ਵੋਲਿਊਮ ਦੇ ਵਿੱਚ ਜਿਹੜੀ ਸਾਡੀ ਉਪਲਬਧੀ ਹੈਗੀ ਹੈ, ਪਾਣੀ ਦੀ ਜ਼ਰੂਰਤ ਹੈਗੀ ਹੈ ਜਿਹਦੇ ਵਿੱਚ, ਉਸ ਚ ਕਮੀ ਆ ਜਾਂਦੀ ਹੈ ਤਾਂ ਉਹਨੂੰ ਵਾਟਰ ਸਕੈਰਸਿਟੀ ਕਹਿੰਦੇ ਆ, ਠੀਕ ਹੈ। ਔਰ ਅਸੈਸਿਬਿਲਿਟੀ, ਸਾਨੂੰ ਪਹੁੰਚ ਹੋਣੀ ਉਸਦੀ, ਪਾਣੀ ਦੀ ਪਹੁੰਚ ਕਿੰਨੀ ਹੈਗੀ ਹੈ, ਓਕੇ। ਤਾਂ ਇਹ 4 ਤਰ੍ਹਾਂ ਦੀ ਹੈਗੀ ਹੈ ਵਾਟਰ ਸਟ੍ਰੈਸ ਹੋ ਸਕਦਾ ਹੈ, ਕੁਆਲਿਟੀ ਦੇ ਵਿੱਚ, ਇਨਵਾਇਰਮੈਂਟਲ ਫਲੋ ਦੇ ਵਿੱਚ, ਵੋਲਿਊਮੈਟ੍ਰਿਕ ਐਬਿਲਿਟੀ ਜਿਹਨੂੰ ਅਸੀਂ ਨਾਰਮਲ ਲੈਂਗੁਏਜ ਦੇ ਵਿੱਚ ਵਾਟਰ ਸਕੈਰਸਿਟੀ ਕਹਿ ਦਿੰਦੇ ਆ, ਔਰ accessibility. That is all is about water stress. Okay, so ਅੱਗੇ ਕੀ ਹੈ ਹੁਣ ਸਾਡੇ ਕੋਲੇ non stress related factors like governance, risk due to company operations, products and services. ਇਹ ਕਈ ਤਰ੍ਹਾਂ ਦੇ risk due to basin conditions,
ਇਹ ਨॉन ਸਟ੍ਰੈਸ ਫੈਕਟਰਸ ਹੈਗੇ ਨੇ, ਇਹਨਾਂ ਨੂੰ ਕੰਸੀਡਰ ਕੀਤਾ ਜਾਂਦਾ ਹੈ। ਔਰ ਵਾਟਰ ਰਿਸਕ ਫॉर ਬਿਜ਼ਨਸ, ਹੁਣ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਵਿੱਚ ਜਿਹੜੀ ਪਾਣੀ ਦੇ ਲਈ ਉਹਨਾਂ ਨੂੰ ਰਿਸਕ ਜਿਹੜਾ ਲੈਣਾ ਪੈਂਦਾ ਹੈ, ਠੀਕ ਹੈ। ਹਰ ਇੱਕ ਚੀਜ਼ ਦੇ ਵਿੱਚ ਪਾਣੀ ਦੀ ਲੋੜ ਹੁੰਦੀ ਹੈ, ਠੀਕ ਹੈ। ਜਿਵੇਂ ਜੇ ਤੁਸੀਂ ਕੱਪੜੇ ਵੀ ਪਾ ਰਹੇ ਹੋ, ਟੈਕਸਟਾਈਲ ਯੂਜ਼ ਕਰ ਰਹੇ ਹਾਂ ਆਪਾਂ, ਕੱਪੜੇ ਪਾ ਰਹੇ ਹਾਂ, ਜਾਂ ਕੋਈ ਜਿਵੇਂ ਹੁਣ ਆਨਲਾਈਨ ਅਸੀਂ ਪੜ੍ਹ ਰਹੇ ਹਾਂ, ਠੀਕ ਹੈ, ਕੰਪਿਊਟਰ ਹੈ ਜਾਂ ਕੋਈ ਫੋਨ ਹੈ, ਮੋਬਾਈਲ ਫੋਨ, ਐਨੀਥਿੰਗ ਵਿਚ ਵੀ ਆਰ ਯੂਜ਼ਿੰਗ, ਪਾਣੀ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੋਇਆ ਹੈ ਇਹਨੂੰ ਬਣਾਉਣ ਲੱਗਿਆ। ਸੋ ਇਹਦਾ ਬਿਜ਼ਨਸ ਦੇ ਉੱਤੇ ਵੀ ਵਾਟਰ ਦਾ ਇੱਕ ਬਹੁਤ ਵੱਡਾ ਰਿਸਕ ਪੈਂਦਾ ਹੈ, ਰੈਗੂਲੇਟ ਕਰਨ ਲਈ, ਫਿਜ਼ੀਕਲ ਦੇ ਲਈ ਔਰ ਰੈਪੂਟੇਸ਼ਨਲਸ ਦੇ ਲਈ। ਓਕੇ, ਫਰੈਸ਼ ਵਾਟਰ ਸ਼ੋਰਟੇਜ, ਤਾਜ਼ਾ ਪਾਣੀ ਦੀ ਕਿੰਨੀ ਕਮੀ ਹੈਗੀ ਹੈ ਸਾਡੇ ਵਿੱਚ। ਹੁਣ ਇੱਥੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਵਾਸਤੇ ਬੋਲਿਆ ਜਾਂਦਾ ਹੈਗਾ, ਇੱਥੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਆਉਣ ਵਾਲੀ ਹੈ। ਗਰਾਊਂਡ ਵਾਟਰ ਡਿਪਲੀਸ਼ਨ ਦੇ ਵਿੱਚ ਪੰਜਾਬ ਦੇ ਵੀ ਟੌਪ ਦੇ ਉੱਤੇ ਹੈਗਾ। ਸੋ 4 ਬਿਲੀਅਨ ਪੀਪਲ, 4 ਬਿਲੀਅਨ ਪੀਪਲ ਲਾਈਕ ਆਲਮੋਸਟ 2/3 ਵਰਲਡ ਦੀ ਪੋਪੂਲੇਸ਼ਨ ਦਾ ਵਾਟਰ ਸਕੈਰਸਿਟੀ ਨੂੰ ਐਕਸਪੀਰੀਅੰਸ ਕਰਦੇ ਨੇ ਐਟਲੀਸਟ 1 ਮੰਥ ਵਾਸਤੇ, ਇੱਕ ਸਾਲ ਦੇ ਵਿੱਚ। ਇੱਕ ਸਾਲ ਦੇ ਵਿੱਚ 1 ਮਹੀਨੇ ਵਾਸਤੇ 2/3 ਜਿਹੜੀ ਪੋਪੂਲੇਸ਼ਨ ਹੈਗੀ ਉਹ ਵਾਟਰ ਸਕੈਰਸਿਟੀ ਨੂੰ ਫੇਸ ਕਰ ਰਹੀ ਹੈ। ਵੀ ਇੰਨੀ ਜ਼ਿਆਦਾ ਪੋਪੂਲੇਸ਼ਨ ਹੈ, 1 ਮਹੀਨੇ ਵਾਸਤੇ ਇਹਨਾਂ ਨੂੰ ਪਾਣੀ ਦੀ ਕਮੀ ਹੋ ਜਾਂਦੀ ਹੈ। ਐਂਡ ਸਮ 700 ਮਿਲੀਅਨ ਪੀਪਲ ਕੁਡ ਬੀ ਡਿਸਪਲੇਸਡ, ਉਹ ਆਪਣੀ ਜਗ੍ਹਾ ਛੱਡ ਕੇ ਜਾ ਜਾਂਦੇ ਨੇ। ਕਿਉਂ? ਕਿਉਂਕਿ ਇੰਟੈਂਸ ਵਾਟਰ ਸਕੈਰਸਿਟੀ, ਇੰਨੀ ਜ਼ਿਆਦਾ ਪਾਣੀ ਦੀ ਕਮੀ ਆ ਜਾਂਦੀ ਹੈ, ਆ ਸਕਦੀ ਹੈ ਅੱਗੇ 2030 ਤੱਕ। ਇਹ ਕੋਈ ਜੇ ਪੂਰਾ ਡੇਟਾ ਇਸ ਪੂਰੀ ਸਲਾਈਡ ਦੇ ਵਿੱਚ ਜਿੰਨਾ ਵੀ ਸ਼ੇਅਰ ਕੀਤਾ ਜਾਏਗਾ, ਦਿਸ ਆਲ ਡੇਟਾ ਇਜ਼ authentic and it is taken from the official sites and official newspapers, headlines and articles. Okay, half of the world's population could be living in areas facing water scarcity by early as 2025। ਆਉਣ ਵਾਲੇ ਟਾਈਮ ਦੇ ਵਿੱਚ ਪੂਰੀ ਵਰਲਡ ਦੀ ਹਾਫ ਆਫ ਦੀ ਪੋਪੂਲੇਸ਼ਨ ਜਿਹੜੀ ਹੈ ਉਹ ਵਾਟਰ ਸਕੈਰਸਿਟੀ ਏਰੀਆ ਦੇ ਵਿੱਚ ਅੱਗੇ ਜਾ ਕੇ ਰਹਿਣ ਵਾਲੀ ਹੈ। ਪੰਜਾਬ ਦੇ ਵਿੱਚ ਤਾਂ ਵੈਸੇ ਵੀ ਪਾਣੀ ਦਾ ਹੀ ਬਹੁਤ ਜ਼ਿਆਦਾ ਰੌਲਾ ਪਿਆ ਰਹਿੰਦਾ, SYL ਨੂੰ ਸਭ ਤੋਂ ਵੱਡਾ ਰੌਲਾ ਮੰਨ ਕੇ ਚੱਲਦੇ ਆ, ਹੈਨਾ। ਇਹ ਵੀ ਪਾਣੀ ਦੇ ਰਿਲੇਟਿਡ ਹੀ ਹੈ, ਠੀਕ ਹੈ। ਸੋ ਪੂਰੇ ਵਰਲਡ ਦੀ ਪੋਪੂਲੇਸ਼ਨ ਦਾ ਹਾਫ ਪੋਪੂਲੇਸ਼ਨ ਜਿਹੜੀ ਹੈ ਉਹ ਅੱਗੇ 2025 ਤੱਕ ਆਉਣ ਵਾਲੇ 3 ਸਾਲਾਂ ਦੇ ਵਿੱਚ ਜੋ ਹੈ ਉਹ ਵਾਟਰ ਸਕੈਰਸਿਟੀ ਦੇ ਵਿੱਚ ਰਹਿਣ ਵਾਲੇ ਨੇ। These all are the data is by the United Nation, you see UNICEF ਦਾ ਡੇਟਾ ਹੈ UN ਵਾਟਰ ਦਾ। ਓਕੇ, ਫੈਕਟਸ ਐਂਡ ਫਿਗਰਸ, ਹੁਣ ਅਸੀਂ ਦੇਖਦੇ ਹਾਂ ਕਿ ਵਿਡਰੋ 25% ਔਰ ਮੋਰ, ਇਹ ਕਹਿੰਦੇ ਨੇ ਕਿ 25% ਤੋਂ ਜ਼ਿਆਦਾ ਗਰਾਊਂਡ ਵਾਟਰ ਨੂੰ ਅਗਰ ਰੀਨਿਊਏਬਲ ਵਾਟਰ ਨੂੰ ਅਗਰ ਯੂਜ਼ ਕਰਦੇ ਆ ਤਾਂ ਉਹ ਵਾਟਰ ਸਟ੍ਰੈਸ ਦੇ ਵਿੱਚ ਅੱਗੇ ਆ ਜਾਏਗਾ, ਠੀਕ ਹੈ। ਅਗਰ 25% ਅੱਗੇ ਵਿਡਰੋ ਕरेंगे ਉਸ ਤੋਂ ਜ਼ਿਆਦਾ ਅਸੀਂ ਪਾਣੀ ਨੂੰ ਯੂਜ਼ ਕਰਨ ਲੱਗ ਜਾਵਾਂਗੇ, ਜਿਹੜਾ ਰੀਨਿਊਏਬਲ ਸੋਰਸ ਦਾ ਹੈਗਾ ਉਹਨੂੰ ਅੱਗੇ ਫਰੈਸ਼ ਵਾਟਰ ਰਿਸੋਰਸ ਦਾ ਹੈਗਾ ਉਹਨੂੰ ਵਾਟਰ ਸਟ੍ਰੈਸਡ ਇਸ ਪੋਜੀਸ਼ਨ ਆ ਜਾਏਗੀ। 5 out of 11 regions have water stressed values above 25%, including 2 regions with high water stress and 1 with extreme water stress। 11 ਹਲੇ ਤੱਕ 5 ਦੇ ਵਿੱਚ 11 ਵਿੱਚੋਂ 5 ਇਹ ਜਿਹੇ ਐਸੇ ਰੀਜਨਸ ਆ ਗਏ ਨੇ ਜਿਹੜੇ ਵਾਟਰ ਸਟ੍ਰੈਸ ਦੇ ਵਿੱਚ ਆਉਂਦੇ ਨੇ, ਕਿਉਂਕਿ ਉਹ ਵੈਲਿਊ ਉਹ 25% ਤੋਂ ਜ਼ਿਆਦਾ ਪਾਣੀ ਨੂੰ ਯੂਜ਼ ਕਰ ਚੁੱਕੇ ਨੇ। ਔਰ 2 ਐਸੇ ਰੀਜਨ ਆ ਗਏ ਨੇ, 2 ਇਹ ਜਿਹੀਆਂ ਥਾਵਾਂ ਵੀ ਇਹਦੇ ਵਿੱਚ ਕਨਵਰਟ ਆ ਗਈਆਂ ਨੇ ਕਿ ਜਿੰਦੇ ਵਿੱਚ ਵਾਟਰ ਸਟ੍ਰੈਸ ਜੋ ਹੈ ਉਹ ਇੱਕ ਕੁਛ ਤਾਂ ਹਾਈ ਵਾਟਰ ਸਟ੍ਰੈਸ ਦੇ ਵਿੱਚ ਆ ਗਏ ਨੇ ਔਰ ਇੱਕ ਹੈਗਾ ਜੋ ਐਕਸਟ੍ਰੀਮ ਵਾਟਰ ਸਟ੍ਰੈਸ ਦੇ ਵਿੱਚ ਆ ਗਿਆ। ਇਹ ਵੀ UN ਵਾਟਰ ਦਾ ਡੇਟਾ ਹੈ ਬਾਈ ਆਫ 2021। ਓਕੇ, ਸੋ ਇਹ ਤੁਸੀਂ ਦੇਖ ਸਕਦੇ ਹੋ ਗਲੋਬਲ ਵਰਲਡ, ਪੂਰੀ ਵਰਲਡ ਆਪਣਾ ਵਾਟਰ ਸਟ੍ਰੈਸ ਦੇ ਬਾਰੇ ਹੈ। ਇਹ ਡੇਟਾ ਹੈਗਾ ਬਾਈ 2040 ਤੱਕ। ਜਿਹੜੇ ਤੁਸੀਂ ਰੈੱਡ ਕਲਰ ਦੇ ਰੀਜਨ, ਇਹ ਪ੍ਰੋਪਰ ਇਹ ਵਾਲਾ ਸਾਰਾ ਰੀਜਨ ਤੁਸੀਂ ਦੇਖ ਰਹੇ ਹੋ ਡਾਰਕ ਰੈੱਡ ਕਲਰ, ਦਿਸ ਯੂਜ਼ ਟੂ ਐਕਸਟ੍ਰੀਮਲੀ ਹਾਈ, ਯਾਨੀ ਕਿ 80%, ਯਾਨੀ ਕਿ ਇੱਥੇ ਜ਼ਿਆਦਾ ਇੰਨੀ ਵਾਟਰ ਸਕੈਰਸਿਟੀ ਹੋਣ ਲੱਗੀ ਹੈ ਕਿ ਇਹਨਾਂ ਕੋਲ 80% ਤੋਂ ਜ਼ਿਆਦਾ ਪਾਣੀ ਇਹਨਾਂ ਕੋਲ ਹੈ ਨਹੀਂਗਾ। ਅੱਗੇ ਇਹਦੇ ਵਿੱਚ ਇੰਡੀਆ, ਚਾਈਨਾ, ਮੰਗੋਲੀਆ, ਇਨ ਆਲ ਦੀਜ਼ ਕੰਟਰੀਜ਼ ਆਰ ਅੰਡਰ ਹਾਈ ਵਾਟਰ ਸਟ੍ਰੈਸ ਹੈਗਾ ਇਹਨਾਂ ਦਾ। ਇਹਨਾਂ ਕੋਲੇ ਇਹ ਤੁਸੀਂ ਡੇਟਾ ਇੱਥੇ ਦੇਖ ਸਕਦੇ ਹੋ, ਹਾਈ ਵਾਟਰ ਸਟ੍ਰੈਸ 40 to 80% ਹੈ ਐਂਡ ਮੀਡੀਅਮ ਟੂ ਹਾਈ ਇਹ ਤੁਸੀਂ ਪ੍ਰੋਪਰ ਕਲਰ ਦੇ ਅਕੋਰਡਿੰਗ ਤੁਸੀਂ ਆਈਡੈਂਟੀਫਾਈ ਕਰ ਸਕਦੇ ਹੋ। ਓਕੇ, projections are based on the business as usual scenario using SSP2 and RC
P8.5। ओके, दिस इज द वर्ल्ड रिसोर्स इंस्टीट्यूट ਦੇ ਵੱਲੋਂ ਇਹ ਡੇਟਾ ਜੋ ਹੈ ਪਬਲਿਸ਼ ਕੀਤਾ ਗਿਆ। ਹੁਣ ਕੀ ਹੈ ਸਟੈਟਿਸਟਿਕਸ ਆਫ ਵਾਟਰ ਕ੍ਰਾਈਸਿਸ। ਵਾਟਰ ਕ੍ਰਾਈਸਿਸ, ਇਹ ਸਾਡੇ ਕੋਲੇ ਕੁਝ ਫੈਕਟਸ ਹੈਗੇ ਨੇ ਕਿ ਪਾਣੀ ਦੀ ਕਮੀ ਦੇ ਕਰਕੇ ਕੀ ਕੀ ਸਾਨੂੰ ਫੇਸ ਕਰਨੀਆਂ ਪੈਣਗੀਆਂ ਅੱਗੇ ਪ੍ਰੋਬਲਮਸ। 1 in 9 people worldwide do not have access to safe and clean drinking water। 9 ਦੇ ਵਿੱਚੋਂ ਇੱਕ ਜਣਾ ਜੋ ਹੈ ਉਹ ਬਹੁਤ ਜ਼ਿਆਦਾ ਕੰਟੈਮੀਨੇਟਿਡ ਵਾਟਰ ਦੇ ਆਰ ਯੂਜ਼ਿੰਗ। ਕੰਟੈਮੀਨੇਟਿਡ ਯਾਨੀ ਕਿ ਪੋਲਿਊਟਿਡ ਵਾਟਰ ਉਹਨਾਂ ਨੂੰ ਪੀਣ ਨੂੰ ਮਿਲਦਾ ਹੈ। 80% ਆਫ ਇਲਨੈਸ, ਸਭ ਤੋਂ ਜ਼ਿਆਦਾ ਬਿਮਾਰੀਆਂ ਜੋ ਹੈ ਪਾਣੀ ਕਰਕੇ ਹੁੰਦੀਆਂ, are linked to poor water and sanitation conditions in developing countries। ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਜੋ ਹੈ 80% ਇਲਨੈਸ ਜੋ ਹੈ ਉਹ ਪਾਣੀ ਦੇ ਕਰਕੇ ਹੁੰਦੀ ਹੈ। ਅਸੀਂ ਕਹਿੰਦੇ ਆ ਕਿ ਜੇ ਤੁਸੀਂ ਖਰਾਬ ਪਾਣੀ ਪੀਣਾ ਸ਼ੁਰੂ ਕਰ ਦਿਓ ਤਾਂ ਪੇਟ ਦਰਦ ਹੋਣ ਲੱਗ ਜਾਂਦਾ। ਤਾਂ ਫਸਟ ਜਿਹੜੀ ਅਫੈਕਟ ਕਰਦੇ ਸਾਡਾ ਸਟਮਕ ਏਕ, diarrhea, cholera, and etc. All these are illnesses, sicknesses, diseases. These are caused because of poor water। Over 1/2 यानी कि half of the developing world's primary schools don't have access to water and sanitation facilities। ਜਾਂ ਤਾਂ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਪਾਣੀ ਹੀ ਨਹੀਂ ਹੈਗਾ, ਜੇ ਹੈ ਜਿਨ੍ਹਾਂ ਸਕੂਲਾਂ ਦੇ ਵਿੱਚ ਉਹ ਪ੍ਰੋਪਰ ਸਾਫ਼ ਪਾਣੀ ਨਹੀਂ ਹੈ, ਕਲੀਨ ਵਾਟਰ ਨਹੀਂ ਹੈਗਾ, ਔਰ ਸੈਨੀਟਰੀ ਫੈਸਿਲਿਟੀਜ਼ ਇਹਨਾਂ ਕੋਲ ਹੈ ਨਹੀਂ, ਕਲੀਨ ਵਾਟਰ ਨਹੀਂ ਹੈ ਇਹਨਾਂ ਗਵਰਨਮੈਂਟ ਸਕੂਲਸ ਦੇ ਵਿੱਚ। 783 ਮਿਲੀਅਨ 783 ਮਿਲੀਅਨ ਪੀਪਲ ਇਹਨਾਂ ਦੇ ਕੋਲੇ ਕਲੀਨ ਵਾਟਰ ਔਰ ਸੇਫ ਵਾਟਰ ਹੈ ਨਹੀਂ ਪੂਰੇ ਵਰਲਡ ਦੇ ਵਿੱਚ। ਔਰ 443 ਮਿਲੀਅਨ ਸਕੂਲ ਡੇਜ਼ are lost each year due to water related diseases। ਇਨ੍ਹਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ, ਕਿਉਂਕਿ ਅਗਰ ਹਾਫ ਆਫ ਦਾ ਪੋਪੂਲੇਸ਼ਨ ਜਾਂ ਸਕੂਲਾਂ ਦੇ ਵਿੱਚ ਅਗਰ ਪਾਣੀ ਨਹੀਂ ਹੈ, ਕਲੀਨ ਨਹੀਂ ਹੈ, ਤਾਂ ਉਹਨਾਂ ਦੇ ਵਿੱਚ ਸਕੂਲ 'ਚ ਡ੍ਰੌਪ ਆਊਟਸ ਕਾਫੀ ਹੁੰਦੇ ਨੇ, ਬੱਚੇ ਛੱਡ ਕੇ ਚਲੇ ਜਾਂਦੇ ਨੇ। 319 million people are sub-Saharan Africa are without access of improved reliable drinking water sources। ਸਹਾਰਾ ਰੀਜਨ ਯਾਨੀ ਕਿ ਅਫਰੀਕਾ ਦੇ ਵਿੱਚ ਵੀ ਇੰਨੇ ਜ਼ਿਆਦਾ ਲੋਕ ਨੇ ਅਫੈਕਟਡ ਹੈਗੇ ਨੇ ਪਾਣੀ ਕਰਕੇ, ਇਹਨਾਂ ਕੋਲੇ ਪੀਣ ਵਾਸਤੇ ਪਾਣੀ ਨਹੀਂ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕੰਟੀਨੈਂਟ ਵਾਈਜ਼ ਕਿ ਕਿੰਨੀ ਜ਼ਿਆਦਾ ਪੋਪੂਲੇਸ਼ਨ ਜੋ ਹੈ ਉਹ ਅਫੈਕਟ ਹੋਏਗੀ। ਕੰਬਾਈਨਡ ਟੋਟਲ ਫॉर ਪੀਪਲ ਸਫਰਿੰਗ ਵਾਟਰ ਸਕੈਰਸਿਟੀ, ਏਸ਼ੀਆ, ਇਹ ਕੰਟੀਨੈਂਟ ਵਾਈਜ਼ ਹੈ, ਏਸ਼ੀਆ ਦੇ ਵਿੱਚ 452 ਮਿਲੀਅਨ ਪੀਪਲ ਵਿਲ ਸਫਰ ਡਿਊ ਟੂ ਵਾਟਰ ਪੋਲਿਊਸ਼ਨ, ਵਾਟਰ ਸਕੈਰਸਿਟੀ। 72 ਮਿਲੀਅਨ, ਅਗਰ ਤੁਸੀਂ ਧਿਆਨ ਦਿਓ ਇਹ ਸਾਰਾ ਕੁਝ ਪੋਪੂਲੇਸ਼ਨ ਬੇਸਡ ਵੀ ਹੈ, ਕਿਉਂਕਿ ਏਸ਼ੀਆ ਇਜ਼ ਦਾ ਮੋਸਟ ਪੋਪੂਲਸ ਕੰਟੀਨੈਂਟ ਇਨ ਦਾ ਵਰਲਡ ਨਾ। ਤਾਂ ਏਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ, ਜਿੰਨੇ ਜ਼ਿਆਦਾ ਲੋਕ ਰਹਿਣਗੇ ਉਹੀ ਜ਼ਿਆਦਾ ਇਫੈਕਟਡ ਹੋਣਗੇ। ਸਭ ਤੋਂ ਘੱਟ ਹੈਗੇ ਆਸਟ੍ਰੇਲੀਆ ਰੀਜਨ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ 7 ਮਿਲੀਅਨ ਹੈ, ਬਿਕੋਜ਼ ਇਟਸ ਆਲਰੇਡੀ ਡੈਜ਼ਰਟਡ ਏਰੀਆ, ਡੈਜ਼ਰਟ ਹੈਗਾ ਪੂਰੇ ਦੇ ਵਿੱਚ, ਸਿਰਫ ਇਹਦੇ ਬਾਉਂਡਰੀਜ਼ ਦੇ ਵਿੱਚ ਹੀ ਲੋਕ ਰਹਿੰਦੇ ਨੇ। ਤਾਂ 7 ਮਿਲੀਅਨ ਪੀਪਲ ਜੋ ਹੈ ਉਹ ਆਸਟ੍ਰੇਲੀਆ ਦੇ ਵਿੱਚ ਅਫੈਕਟ ਹੋਣਗੇ। So these are the percentage of population affected। So you can see the region here। Why water shortage? ਪਾਣੀ ਦੀ ਕਮੀ ਕਿਉਂ ਆ ਰਹੀ ਹੈ ਸਾਡੇ ਕੋਲ? ਇਹਦੇ ਕਈ ਤਰ੍ਹਾਂ ਦੇ ਰੀਜ਼ਨ ਜੋ ਹੈ ਅੱਗੇ ਸਾਨੂੰ ਦੇਖਣ ਨੂੰ ਮਿਲਣਗੇ। Global water use are increased by the factor of 6 over the past 100 years। यानी कि ਪਾਣੀ ਦੀ ਜੋ ਯੂਜ਼ੇਜ ਹੈਗੀ ਹੈ ਉਹ ਬਹੁਤ ਜ਼ਿਆਦਾ ਹੋਣ ਲੱਗ ਗਈ ਹੈ ਪਿਛਲੇ 100 ਸਾਲਾਂ ਦੇ ਵਿੱਚ, ਕਿਉਂਕਿ ਪਹਿਲਾਂ ਪਾਣੀ ਦੀ ਯੂਜ਼ੇਜ ਸਿਰਫ ਜ਼ਿਆਦਾਤਰ ਕੀ ਹੁੰਦਾ ਐਗਰੀਕਲਚਰ ਦੇ ਵਿੱਚ ਹੁੰਦੀ ਸੀ, ਠੀਕ ਹੈ, ਪਹਿਲਾਂ ਐਗਰੀਕਲਚਰ ਦੇ ਵਿੱਚ ਹੁੰਦੀ ਸੀ, ਲੇਕਿਨ ਹੁਣ ਕੀ ਹੈ ਇੰਡਸਟਰੀਜ਼ ਆ ਗਈਆਂ ਨੇ, ਔਰ ਕਈ ਤਰ੍ਹਾਂ ਦੇ ਡਿਵੈਲਪਮੈਂਟਲ ਪ੍ਰੋਜੈਕਟਸ ਹੈ, ਤਾਂ ਉਹਦੇ ਵਿੱਚ ਵੀ ਪਾਣੀ ਦੀ ਕਾਫੀ ਜ਼ਿਆਦਾ ਯੂਜ਼ੇਜ ਹੁੰਦੀ ਹੈ। तो इंक्रीजिंगली पॉल्यूटेड वाटर बॉडीज ਸਾਡੇ ਕੋਲ ਪਾਣੀ ਦੀ ਸ਼ਾਰਟੇਜ ਦੇ ਕਰਕੇ ਹੈ ਨਾ, ਕਿਉਂਕਿ ਪਹਿਲਾਂ ਦਾ ਪਾਣੀ ਘੱਟ ਯੂਜ਼ ਹੁੰਦਾ ਸੀ, ਹੁਣ ਪਹਿਲਾਂ ਦਾ ਪਾਣੀ ਦੀ ਯੂਜ਼ੇਜ ਵੱਧ ਗਈ। ਦੂਸਰਾ ਕਹਿ ਰਹੇ ਨੇ ਕਿ ਇੰਕਰੀਜ਼ਿੰਗਲੀ ਪੋਲਿਊਟਿਡ ਵਾਟਰ ਬॉडीज, ਪਹਿਲਾਂ ਪਾਣੀ ਪੋਲਿਊਸ਼ਨ ਵੱਧ ਗਿਆ ਇਹਨਾਂ ਦੇ ਵਿੱਚ। ਕਲਾਈਮੇਟ ਇੰਡਿਊਸਡ ਹਾਰਮਫੁਲ ਐਲਗੀ ਬਲੂਮ, ਹੈਪਸ ਬੋਲਦੇ ਆ ਨੂੰ, ਯਾਨੀ ਕਿ ਵਾਟਰ ਦੇ ਵਿੱਚ ਐਲਗੀ ਆ ਜਾਂਦੀ ਹੈ, ਤੇ ਜਿਹਦੇ ਕਰਕੇ ਪਾਣੀ ਦੇ ਉੱਤੇ ਇੱਕ ਗ੍ਰੀਨ ਕਲਰ ਦੀ ਲੇਅਰ ਆ ਜਾਂਦੀ ਹੈ, ਔਰ ਅੰਦਰ ਜੋ ਫਿਸ਼ਿਸ ਹੁੰਦੀਆਂ ਨੇ ਉਹ ਸਰਵਾਈਵ ਨਹੀਂ ਕਰ ਪਾਉਂਦੀਆਂ, ਉਹ ਮਰ ਜਾਂਦੀਆਂ ਅੰਦਰ, ਓਕੇ, ਔਰ ਉਹਨਾਂ ਦੀ ਡੈਥ ਹੋ ਜਾਂਦੀ ਹੈ। ਸੋ ਐਲਗੀ ਜੋ ਹੈ ਕਾਫੀ ਜ਼ਿਆਦਾ ਕਾਜ਼ ਕਰਦੀ ਹੈ ਸਾਡੇ ਵਾਟਰ ਨੂੰ।
द ਇੰਪੈਕਟ ਆਫ ਚੇਂਜਿੰਗ ਕਲਾਈਮੇਟ ਚੇਂਜ ਦਾ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ। ਟੈਰੇਸਟਰੀਅਲ ਵਾਟਰ ਸਟੋਰੇਜ, ਦ ਵਾਟਰ ਹੈਲਡ ਇਨ ਸੋਇਲ, ਸਨੋ ਐਂਡ ਆਈਸ ਇਜ਼ ਡਿਮਿਨਿਸ਼ਿੰਗ। ਆਪਾਂ ਹਰੇਕ ਥਾਂ ਤੋਂ ਪਾਣੀ ਨੂੰ ਐਕਸਟਰੈਕਟ ਕਰਨਾ ਸਟਾਰਟ ਕਰ ਦਿੱਤਾ ਹੈ, ਤਾਂ ਇਹਦੇ ਕਰਕੇ ਵੀ ਵਾਟਰ ਸ਼ਾਰਟੇਜ ਆਣੀ ਸਟਾਰਟ ਹੋ ਗਈ ਹੈ। ਸੋ ਹੇਅਰ ਇਜ਼ ਅ ਪ੍ਰੋਪਰ ਚਾਰਟ, ਕਿੰਨਾ ਜ਼ਿਆਦਾ ਪਾਣੀ ਕੌਣ ਯੂਜ਼ ਕਰ ਰਿਹਾ ਹੈ। ਐਗਰੀਕਲਚਰ ਵਿੱਚ ਸਭ ਤੋਂ ਜ਼ਿਆਦਾ ਵਾਟਰ ਯੂਜ਼ ਹੁੰਦਾ ਰਿਹਾ ਹੈ, 69% ਹੈ। ਦੈਨ ਉਸ ਤੋਂ ਬਾਅਦ ਇੰਡਸਟਰੀਜ਼ ਦੇ ਵਿੱਚ ਪਾਣੀ ਯੂਜ਼ ਹੁੰਦਾ 23%, ਐਂਡ ਦੈਨ ਡੋਮੈਸਟਿਕ ਦੇ ਵਿੱਚ 8%। ਸੋ ਹੇਅਰ ਇਜ਼ ਅ ਵਨ ਮੋਰ ਚਾਰਟ, करंट वाटर सिनेरियो ऑफ द वर्ल्ड वाइड। सब तो ज्यादा घट जो है पानी एक्सट्रैक्ट की कौन कौन यूज कर रहे हैं। सो ग्राउंड वाटर सब तो घट है इस वेले, देन एग्रीकल्चर एंड देन इंडस्ट्रीज और फिर म्यूनसिपैलिटीज। ऑल दीज आर फ्रॉम द करंट सिनेरियो वर्ल्ड वाइड वाटर ਦੇ ਵਿੱਚ। ओके, ਵਾਟਰ ਪੋਲਿਊਸ਼ਨ। ਹੁਣ ਜਿਹੜਾ ਸਾਡਾ ਐਗਜ਼ੈਕਟ ਟੌਪਿਕ ਹੈ ਅਸੀਂ ਉਹਦੇ ਉੱਤੇ ਆ ਰਹੇ ਹਾਂ ਕਿ ਵਾਟਰ ਪੋਲਿਊਸ਼ਨ ਕੀ ਚੀਜ਼ ਹੈ, ਇਹਦੇ ਵਿੱਚ ਕੀ ਕੀ ਇਫੈਕਟ ਕਰ ਰਹੇ ਨੇ। ਇਹ ਜੋ ਤੁਸੀਂ ਪਿਕਚਰ ਦੇਖ ਰਹੇ ਹੋ ਇਹ ਕੋਈ ਬਲੈਕ ਵਾਟਰ ਨਹੀਂ ਹੈ। ਹਾਂ, ਆਫ ਕੋਰਸ ਇਟ ਕੈਨ ਬੀ ਸੈਡ ਦੈਟ ਹੈ ਬਲੈਕ ਵਾਟਰ। ਇਹ ਕੋਈ ਡਾਈ ਕੀਤਾ ਹੋਇਆ ਪਾਣੀ ਨਹੀਂ ਹੈ, ਇਹ ਇੰਡਸਟਰੀ ਦੇ ਵਿੱਚ ਡਾਇਰੈਕਟ ਵੇਸਟ ਹੈ, ਉਹ ਫਲੋਇੰਗ ਰਿਵਰ ਦੇ ਵਿੱਚ ਆ ਰਿਹਾ। ਸੋ ਹਾਊ define water pollution? Water pollution can be defined as any change। ਵਾਟਰ ਪੋਲਿਊਸ਼ਨ ਜੋ ਹੈ ਉਹ ਕਿਸੇ ਵੀ ਤਰ੍ਹਾਂ ਦਾ ਚੇਂਜ ਹੋ ਸਕਦਾ ਹੈ, ਚਾਹੇ ਉਹ ਫਿਜ਼ੀਕਲ ਹੋ, ਕੈਮੀਕਲ ਹੋ ਔਰ ਬਾਇਓਲੋਜੀਕਲ ਹੋ, ਇਨ ਅ ਕੁਆਲਿਟੀ, ਜਿਹਦੇ ਵਿੱਚ ਪਾਣੀ ਦੀ ਕੁਆਲਿਟੀ ਦੇ ਉੱਤੇ ਕੋਈ ਵੀ ਅਸਰ ਪੈਂਦਾ ਹੈ, ਠੀਕ ਹੈ, ਉਹ ਚਾਹੇ ਉਹ ਫਿਜ਼ੀਕਲੀ, ਕੈਮੀਕਲੀ ਔਰ ਬਾਇਓਲੋਜੀਕਲੀ ਅਸਰ ਪਏ, ਉਹਨੂੰ ਕਹਿੰਦੇ ਨੇ ਅਸੀਂ ਵਾਟਰ ਪੋਲਿਊਸ਼ਨ। ਔਰ ਲੇਕਿਨ ਸਿਰਫ ਇਹੀ ਨਹੀਂ, ਜਿਹੜੇ ਕਿ ਇਹ ਪਾਣੀ ਦੇ ਨੂੰ ਯੂਜ਼ ਕਰਨ ਵਾਲੇ ਹੋਣਗੇ ਜਾਂ ਉਹਦੇ ਵਿੱਚ ਰਹਿਣ ਵਾਲੇ ਹੋਣਗੇ ਜਾਂ ਉਹਨੂੰ ਪੀਣ ਵਾਲੇ ਹੋਣਗੇ, ਉਹਨਾਂ ਦੇ ਉੱਤੇ ਹਾਰਮਫੁਲ ਇਫੈਕਟ ਕਰੇਗਾ, ਤਾਂ ਉਹਨੂੰ ਅਸੀਂ ਵਾਟਰ ਪੋਲਿਊਸ਼ਨ ਕਹਿੰਦੇ ਨੇ। ਵਾਟਰ ਪੋਲਿਊਸ਼ਨ can be defined as any change, physical, chemical or biological, in quality of water। ਸੋ ਪੋਲਿਊਟੈਂਟਸ ਜੋ ਹੈ ਉਹ ਵਾਟਰ ਬੋਡੀਜ਼ ਦੇ ਵਿੱਚ ਜਦੋਂ ਐਂਟਰ ਹੋ ਜਾਂਦੇ ਨੇ, ਜਾਂ ਤਾਂ ਉਹ ਡਿਸੋਲਵ ਹੋ ਜਾਂਦੇ ਨੇ, ਜਾਂ ਉਹ ਉਵੇਂ ਹੀ ਰਹਿੰਦੇ ਨੇ, ਜਾਂ ਫਿਰ ਉਹ ਵਾਟਰ ਬੈਡ ਦੇ ਉੱਤੇ ਡਿਪੋਜ਼ਿਟ ਹੋ ਜਾਂਦੇ ਨੇ, ਕਿ ਯਾਨੀ ਕਿ ਇੱਥੇ ਆ ਕੇ ਸੈਟਲ ਹੋ ਜਾਂਦੇ ਨੇ। तो some pollutants also seep down and contaminate the groundwater। और कई ऐसे pollutants भी ਹੁੰਦੇ ਨੇ ਜਿਵੇਂ ਨਾਈਟ੍ਰਾਈਟਸ ਵਗੈਰਾ ਹੁੰਦੇ ਨੇ, ਨਾਈਟ੍ਰੋਜਨ ਫਾਸਫੇਟਸ ਵਗੈਰਾ ਹੁੰਦੇ ਨੇ, ਉਹ ਸੋਇਲ ਦੇ ਵਿੱਚ ਅੰਦਰ ਚਲੇ ਜਾਂਦੇ ਨੇ ਔਰ ਗਰਾਊਂਡ ਵਾਟਰ ਨੂੰ ਵੀ ਡਿਪਲੀਟ ਕਰਦੇ ਨੇ। ਫੈਕਟਸ ਐਂਡ ਫਿਗਰਸ ਅਸੀਂ ਕੁਝ ਦੇਖ ਲੈਂਦੇ ਹਾਂ। ਅਕੋਰਡਿੰਗ ਟੂ ਦ ਯੂਨਾਈਟਿਡ ਨੇਸ਼ਨਸ ਵਰਲਡ ਵਾਟਰ ਅਸੈਸਮੈਂਟ ਪ੍ਰੋਗਰਾਮ, ਇਹ ਇੱਕ ਹਰ ਸਾਲ ਇਹ ਰਿਲੀਜ਼ ਕਰਦੀ ਹੈ ਰਿਪੋਰਟ। 2 ਮਿਲੀਅਨ ਟਨਸ ਆਫ ਹਿਊਮਨ ਵੇਸਟ ਜਿਹੜਾ ਅਸੀਂ 2 ਮਿਲੀਅਨ ਟਨ ਅਸੀਂ ਵੇਸਟ ਪ੍ਰੋਡਿਊਸ ਕਰਦੇ ਹਾਂ, ਇਹ ਵਾਟਰ ਵਰਲਡ ਵਾਟਰ ਦੇ ਵਿੱਚ ਐਡ ਹੁੰਦਾ ਐਵਰੀ ਡੇ, ਐਵਰੀ ਈਅਰ ਜਾਂ ਐਵਰੀ ਮੰਥ ਦੀ ਗੱਲ ਨਹੀਂ ਹੋ ਰਹੀ ਇੱਥੇ। 2 ਮਿਲੀਅਨ ਟਨ ਹਿਊਮਨ ਵੇਸਟ ਜੋ ਹੈ ਉਹ ਪਰ ਡੇ ਸਾਡੇ ਪਾਣੀ ਦੇ ਵਿੱਚ, ਡੇਲੀ ਦੇ ਵਾਟਰ ਦੇ ਵਿੱਚ ਐਂਟਰ ਕਰਦਾ ਹੈ। ਔਰ ਇਹ ਆਲਸੋ ਸਪੈਸੀਫਾਈ ਕਰਦੇ ਡਿਵੈਲਪਿੰਗ ਨੇਸ਼ਨਸ ਦੇ ਵਿੱਚ 70% ਆਫ ਦਾ ਇੰਡਸਟਰੀਅਲ ਵੇਸਟ ਆਰ ਡੰਪਡ ਡਾਇਰੈਕਟਲੀ ਇਨਟੂ ਦ ਵਾਟਰ ਬੋਡੀਜ਼, ਔਰ ਯੂਜ਼ੇਬਲ ਵਾਟਰ ਸਪਲਾਈ ਨੂੰ ਇਹ ਜੋ ਹੈ ਉਹ ਪੋਲਿਊਟ ਕਰਦਾ ਹੈ। ਫਿਰ 70% ਜੋ ਅਨਟ੍ਰੀਟਡ ਵਾਟਰ ਜੋ ਹੈ ਅਨਟ੍ਰੀਟਡ ਵਾਟਰ ਹੈ, ਇੰਡਸਟਰੀਅਲ ਵਾਟਰ ਜੋ ਹੈ ਉਹ ਰਿਵਰ ਦੇ ਵਿੱਚ ਜਾ ਕੇ ਵੇਸਟ ਕਰ ਦਿੰਦੇ ਨੇ, ਡੰਪ ਕਰ ਦਿੰਦੇ ਨੇ, ਔਰ ਇਹ ਰਿਵਰ ਨੂੰ ਕੰਟੈਮੀਨੇਟ ਕਰਦਾ ਹੈ। ਡੇਲੀ ਦੀ ਗੱਲ ਹੈ ਇਹ। ਓਕੇ, ਸੋ ਅੱਗੇ ਸਾਡੇ ਕੋਲ ਯੂਨੈਸਕੋ ਦਾ ਵਰਲਡ ਵਾਟਰ ਅਸੈਸਮੈਂਟ ਪ੍ਰੋਗਰਾਮ, ਜਿਹੜੀ ਕਿ ਉਹੀ ਚੀਜ਼ ਰਿਪੋਰਟ ਨੂੰ ਪਬਲਿਸ਼ ਕਰਦਾ ਹੈ। ਇਹ 2000 ਇਨ ਰਿਸਪੌਂਸ ਟੂ ਕਾਲ ਫਰੋਮ ਦ UN ਕਮਿਸ਼ਨ ਸਸਟੇਨੇਬਲ ਡਿਵੈਲਪਮੈਂਟ, ਇਹ ਯੂਨੈਸਕੋ ਨੇ ਸਟੈਬਲਿਸ਼ ਕੀਤਾ ਸੀਗਾ ਵਰਲਡ ਵਾਟਰ ਅਸੈਸਮੈਂਟ ਪ੍ਰੋਗਰਾਮ ਇਨ 2000 ਦੇ ਵਿੱਚ ਇਹਨੂੰ ਸਟੈਬਲਿਸ਼ ਕੀਤਾ ਗਿਆ ਸੀ। ਔਰ ਇਹ UN ਕਮਿਸ਼ਨ ਸਸਟੇਨੇਬਲ ਡਿਵੈਲਪਮੈਂਟ ਦੇ ਉੱਤੇ ਇਹ ਕੰਮ ਕਰਦਾ ਹੈ। ਇਹਦੀ ਆਬਜੈਕਟਿਵ ਕੀ ਹੈ? ਇਹਦਾ ਮੇਨਲੀ ਆਬਜੈਕਟਿਵ ਹੈ ਕਿ ਜੋ ਵੀ ਇਹਦੇ ਮੈਂਬਰ ਹੈਗੇ UN ਦੇ, ਠੀਕ ਹੈ, ਉਹਨਾਂ ਦੇ ਉੱਤੇ ਡੇਲੀ ਦੀ ਵਾਟਰ ਲਿਮਿਟਸ ਕਿੰਨੀ ਕੀ ਜ਼ਰੂਰਤ ਹੈ, ਉਹਨਾਂ ਨੂੰ ਟਾਈਮਲੀ ਉਹਨਾਂ ਨੂੰ ਸਪੋਰਟ ਦੇਣੀ, ਉਹਨਾਂ ਨੂੰ ਰਿਸੋਰਸਿਸ ਨੂੰ ਮੈਨੇਜਮੈਂਟ ਕਰਨਾ, ਉਹਨਾਂ ਦਾ ਮੈਨੇਜ ਕਰਨਾ, ਇਹ ਸਾਰਾ ਕੁਝ ਇਹ ਉਹਦਾ ਆਬਜੈਕਟਿਵ ਹੈ।
its overall objective is to meet the growing requirements of UN member states and international community for a wider range of policy relevant, timely and reliable information in various fields of water resources. Timely और ਸਹੀ ਤਰ੍ਹਾਂ ਦੀ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ ਵਾਟਰ ਰਿਸੋਰਸਿਸ ਦੇ ਰਿਗਾਰਡਿੰਗ ਔਰ ਡਿਵੈਲਪਮੈਂਟ ਕਰਨ ਦੇ ਲਈ ਮੈਨੇਜਮੈਂਟ ਕਰਨ ਦੇ ਲਈ ਇਨ ਪਰਟੀਕੁਲਰ ਥਰੂ ਦ ਪ੍ਰੋਡਕਸ਼ਨ ਆਫ ਯੂਨਾਈਟਿਡ ਨੇਸ਼ਨ ਵਰਲਡ ਵਾਟਰ ਡਿਵੈਲਪਮੈਂਟ ਪ੍ਰੋਗਰਾਮ ਇਸ ਦੇ ਅੰਡਰ ਇਹ ਕੰਮ ਕਰਦੇ ਅੱਗੇ ਅੰਡਰਸਟੂਡ ਸੋ ਸਾਡੇ ਕੋਲੇ ਦੋ ਤਰ੍ਹਾਂ ਦੀ ਵਾਟਰ ਪੋਲਿਊਸ਼ਨ ਹੁੰਦੀ ਹੈ ਪੁਆਇੰਟ ਸੋਰਸ ਐਂਡ ਨਾਨ ਪੁਆਇੰਟ ਸੋਰਸ ਪੁਆਇੰਟ ਸੋਰਸ ਉਹ ਹੁੰਦੇ ਕਿ ਜਿਹਨੂੰ ਅਸੀਂ ਆਈਡੈਂਟੀਫਾਈ ਕਰ ਸਕਦੇ ਵਿਚ ਵੀ ਕੈਨ ਡਾਇਰੈਕਟਲੀ ਕੈਨ ਬੀ ਸੀਨ ਲਾਈਕ ਇੰਡਸਟਰੀਅਲ ਵੇਸਟ dumping into the river it can be seen ਸਾਡੇ ਕੋਲ ਫਸਟ ਪਿਕਚਰ ਆਈ ਸੀ ਰਾਈਟ ਬਟ ਨਾਨ ਪੁਆਇੰਟ ਸੋਰਸ ਉਹ ਪੁਆਇੰਟਸ ਹੁੰਦੇ ਨੇ ਜਿਹੜੇ which we cannot directly be seen ਬਟ ਇਹ ਪੋਲਿਊਟ ਤਾਂ ਕਰਦੇ ਹੀ ਹੈ ਜਿਵੇਂ ਲੀਚਿੰਗ ਹੈ ਠੀਕ ਹੈ ਜਾਂ ਅਸੀਂ DDT ਯੂਜ਼ ਕਰਦੇ ਆ ਫਰਟੀਲਾਈਜ਼ਰਸ ਯੂਜ਼ ਕਰਦੇ ਆ ਇਹ ਸਾਡੇ ਕੋਲੇ ਇਹ ਜਾਂਦੇ ਕਿੱਥੇ ਹੈ ਅੱਗੇ ਸੋਇਲ ਦੇ ਵਿੱਚ ਜਾ ਕੇ ਗਰਾਊਂਡ ਵਾਟਰ ਦੇ ਵਿੱਚ ਡਿਪਲੀਟ ਕਰਦੇ ਨੇ ਅੱਗੇ ਜਾ ਕੇ ਗਰਾਊਂਡ ਵਾਟਰ ਅਗੇਨ ਰਿਵਰ ਦੇ ਵਿੱਚ ਚਲਾ ਜਾਂਦਾ ਹੈ ਹਾਲਾਂਕਿ ਅਫੈਕਟ ਤਾਂ ਹੋ ਹੀ ਰਿਹਾ ਨਾ ਅਫੈਕਟ ਹੋ ਹੀ ਰਿਹਾ ਲੇਕਿਨ ਇਹ ਵਿਚ ਕੈਨ ਨਾਟ ਬੀ ਸੀਨ ਉਹਨਾਂ ਨੂੰ ਨਾਨ ਪੁਆਇੰਟ ਸੋਰਸ ਕਹਿੰਦੇ ਨੇ ਔਰ ਸਿਰਫ ਇਹ ਕਲਾ ਇਹੀ ਨਹੀਂ ਹੈ ਜਿੰਦੇ ਵਿੱਚ ਐਗਰੀਕਲਚਰ ਵੇਸਟ ਜਿਹਨੂੰ ਕਹਿੰਦੇ ਆ ਸਿਰਫ ਆਹੀ ਨਹੀਂ ਹੈ ਐਨੀਮਲ ਵੇਸਟ ਵਗੈਰਾ ਵੀ ਹੈ ਉਹ ਵੀ ਅੱਗੇ ਸੇ ਦੇਖਾਂਗੇ ਔਰ ਪੁਆਇੰਟ ਸੋਰਸ ਉਹ ਹੈ ਜਿਹਨੂੰ ਵਿਚ ਵੀ ਡਾਇਰੈਕਟਲੀ ਕੈਨ ਬੀ ਸੀਨ ਸੋ ਪੁਆਇੰਟ ਸੋਰਸ ਕੀ ਹੈ ਤਾਂ ਯੂਐਸ ਦਾ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਹੈ ਇਹੀ ਪੁਆਇੰਟ ਸੋਰਸ ਨੂੰ ਡਿਫਾਈਨ ਕਰਦੇ ਹੋਏ ਕਹਿੰਦੀ ਹੈ ਕੋਈ ਵੀ ਸਿੰਗਲ ਆਈਡੈਂਟੀਫਾਈਬਲ ਸੋਰਸ of pollution from which pollutants are discharged ਉਹ pollution ਦਾ source ਜਿੱਥੋਂ pollutants ਨੂੰ ਛੱਡਿਆ ਜਾਂਦਾ ਹੈ ਜਿਵੇਂ ਪਾਈਪਸ ਦੇ ਥਰੂ ਡਿਚ ਕਰਕੇ ਜਾਂ ਸ਼ਿਪ ਔਰ ਫੈਕਟਰੀ ਸਮੋਕ ਸਟੇਕ everything which can be seen right ਉਹ ਹੈ US ਦਾ environmental protection agency ਦਾ ਇਹ ਕਹਿਣਾ ਹੈ ਸੋ ਸੀ ਇਹ ਸਾਰੇ ਨੇ ਪੁਆਇੰਟ ਸੋਰਸ ਐਂਡ ਨੌਨ ਪੁਆਇੰਟ ਸੋਰਸ ਕ੍ਰੌਪਲੈਂਡ ਦੇ ਵਿੱਚ ਇਹ ਨੌਨ ਪੁਆਇੰਟ ਸੋਰਸ ਹੈ ਫੋਰੈਸਟਰੀ ਰੂਰਲ ਸਿਟੀਜ਼ सिटी स्ट्रेस है या सब अर्बन डेवलपर्स है ये डायरेक्टली ना सही इनडायरेक्टली जो है वाटर दे विच जा ही रहे दिस आर नॉन पॉइंट सोर्स एनिमल फीडलॉट नॉन पॉइंट सोर्स एंड पॉइंट सोर्स बोथ आर described here is the point source which we directly can be seen vessels ये भी इथे डायरेक्टली छड्डे जांदे ने लेकिन डेवलपमेंटल OSDs farms दा cities दा roads दा ये सब है नॉन पॉइंट सोर्स okay air pollution isn't the only means 72% of urban sewage left untreated in fresh water bodies ਇਹਨੇ ਕਹਿੰਦੇ ਸਿਰਫ 에ਅਰ ਪੋਲਿਊਸ਼ਨ ਹੀ ਨਹੀਂ ਹੈ ਜਿਹੜਾ ਸਾਨੂੰ ਪਰੇਸ਼ਾਨ ਕਰੇਗਾ ਅੱਗੇ ਇਹੀ ਨਹੀਂ ਹੈ ਟੌਪ ਦੇ ਉੱਤੇ ਈਵਨ ਕਿ 72% ਆਫ ਦਾ ਅਰਬਨ ਸੀਵੇਜ ਹੈ ਉਹ ਬਿਨਾਂ ਟ੍ਰੀਟ ਕੀਤੇ ਹੀ ਫਰੈਸ਼ ਵਾਟਰ ਬੋਡੀਜ਼ ਦੇ ਵਿੱਚ ਰਿਵਰਸ ਦੇ ਵਿੱਚ ਉਹਨਾਂ ਨੂੰ ਡੰਪ ਕਰ ਦਿੰਦੇ ਨੇ 72% ਹੁਣ ਤੁਸੀਂ ਦੇਖ ਰਹੇ ਹੋ ਇਹ ਹੈ ਸਾਡਾ ਨੀਤੀ ਆਯੋਗ ਨੇ ਦਿੱਤਾ ਸੀਗਾ ਔਰ ਇੰਡੀਆ ਟੁਡੇ ਦੀ ਰਿਪੋਰਟ ਹੈਗੀ ਹੈ ਇੰਡੀਆਜ਼ ਵਾਟਰ ਪੋਲਿਊਸ਼ਨ ਮੈਨਸ ਲਾਈਕ ਰੂਰਲ ਪੋਪੂਲੇਸ਼ਨ ਸਾਡੇ ਕੋਲੇ 65% ਹੈ ਬਟ ਦੇ ਆਰ ਡਿਸਚਾਰਜਿੰਗ ਓਨਲੀ 35% ਵੇਸਟ ਵਾਟਰ they are only generating 35% urban population is बिल्कुल opposite है 35% urban population है but they are discharging their double like 65% waste water generation ये ਤੁਸੀਂ ਦੇਖ ਸਕਦੇ ਹੋ ਪੂਰਾ ਡੇਟਾ ਇਹਦੇ ਵਿੱਚ ਵੀ ਅੱਗੇ ਟ੍ਰੀਟਡ ਓਨਲੀ 28% ਔਰ ਅਨਟ੍ਰੀਟਡ 72% ਡਾਇਰੈਕਟਲੀ ਇਹ ਸਿੱਧਾ ਰਿਵਰਸ ਦੇ ਵਿੱਚ ਡੰਪ ਕਰ ਦਿੱਤਾ ਜਾਂਦਾ ਹੈ water pollution is killing millions of Indians. Here's how technology and reliable data can change that. World Economic Forum ਦੀ statement ਆਈ ਹੈ ਕਿ water pollution ਹੈ ਉਹ ਕਈ ਮਿਲੀਅਨ ਆਫ ਇੰਡੀਅਨਸ ਨੂੰ ਖਤਮ ਕਰ ਰਿਹਾ ਹੈ ਬਟ ਇਹਦੇ ਵਿੱਚ ਸਾਡੀ ਹੈਲਪ ਕੌਣ ਕਰ ਸਕਦਾ ਹੈ ਟੈਕਨੋਲੋਜੀ ਔਰ ਰਿਲਾਇਬਲ ਡੇਟਾ ਇਹਨੂੰ ਇਹ ਅਸੀਂ ਚੇਂਜ ਕਰ ਸਕਦੇ ਹਾਂ ਟੈਕਨੋਲੋਜੀ ਦਾ ਬਹੁਤ ਵੱਡਾ ਯੋਗਦਾਨ ਅੱਗੇ ਅਸੀਂ ਦੇਖਿਆ ਜਾ ਸਕਦਾ ਹੈ it's estimated that around 70% of surface water ਜਿਹੜਾ surface water ਹੈ ਉਸ ਦਾ ਵੀ ਅੱਗੇ 70% ਜੋ ਹੈ ਉਹ ਅਨਫਿਟ ਹੈਗਾ ਫॉर ਕੰਜ਼ੰਪਸ਼ਨ ਉਸਨੂੰ ਡਾਇਰੈਕਟਲੀ ਕੰਜ਼ਿਊਮ ਨਹੀਂ ਕੀਤਾ ਜਾ ਸਕਦਾ ਇੰਨਾ ਜ਼ਿਆਦਾ ਪੋਲਿਊਟ ਹੈ ਸੋ ਇਨਕਰੀਜ਼ ਦ ਇਕਨੋਮਿਕ ਐਂਡ ਹਿਊਮਨ ਕਾਸਟ ਆਫ ਟੌਕਸਿਕ ਵਾਟਰ ਬੋਡੀਜ਼ ਰੀਸੈਂਟ ਵਰਲਡ ਬੈਂਕ ਰਿਪੋਰਟ ਦੇ ਅਕੋਰਡਿੰਗ ਇਹਨਾਂ ਨੇ ਕਿਹਾ ਕਿ ਕਈ ਤਰ੍ਹਾਂ ਦੀ ਤੁਸੀਂ ਇਦਾਂ ਦੀ ਮੈਜਰਸ ਨੂੰ ਸੁਜੈਸਟ ਕਰੋ ਲਾਈਕ ਸੁਜੈਸਟ ਦੈਟ ਇਹਨਾਂ ਨੇ ਸਾਨੂੰ ਸੁਜੈਸਟ ਕੀਤਾ ਹੈ ਕਿ ਸੱਚ ਅ ਰਿਲੀਜ਼ ਆਫ ਪੋਲਿਊਸ਼ਨ
upstream lower economic growth in downstream areas, reducing GDP growth in these region by up to a third, one third। ਇਹਨਾਂ ਦੀ ਵਾਟਰ ਪੋਲਿਊਸ਼ਨ ਕਰਕੇ 1/3 ਜੋ ਰੀਜਨ ਦੇ ਉੱਤੇ ਜੀਡੀਪੀ ਗਰੋਥ ਨੂੰ ਘਾਟਾ ਹੋਇਆ ਹੈ, ਨੁਕਸਾਨ ਹੋਇਆ ਹੈ। ਇਹ ਵਰਲਡ ਬੈਂਕ ਦੀ ਰਿਪੋਰਟ ਹੈਗੀ ਹੈ, ਕੁਆਲਿਟੀ ਅਨਨੋਨ ਦਾ ਇਨਵਿਜ਼ੀਬਲ ਵਾਟਰ ਕ੍ਰਾਈਸਿਸ, ਇਹਨਾਂ ਦਾ ਇੱਕ ਆਰਟੀਕਲ ਪ੍ਰੋਪਰ ਛਪਿਆ ਸੀ। ਸੋ ਇਹ ਤੁਸੀਂ ਦੇਖ ਸਕਦੇ ਹੋ, ਇਹ ਪਿਕਚਰ ਇਹ ਅਰਬਨ ਏਰੀਆਜ਼ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੁਹਾਨੂੰ। ਇਹ ਰਿਵਰ ਹੈਗੀ ਹੈ, ਕਹਿ ਸਕਦੇ ਹਾਂ ਇੱਕ ਰਿਵਰ ਵੀ ਹੋ ਸਕਦੀ ਹੈ, ਪੌਂਡ ਵੀ ਹੋ ਸਕਦਾ ਹੈ, ਬਟ ਇਹ ਰਿਵਰ ਹੈ ਜਿਹਦੇ ਵਿੱਚ ਇੰਨਾ ਜ਼ਿਆਦਾ ਪੋਲਿਊਸ਼ਨ ਤੁਸੀਂ ਦੇਖ ਸਕਦੇ ਹੋ, ਰਾਈਟ। ਸੋ ਮੇਜਰ ਵਾਟਰ ਪੋਲਿਊਟੈਂਟਸ, ਪੋਲਿਊਟ ਕਰਨ ਵਾਲੇ ਜਿਹੜੇ ਕਾਰਕ ਨੇ, ਤੱਤ ਨੇ, ਉਹ ਕਿਹੜੇ ਨੇ? Major categories of water pollution: organic pollutants are microorganism, nutrients, suspended soil, solids and sediments; inorganic, thermal and radioactive pollutants। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ, ਸਾਰੇ ਦੇ ਸਾਰੇ ਪੀਟੀ ਦੇ ਵਿੱਚ ਪੁੱਛੇ ਜਾ ਸਕਦੇ ਨੇ, ਪ੍ਰੀ ਦੇ ਵਿੱਚ ਤੁਹਾਡੇ ਲਈ, ਤੁਹਾਡੇ ਕੋਲ ਇਹਦੇ ਵਿੱਚੋਂ ਇੱਕ ਟੌਪਿਕ ਆ ਸਕਦਾ ਹੈ। ਆਰਗੈਨਿਕ ਪੋਲਿਊਟੈਂਟਸ ਕਿਹੜੇ ਨੇ? ਜਿਹੜੇ ਵੀ ਅਸੀਂ those products, those organic matters just like such as leaves, grass, trash or other household waste, ਇਹ ਸਾਰੇ organic products ਨੇ, ਠੀਕ ਹੈ। ਇਹਨੂੰ ਅਸੀਂ ਅਗਰ ਡਾਇਰੈਕਟਲੀ ਅਸੀਂ ਰਿਵਰ ਦੇ ਵਿੱਚ ਜਾਂ ਪੌਂਡ ਦੇ ਵਿੱਚ ਜਾਂ ਓਸ਼ਨ ਸੀ ਵਾਟਰ ਦੇ ਵਿੱਚ ਪਾ ਦਈਏ ਤਾਂ ਇਹ ਕਹਿਣ ਨੂੰ ਤਾਂ ਆਰਗੈਨਿਕ ਹੈ, ਲੇਕਿਨ ਇਹਦੇ ਉੱਤੇ ਇਹਨਾਂ ਨੂੰ ਖਾਣ ਵਾਸਤੇ ਜੋ ਹੈ ਉਹ ਮਾਈਕਰੋ ਆਰਗੈਨਿਜ਼ਮ ਜੋ ਅੱਗੇ ਆ ਜਾਣਗੇ, ਬੈਕਟੀਰੀਆ, ਫੰਗਸ, ਇਹ ਸਾਰੇ ਬੈਕਟੀਰੀਆ ਵਗੈਰਾ ਨੇ ਉੱਤੇ ਅਟੈਕ ਕਰਦੇ ਆ, ਰਾਈਟ। ਜਦੋਂ ਇਹ ਬੈਕਟੀਰੀਆ ਵਗੈਰਾ ਅਟੈਕ ਕਰਦੇ ਤਾਂ ਵਾਟਰ ਦੇ ਵਿੱਚ ਡਿਜ਼ੋਲਵਡ ਆਕਸੀਜਨ ਜੋ ਹੈ, ਡਿਜ਼ੋਲਵਡ ਆਕਸੀਜਨ ਹੈ, ਉਹ ਉਹਨੂੰ ਕੰਜ਼ਿਊਮ ਕਰਨਾ ਸਟਾਰਟ ਕਰ ਦਿੰਦੇ ਆ। ਜਦੋਂ ਡਿਜ਼ੋਲਵਡ ਆਕਸੀਜਨ ਨੂੰ ਉਹ ਕੰਜ਼ਿਊਮ ਕਰਨਾ ਸਟਾਰਟ ਕਰ ਦਿੰਦੇ ਆ ਤਾਂ ਫਿਸ਼ਿਸ ਨੂੰ ਆਕਸੀਜਨ ਦੀ ਜੋ ਹੈ ਸਪਲਾਈ ਹੈ ਉਹ ਘਟ ਜਾਂਦੀ ਹੈ, ਜਿਹਦੇ ਕਰਕੇ ਪ੍ਰੋਪਰ ਐਲਗੀ ਦਾ ਹੈ ਉਹ ਤਾਂ ਬਲੂਮ ਹੋ ਜਾਏਗਾ, ਐਲਗੀ ਪੂਰੇ ਵਾਟਰ ਨੂੰ ਕਵਰ ਕਰ ਲੇਗਾ, ਲੇਕਿਨ ਜੋ ਫਿਸ਼ਿਸ ਹੈ ਉਹਨਾਂ ਨੂੰ ਆਕਸੀਜਨ ਦੀ ਕਮੀ ਦੇ ਕਰਕੇ ਉਹਨਾਂ ਦੀ ਡੈਥ ਹੋ ਸਕਦੀ ਹੈ। ਆਰਗੈਨਿਕ ਮੈਟਰਸ ਲਾਈਕ ਲੀਵਸ, ਗ੍ਰਾਸ ਐਂਡ ਥ੍ਰੈਸ਼, ਇਹ ਸਾਰੇ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਪਾਰਟਿਸਿਪੇਟ ਕਰਦੇ हैं। इट सीवियरली हैम्पर्ड द बायोलॉजिकल activity of water bodies such as lakes or ocean by excessive algae bloom and unprecedentedly reduced biological oxygen demand। See, ਇਹਦੇ ਵਿੱਚ ਇਹੀ ਗੱਲ ਕਹੀ ਹੈ ਕਿ ਇੱਕ ਵਾਟਰ ਬੋਡੀ ਦੇ ਵਿੱਚ ਅਗਰ ਤੁਸੀਂ ਇਹ ਸਾਰਾ ਕੁਝ ਡਿਪਲੀਟ ਕਰਕੇ ਇੱਥੇ ਤੁਸੀਂ ਸਰਫੇਸ ਦੇ ਉੱਤੇ ਆ ਜਾਏਗਾ, ਇਹਨਾਂ ਨੂੰ ਖਾਣ ਵਾਸਤੇ ਐਲਗੀ ਆਏਗੀ, ਐਲਗੀ ਯਾਨੀ ਕਿ ਮਾਈਕਰੋ ਆਰਗੈਨਿਜ਼ਮਸ ਨੇ ਉਹ ਪ੍ਰੋਡਿਊਸ ਹੋਣਗੇ, ਰਾਈਟ। ਅਗੇਨ ਉਹ ਡਿਜ਼ੋਲਵਡ ਆਕਸੀਜਨ ਨੂੰ ਕੰਜ਼ਿਊਮ ਕਰਨਾ ਸਟਾਰਟ ਕਰ ਦੇਣਗੇ, ਜਿੰਦੇ ਕਰਕੇ ਆਕਸੀਜਨ ਦੀ ਜੋ ਕੁਆਂਟੀਟੀ ਹੈ ਉਹ ਵਾਟਰ ਦੇ ਵਿੱਚ ਕੁਆਲਿਟੀ ਹੈ ਉਹ ਘਟ ਜਾਏਗੀ ਐਂਡ ਫਿਸ਼ਿਸ ਮਾਸ ਫਿਸ਼ ਡੈਥ ਜੋ ਹੈ ਉਹ ਕਾਜ਼ ਕਰਦੀ ਹੈ। यूट्रोफिकेशन, इस पूरे प्रोसेस में कहते हैं अगे यूट्रोफिकेशन वर्ड्स द फ्रैश वाटर बॉडीज चोक्ड विद फॉस्फोरस, यानी कि फ्रैश वाटर बॉडीज ਦੇ ਉੱਤੇ ਫਾਸਫੋਰਸ ਦਾ ਬਹੁਤ ਵੱਡਾ ਇੱਕ ਅਟੈਕ ਆਇਆ ਹੈ, ਅਟੈਕ ਨਹੀਂ ਕਹਿ ਸਕਦੇ, ਫਾਸਫੋਰਸ ਦੀ ਜੋ ਹੈ ਕੁਆਂਟੀਟੀ ਜੋ ਹੈ ਉਹ ਵੱਧ ਗਈ ਹੈ। ਫਾਸਫੋਰਸ ਐਂਡ ਸਲਫੇਟਸ ਵਗੈਰਾ ਇਹ ਸਭ ਕੀ ਹੈ, ਇਹ ਡਿਟਰਜੈਂਟਸ ਨੇ ਜਿਹੜੇ ਅਸੀਂ ਵਾਟਰ ਡੇਲੀ ਹਾਊਸ ਹੋਲਡ ਵਰਕ ਦੇ ਵਿੱਚ which we use detergents, soap, surf and dishwashers, all these are detergents। ਇਹਨਾਂ ਦੇ ਵਿੱਚ ਸਾਡੇ ਕੋਲ ਨਿਕਲਦਾ ਫੋਸਫੋਰਸ, ਜਿਹਦੇ ਕਰਕੇ ਸਾਡੇ ਫਰੈਸ਼ ਵਾਟਰ ਬੋਡੀਜ਼ ਦੇ ਵਿੱਚ ਨੇ ਉਹ ਆ ਜਾਂਦੇ ਨੇ। ਹੁਣ ਤੁਹਾਡੇ ਕੋਲ ਅੱਗੇ ਇੱਕ ਫੋਟੋ ਆਏਗੀ ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਤੁਹਾਨੂੰ ਦਿਖਾਵਾਂਗੇ ਡਾਊਨ ਟੂ ਅਰਥ ਦਾ ਇਹਨਾਂ ਦਾ ਹੈ ਡਿਟਰਜੈਂਟਸ ਥ੍ਰੈਟਨ ਇੰਡੀਆਜ਼ ਵਾਟਰ ਬੋਡੀਜ਼, ਕਿ ਜਿਹੜੇ ਵੀ ਅਸੀਂ ਡਿਟਰਜੈਂਟ ਆਪਾਂ ਯੂਜ਼ ਕਰਦੇ ਆ ਘਰਾਂ ਦੇ ਵਿੱਚ ਉਹ ਸਾਰਾ ਦਾ ਸਾਰਾ ਵਾਟਰ ਬੋਡੀ ਦੇ ਉੱਤੇ ਝੱਗ ਬਣ ਕੇ ਜੋ ਹੈ ਉਹ ਫਰੰਟ ਉਹਨੂੰ ਕਵਰ ਕਰ ਲੈਂਦਾ ਹੈ। ਇਹ ਸਾਡੇ ਕੋਲ ਅੱਗੇ ਫੋਟੋ ਆਏਗੀ ਇੱਕ, ਤੁਹਾਨੂੰ ਆਈ ਟੈਲ ਯੂ ਵਾਟ। ਫਰਟੀਲਾਈਜ਼ਰ ਯੂਟ੍ਰੋਫਿਕੇਸ਼ਨ ਪ੍ਰੋਸੈਸ ਕੀ ਹੈ, ਇਸ ਜਿਹੜਾ ਮੈਂ ਤੁਹਾਨੂੰ ਹਲੇ ਪਹਿਲਾਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜੋ ਫਰਟੀਲਾਈਜ਼ਰਸ ਔਰ ਡੀਡੀਟੀਜ਼ ਔਰ ਯੂਰੀਆ ਇਹ ਸਾਰਾ ਆਪਾਂ ਯੂਜ਼ ਕਰਦੇ ਆ ਆਪਣੀ ਕ੍ਰੌਪ ਦੇ ਵਿੱਚ, ਇਹ ਲੀਚਿੰਗ ਕਰਕੇ ਲੀਚਿੰਗ ਹੋ ਜਾਂਦੀ ਹੈ ਇਹਦੀ, ਔਰ ਇਹ ਡਾਇਰੈਕਟਲੀ ਔਰ ਇਨਡਾਇਰੈਕਟਲੀ ਅੱਗੇ ਵਾਟਰ ਬੋਡੀਜ਼ ਦੇ ਵਿੱਚ ਅੱਗੇ ਜਾਣਾ ਟ੍ਰਾਂਸਫਰ ਹੋ ਜਾਂਦੇ, ਇਹ ਅੱਗੇ ਲੀਚਿੰਗ ਪ੍ਰੋਸੈਸ ਨੇ, ਰਨ ਆਫ ਪਾਣੀ ਦੇ ਵਿੱਚ ਚਲੇ ਜਾਂਦੇ ਨੇ। ਇਹ ਜੋ ਗ੍ਰੀਨ ਤੁਸੀਂ ਦੇਖ ਰਹੇ ਹੋ ਇਹ ਹੈ ਐਲਗੀ, ਇਹ ਐਲਗੀ ਬਣਨਾ ਸਟਾਰਟ ਹੋ ਜਾਂਦੀ ਹੈ, ਜਿਹਦੇ ਕਰਕੇ
ਜਦੋਂ ਐਲਗੀ ਪੂਰੇ ਵਾਟਰ ਨੂੰ ਕਵਰ ਕਰ ਲੇਗੀ ਤਾਂ ਇਹ ਸਨ ਰੇਜ਼ ਨੂੰ ਬਲੌਕ ਕਰ ਦੇਗੀ। ਜਦੋਂ सन रेज ब्लॉक हो जाएगी तो अंदर डिजोल्व्ड ऑक्सीजन जो है वो खत्म होनी स्टार्ट हो जाती है। वो अपने आप खत्म नहीं होती क्योंकि एल्गी कंज्यूम डिजोल्व्ड ऑक्सीजन इन द वाटर विच इज आल्सो कंज्यूम्ड बाय द फिशेस। ਜਦੋਂ ऑक्सीजन नहीं रहिंदी ਤਾਂ ਫਿਸ਼ ਨੂੰ ਫਿਸ਼ ਸਫੋਕੇਟਸ ਹੋ ਜਾਂਦੀ ਹੈ ਔਰ ਐਲਗੀ ਔਰ ਫਿਸ਼ेस ਇਹ ਜੋ ਸਾਰੇ ਨੇ ਉਹ ਮਰੀਨ ਜੋ ਪੋਪੂਲੇਸ਼ਨ ਹੈ ਉਹਨੂੰ ਖਤਮ ਕਰਦੀ ਹੈ। ਬਟ ਇਹ ਸਾਰੇ ਪ੍ਰੋਸੈਸ ਨੂੰ ਕਹਿੰਦੇ ਨੇ ਯੂਟ੍ਰੋਫਿਕੇਸ਼ਨ ਪ੍ਰੋਸੈਸ। ਇਹ ਸਾਡੀ ਆਪਦੀ ਦੇਣ ਹੈ। ਵੈਸੇ ਅਦਰਵਾਈਜ਼ ਇਟ ਇਜ਼ ਆਲਸੋ ਨੈਚੁਰਲ ਪ੍ਰੋਸੈਸ ਬਟ ਇਟ ਇਜ਼ ਅ ਮੈਨ ਮੇਡ ਜ਼ਿਆਦਾ ਹੋ ਗਿਆ ਸਾਡੀ ਇੰਟਰਵੈਂਸ਼ਨਸ ਦੇ ਕਰਕੇ ਜ਼ਿਆਦਾ ਜਲਦੀ ਪ੍ਰੋਸੈਸ ਸਟਾਰਟ ਹੋ ਗਿਆ ਬਟ ਅਦਰਵਾਈਜ਼ ਇਟ ਇਜ਼ ਅ ਨੈਚੁਰਲ ਪ੍ਰੋਸੈਸ ਆਲਸੋ ਬਟ ਇਟ ਇਜ਼ ਕਾਜ਼ ਆਫ ਦ ਹਾਲਾਂਕਿ ਨੈਚੁਰਲ ਪ੍ਰੋਸੈਸ ਹੈ ਬਟ ਇੱਕ ਬਹੁਤ ਟਾਈਮ ਸਪੈਨ ਵੱਡਾ ਟਾਈਮ ਸਪੈਨ ਤੋਂ ਬਾਅਦ ਹੀ ਇਹ ਅਫੈਕਟ ਕਰਦਾ ਹੈ। here which we can see नाइट्रोजन एंड फास्फोरस है वो सेटल हो जाते हैं नीचे। ऑक्सीजन दी एल्गी मरन लग जाती है बिकॉज ऑक्सीजन दी क्वांटिटी वो घट जाती है। दिस ऑल आर द सेम थिंग। यूट्रोफिकेशन अ मैन मेड डिजास्टर इट इज अ मैन हालांकि नेचुरल भी है बट ये मैन मेड दी ह्यूमन दी इंटरफेरेंस करके ज्यादा होने लग गया है। इट इज करैक्टराइज्ड बाय एक्सेसिव प्लांट एंड एल्गी ग्रोथ। ये है कि ये इनके करके सब तो ज्यादा प्लांट और एल्गी ग्रोथ हो जाती है वाटर बॉडीज ਦੇ ਵਿੱਚ। ਇਟਸ ਅ ਕਲਚਰਲ ਇਹਨੂੰ ਕਲਚਰਲ ਯੂਟ੍ਰੋਫਿਕੇਸ਼ਨ ਵੀ ਕਹਿੰਦੇ ਨੇ। इनदे एनवायरमेंटल और इकोलॉजिकल सोशल इकोनॉमिक इंपैक्ट की है यूट्रोफिकेशन दे। सब तो पहला इकोलॉजिकल इफेक्ट्स रिडक्शन इन बायोडाइवर्सिटी। बायोडाइवर्सिटी ਦੀ ਐਲਗੀ ਵਗੈਰਾ ਅਗਰ ਆ ਜਾਂਦੀ ਹੈ ਤਾਂ ਉਹਨਾਂ ਨੂੰ ਕੰਜ਼ਿਊਮ ਕਰਨਾ ਸਟਾਰਟ ਕਰ ਦਿੰਦੇ ਨੇ। ਠੀਕ ਹੈ, ਉਹਦੀ ਗਰੋਥ ਨੂੰ ਕੱਟ ਕਰ ਦਿੰਦੇ ਨੇ ਤਾਂ ਇਕੋਲੋਜੀਕਲ ਇਫੈਕਟ ਹੈ। ਚੇਂਜ ਇਨ ਦ ਸਟਰਕਚਰ ਐਂਡ ਫੰਕਸ਼ਨਿੰਗ ਆਫ ਮੈਰੀਨ ਇਕੋਸਿਸਟਮ obviously because of the dissolved oxygen, decrease in dissolved oxygen, fishes die due to the suffocation। ਤਾਂ ਉਹਦੀ ਫੰਕਸ਼ਨ ਸਟਰਕਚਰ ਐਂਡ ਫੰਕਸ਼ਨ ਨੂੰ ਵੀ ਮੈਰੀਨ ਇਕੋਸਿਸਟਮ ਦੇ ਉਹਨੂੰ ਚੇਂਜ ਕਰਦੀ ਹੈ। then we having a socio economic effect also कि reduction in natural source of demersal fish and shellfish। ਇਹ ਨੈਚੁਰਲ ਰਿਸੋਰਸ ਜਿਹੜੇ ਹੁੰਦੇ ਨੇ ਜਿਨ੍ਹਾਂ ਕਰਕੇ ਇਹ ਬਣਦੀਆਂ ਨੇ ਫਿਸ਼ਸ ਆਪਣੇ ਆਪ ਜਨਰੇਟ ਹੁੰਦੀਆਂ ਨੇ ਉਹਨਾਂ ਦੇ ਉੱਤੇ ਵੀ ਇਹ ਅਸਰ ਪੈਂਦਾ ਹੈ। ਇਹ ਇਨਕਰੀਜ਼ ਇਨ ਰਿਸਕ ਆਫ ਪੋਇਜ਼ਨਿੰਗ ਆਫ ਐਨੀਮਲ ਇਨਕਲੂਡਿੰਗ ਹਿਊਮਨ ਬਾਈ ਐਲਗੀ ਟੌਕਸਿਨਸ। ਇਹ ਹਿਊਮਨਸ ਦੇ ਲਈ ਵੀ ਇੰਪੈਕਟਫੁਲ ਹੈਗੀ ਹੈ। ਇਹ ਇਨਕਮ ਟੂਰਿਜ਼ਮ ਦੇ ਲਈ ਵੀ ਬਹੁਤ ਵੱਡਾ ਖਤਰਾ ਹੈ। ਕਈ ਵਾਰੀ ਅਸੀਂ ਘੁੰਮਣ ਜਾਂਦੇ ਹਾਂ ਲੇਕ ਵਗੈਰਾ ਦੇਖਣ ਲਈ ਬਟ ਉੱਥੇ ਬਹੁਤ ਗ੍ਰੀਨ ਇੱਕ ਪਰਤ ਜੰਮੀ ਵੀ ਹੁੰਦੀ ਹੈ ਉਹ ਐਲਗੀ ਹੀ ਹੈ। ਤਾਂ ਉਹ ਟੂਰਿਜ਼ਮ ਦੇ ਉੱਤੇ ਵੀ ਕਾਫੀ ਜ਼ਿਆਦਾ ਇਹਨਾਂ ਨੇ ਇੰਪੈਕਟ ਕੀਤਾ ਹੈ। ਰਿਡਿਊਸ ਇਨਕਮ ਫਰੋਮ mariculture of fish and shellfish, again it is the same thing। Organic pollutants, there is a report from scientific reports like organic pollutants of rivers combined threats of urbanization, livestock farming and global climate change। organic pollution जो river ਦਾ ਹੈ ਇਹਦੇ ਕਈ ਤਰ੍ਹਾਂ ਦੇ ਇਫੈਕਟ ਪੈ ਰਹੇ ਨੇ। ਇਹ ਤਿੰਨ ਚੀਜ਼ਾਂ ਦੇ ਉੱਤੇ ਥ੍ਰੈਟ ਕਰ ਰਿਹਾ ਸਾਨੂੰ ਕਿਤੇ ਅਰਬਨਾਈਜੇਸ਼ਨ ਕਰਕੇ, ਲਾਈਵ ਸਟਾਕ ਫਾਰਮਿੰਗ ਕਰਕੇ और ग्लोबल climate change करके। again we having a one more article published by the scientific world journal which publish होया है। so persistent organic pollutants in fresh water ecosystem, what is it? persistent organic pollutants ਕਿੰਨੀ ਜ਼ਿਆਦਾ ਮਾਤਰਾ ਹੈਗੀ ਹੈ ਪੋਲਿਊਟੈਂਟਸ ਦੀ ਫਰੈਸ਼ ਇਕੋਸਿਸਟਮ ਦੇ ਵਿੱਚ। ਇਹਨੂੰ ਪੀਓਪੀ ਤੋਂ ਅੱਗੇ ਅਸੀਂ ਰੈਫਰ ਕਰਾਂਗੇ persistent organic pollutants। ਇਹ ਹੈ ਕੀ ਚੀਜ਼? what are the persistent organic pollutants? ਇਹ ਸਭ ਤੋਂ ਜ਼ਿਆਦਾ ਵਧਣਾ ਸਟਾਰਟ ਹੋ ਜਾਂਦੇ ਨੇ ਜਦੋਂ ਇਹ ਇਨਵਾਇਰਨਮੈਂਟ ਦੇ ਵਿੱਚ ਐਂਟਰ ਹੋ ਜਾਂਦੇ ਨੇ। ਵਾਈਡ ਸਪਰੈਡ ਅਕਰੈਂਸ ਇਹਨਾਂ ਦੀ ਸਭ ਤੋਂ ਜ਼ਿਆਦਾ ਫੈਲਣਾ ਸਟਾਰਟ ਹੋ ਜਾਂਦੇ ਨੇ। लॉन्ग टर्म परसिस्टेंस है, ज्यादा देर तक ये इन्वायरमेंट ਦੇ ਵਿੱਚ ਰਹਿੰਦੇ ਨੇ और स्ट्रॉन्ग रेजिस्टेंस है, ज्यादा जल्दी बाहर नहीं निकलते इन्वायरमेंट इकोसिस्टम चों। लॉन्ग रेंज ट्रांसपोर्टेशन है, ਇਹ ਇੱਕ ਜਗ੍ਹਾ ਦੇ ਉੱਤੇ ਹੀ ਸੈਟਲਡ ਨਹੀਂ ਹੁੰਦੇ, ਇਹ ਆਪਣੀ ਪੋਜੀਸ਼ਨ ਚੇਂਜ ਕਰਦੇ ਰਹਿੰਦੇ ਨੇ। high by accumulation, there are two concepts of by accumulation and by magnification। we will discuss in the next other slides।
potentially significant impact on human health and ecosystem। ਤੇ ਇਹਨਾਂ ਦਾ ਜੋ POPs ਨੇ ਇਹਨਾਂ ਦਾ ਹਿਊਮਨ ਹੈਲਥ ਔਰ ਈਕੋਸਿਸਟਮ ਦੇ ਉੱਤੇ ਕਾਫੀ ਜ਼ਿਆਦਾ ਇਫੈਕਟ ਪੈਂਦਾ ਹੈ। ਸਮ ਇਮਰਜਿੰਗ POPs ਨੇ, ਇਹ ਤੁਹਾਡੇ ਕੋਲੇ ਨੇਮ ਦਿੱਤੇ ਹੋਏ ਨੇ। DDT ਤਾਂ obviously everybody knows that ਨਾ, ਇਹਦਾ ਇੰਪੈਕਟ ਜਲਦੀ ਨਹੀਂ ਜਾਂਦਾ ਸੀ। PBD, PFOS, all these are the emerging POPs, persistent organic pollutants। Bioaccumulation and biomagnification, there are the two terms, right? First of all, we will talk about the bioaccumulation. Bioaccumulation actually it take place in a single organism over a span of its life, resulting in a higher concentration older individuals। like what it is ਕਿ ਜਦੋਂ ਵੀ ਅਸੀਂ ਬਾਇਓ ਐਕੂਮੂਲੇਸ਼ਨ ਕੀ ਹੈ ਕਿ ਇੱਕ ਹਿਊਮਨ ਦੇ ਵਿੱਚ ਐਗਜ਼ਿਸਟ ਕਰਦਾ ਹੈ, ਹਿਊਮਨ ਡਾਇਰੈਕਟਲੀ ਹਿਊਮਨ ਬੋਡੀ ਨੂੰ ਅਫੈਕਟ ਕਰਦਾ ਹੈ ਕਿ ਇਹ ਚੀਜ਼ ਅਗਰ ਕੋਈ ਅਸੀਂ ਟੌਕਸਿਕ ਚੀਜ਼, ਐਨੀ ਟੌਕਸਿਕ ਥਿੰਗ ਵਿਚ ਵੀ ਕੰਜ਼ਿਊਮ ਡਾਇਰੈਕਟਲੀ, ਇਹ ਆਪਣੀ ਬੋਡੀ ਦੇ ਵਿੱਚ ਵਧਣਾ ਸਟਾਰਟ ਹੋ ਜਾਂਦੇ ਨੇ ਔਰ ਇਹ ਅੱਗੇ ਜ਼ਿਆਦਾ ਐਕਸੈਸ ਹੋਣਾ ਸਟਾਰਟ ਹੁੰਦਾ। ਵਾਟ ਆਰ ਦ ਟੌਕਸਿਕ, ਔਰ ਅਸੀਂ ਇਹਨੂੰ ਕਿਵੇਂ ਕੰਜ਼ਿਊਮ ਕਰਦੇ ਹਾਂ। ਅਗਰ ਕੋਈ ਵੀ ਫੂਡ ਵਿੱਚ, ਅਗਰ ਕਿਸੇ ਵੀ ਫੂਡ ਦੇ ਵਿੱਚ ਵੀ ਟੇਕ ਇਟ ਇਜ਼ ਕੰਟੈਮੀਨੇਟਡ ਔਰ ਹੈਵਿੰਗ ਅ ਪਰਸਿਸਟੈਂਟ ਆਰਗੈਨਿਕ ਪੋਲਿਊਟੈਂਟ, ਅਗਰ ਉਹਦੇ ਵਿੱਚ ਹੈ ਔਰ ਅਗਰ ਅਸੀਂ ਉਹਨੂੰ ਖਾ ਲਿਆ ਤੇ ਆਪਣੀ ਬੋਡੀ ਦੇ ਵਿੱਚ ਇਹ ਚਲਾ ਜਾਏਗਾ ਔਰ ਇਹ ਅੱਗੇ ਜਾ ਕੇ ਵਧਣਾ ਸਟਾਰਟ ਹੋ ਜਾਂਦਾ ਹੈ, ਵਧਣਾ ਸਟਾਰਟ ਹੋ ਜਾਂਦਾ ਹੈ, ਯਾਨੀ ਕਿ ਇਨਕਰੀਜ਼ ਹੋਣ ਲੱਗ ਜਾਂਦਾ ਆਪਣੀ ਬੋਡੀ ਦੇ ਵਿੱਚ ਹੀ, ਰਾਈਟ। ਜਿਵੇਂ ਫਰਟੀਲਾਈਜ਼ਰਸ ਨੇ, ਇਹ ਆਪਣੀ ਕ੍ਰੌਪ ਦੇ ਵਿੱਚ ਯੂਜ਼ ਹੁੰਦੇ ਨੇ ਔਰ ਅਗਰ ਇਹ ਕ੍ਰੌਪਸ ਦੇ ਵਿੱਚ ਅਗਰ ਆਪਾਂ ਨੂੰ ਉਸੇ ਚੀਜ਼ ਨੂੰ ਆਪਾਂ ਕੰਜ਼ਿਊਮ ਕਰ ਰਹੇ ਹਾਂ, ਹੈਗਾ ਤਾਂ ਉਹ ਇੱਕ ਤਰ੍ਹਾਂ ਦਾ ਟੌਕਸਿਕ ਮਟੀਰੀਅਲ ਹੀ ਹੈ, ਤਾਂ ਉਹ ਜ਼ਹਿਰੀ, ਠੀਕ ਹੈ। ਜੇ ਅਗਰ ਆਪਾਂ ਉਹਨੂੰ ਕੰਜ਼ਿਊਮ ਕਰਨਾ ਸਟਾਰਟ ਕਰ ਦਈਏ ਤਾਂ ਡਾਇਰੈਕਟਲੀ ਉਹ ਹਿਊਮਨ ਬੋਡੀ ਦੇ ਵਿੱਚ ਐਂਟਰ ਹੋ ਜਾਂਦੇ ਨੇ ਔਰ ਇਸ ਐਂਟਰ ਦੇ ਕਰਕੇ ਇਹ ਆਪਣੇ ਆਪ ਨੂੰ ਇਨਕਰੀਜ਼ ਕਰਨਾ ਸਟਾਰਟ ਕਰ ਦਿੰਦੇ ਨੇ, ਰਾਈਟ। ਉਹਨੂੰ ਕਹਿੰਦੇ ਨੇ ਬਾਇਓ ਐਕੂਮੂਲੇਸ਼ਨ। ਬਾਇਓ ਮੈਗਨੀਫਿਕੇਸ਼ਨ ਕੀ ਹੈ, ਇਹ ਵੀ ਇਸ ਤਰ੍ਹਾਂ ਦੀ ਪ੍ਰੋਸੈਸ ਹੈ। It chemical transfers from lower trophic level to higher trophic levels within a food web and resulting in a higher concentration in apex predators। like अगर suppose किसी marine life ਦੇ ਵਿੱਚ ਅਗਰ ਆਪਾਂ ਗੱਲ ਕਰੀਏ, marine life यानी कि fishes जो है, कोई भी टॉक्सिक मटेरियल अगर वो कंज्यूम कर देंगे, लाइक मरकरी अगर उन्होंने खा ली, एक स्मॉल फिश है, इट कंज्यूम द मरकरी कंटेमिनेटेड और टॉक्सिक थिंग, राइट। और उसनु कंज्यूम किया एक बिग फिश ने, उस बिग फिश नु अगे फिशरमैन ने, और फिशरमैन ने डायरेक्ट जो है आगे सेल कर दिता और अगे फिर इन्होंने ह्यूमन जो है अपनी फूड चेन दे विच लेके आ गए ने, ठीक है। और है कि ये फूड चेन दे विच जदों कोई भी चीज एंटर कर जाती है, उसनु अगर ह्यूमन जो है अगे लेना स्टार्ट कर देंगे ने, उन्होंने बायो मैग्निफिकेशन कहते हैं, अंडरस्टूड। जो डायरेक्टली ह्यूमन कंज्यूम करते हैं वो बायो एक्यूमुलेशन है, और ये अगर फूड वैब दे विच या फूड चेन दे विच जो टॉक्सिक मटीरियल एंटर कर जाता है उन्होंने बायो मैग्निफिकेशन कहते हैं। Now we are having some of the different type of conventions on POPs। यही अलग अलग तरह के ने। After that we will discuss about the steps taken by the Indian government। Okay, first of all there are some conventions। First of all it is a Stockholm Convention। Stockholm, it is a city in Sweden। स्वीडन ਦੇ ਵਿੱਚ ਇੱਕ ਸਿਟੀ ਸਟਾਕਹੋਮ, ਉੱਥੇ ਇੱਕ ਕਨਵੈਨਸ਼ਨ ਹੋਈ ਸੀ ਪਰਸਿਸਟੈਂਟ ऑर्गेनिक पोल्यूशंस ਦੇ ਰਿਗਾਰਡਿੰਗ। ਇਹਨਾਂ ਨੇ ਕੀ ਕਿਹਾ ਕਿ ਇਟ ਇਜ਼ ਅ ਗਲੋਬਲ ਟ੍ਰੀਟੀ ਟੂ ਪ੍ਰੋਟੈਕਟ ਹਿਊਮਨ ਹੈਲਥ ਐਂਡ ਇਨਵਾਇਰਨਮੈਂਟ ਫਰਮ ਪਰਸਿਸਟਿੰਗ ਆਰਗੈਨਿਕ ਪੋਲਿਊਟੈਂਟਸ। ਓਵਰਆਲ ਸਾਰਿਆਂ ਨੂੰ ਇਹਨਾਂ ਦੇ ਵਿੱਚ ਕੰਜ਼ਿਊਮ ਕਹਿੰਦੇ ਨੇ, ਨਾਟ ਕੰਜ਼ਿਊਮ, ਸਾਰਿਆਂ ਨੇ ਉਹਨਾਂ ਨੇ ਕਾਊਂਟ ਕੀਤਾ ਸੀਗਾ ਕਿ ਹਿਊਮਨ ਹੈਲਥ ਨੂੰ ਅਸੀਂ ਸੈਂਟਰ ਦੇ ਵਿੱਚ ਰੱਖਦੇ ਹੋਏ ਇੱਕ ਗਲੋਬਲ ਟ੍ਰੀਟੀ ਸਾਈਨ ਕਰਾਂਗੇ, ਜਿੰਦੇ ਵਿੱਚ ਅਸੀਂ ਇਨਵਾਇਰਨਮੈਂਟ ਦੇ ਵਿੱਚ ਹਿਊਮਨ POP ਜੋ ਹੈ ਉਹਦੀ ਕੁਆਂਟੀਟੀ ਹੈ ਉਸਨੂੰ ਘੱਟ ਕਰਨਾ ਹੈ। ਓਕੇ, ਜਿੰਦੇ ਵਿੱਚ ਓਵਰ 152 ਕੰਟਰੀਜ਼ ਰੈਟੀਫਾਈਡ ਦ ਕਨਵੈਨਸ਼ਨ, ਉਹਨਾਂ ਨੇ ਇਹਨੂੰ ਮੰਨਿਆ ਵੀ ਹੈ, ਐਂਡ ਇਟ ਐਂਟਰਡ ਇਨਟੂ ਫੋਰਸ ਔਨ 17 ਮਈ 2004। ਇੱਕ ਕਈ ਵਾਰੀ ਕੀ ਹੁੰਦਾ ਕਿ ਕੁਐਸਚਨਸ ਇਦਾਂ ਦੇ ਆ ਜਾਂਦੇ ਕਿ ਇੰਡੀਆ ਇਹਦਾ ਪਾਰਟ ਹੈ ਕਿ ਨਹੀਂ ਸਟਾਕਹੋਮ ਕਨਵੈਨਸ਼ਨ ਦਾ। ਸੋ ਦ ਆਨਸਰ ਇਜ਼ ਯੈਸ,
आफ्टर 2 years ਸਟਾਕਹੋਮ ਕਨਵੈਨਸ਼ਨ ਦੇ ਵਿੱਚ 2007 ਦੇ ਵਿੱਚ ਇੰਡੀਆ ਨੇ ਇਹਨੂੰ ਰੈਟੀਫਾਈ ਕੀਤਾ ਔਰ ਇਹਦੇ ਤੇ ਸਾਈਨ ਵਗੈਰਾ ਕੀਤੇ ਨੇ। is India party to Stockholm Convention by ratifying Stockholm Convention? Okay, 2007, 7, not 6, 6, not 7. On January 12, 2006, 2004 ਦੇ ਵਿੱਚ ਆਈ ਸੀਗੀ। I said actually right and write the wrong thing. After 2 years, यानी कि 2 years ਤੋਂ ਬਾਅਦ ਹੀ 2006 ਦੇ ਵਿੱਚ ਇੰਡੀਆ ਜੋ ਹੈ ਉਹ ਸਟਾਕਹੋਮ ਕਨਵੈਨਸ਼ਨ ਦਾ ਪਾਰਟ ਬਣ ਗਿਆ ਸੀ, ਉਹਨੂੰ ਰੈਕਟੀਫਾਈ ਕਰਤਾ ਸੀ। ਦੈਨ ਇਹਦਾ ਹੈ ਕਿ ਵਿੱਚ ਇਸ ਵਿੱਚ ਗਲੋਬਲ ਇਨਵਾਇਰਨਮੈਂਟਲ ਫੈਸਿਲਿਟੀ ਫਾਈਨੈਂਸ ਮੈਕੈਨਿਜ਼ਮ ਹੈ ਸਟਾਕਹੋਮ ਕਨਵੈਨਸ਼ਨ ਦੇ ਵਿੱਚ। ਇਹ ਗਲੋਬਲ ਇਨਵਾਇਰਨਮੈਂਟਲ ਫੈਸਿਲਿਟੀ ਇਟ ਇਜ਼ ਅ ਡੈਜ਼ਿਗਨੇਟਡ ਇੰਟਰੀਮ ਫਾਈਨੈਂਸ਼ੀਅਲ ਮੈਕੈਨਿਜ਼ਮ ਫॉर ਸਟਾਕਹੋਮ ਕਨਵੈਨਸ਼ਨ। ਇਹਨਾਂ ਨੂੰ ਫਾਈਨੈਂਸਿਸ ਜੋ ਹੈ ਪੈਸੇ ਵਗੈਰਾ ਨੇ ਉਹ ਗਲੋਬਲ ਇਨਵਾਇਰਨਮੈਂਟਲ ਫੈਸਿਲਿਟੀਜ਼ ਹੈ ਇੱਥੋਂ ਡੈਜ਼ਿਗਨੇਟ ਕੀਤਾ ਜਾਂਦਾ ਹੈ। ਇਟ ਇਜ਼ ਅ ਯੂਨੀਕ ਪਾਰਟਨਰਸ਼ਿਪ ਹੈ ਜਿਹਦੇ ਵਿੱਚ 18 ਏਜੰਸੀਜ਼ ਨੇ ਪਾਰਟਿਸਿਪੇਟ ਕੀਤਾ ਹੋਇਆ ਹੈ। ਇਸ ਵਿੱਚ ਇਨਕਲੂਡ ਹੁੰਦੀ ਹੈ ਯੂਨਾਈਟਿਡ ਨੇਸ਼ਨ ਏਜੰਸੀਜ਼, ਯੂਐਨ ਦੀਆਂ ਜਿੰਨੀਆਂ ਏਜੰਸੀਜ਼ ਹੈ, ਮਲਟੀਲੇਟਰਲ ਗਵਰਨਮੈਂਟਲ ਬੈਂਕਸ ਆਉਂਦੇ ਨੇ, ਕਈ ਤਰ੍ਹਾਂ ਦੇ ਅਦਰ ਗਵਰਨਮੈਂਟਸ ਦੇ ਬੈਂਕ ਨੇ ਕੰਟਰੀਜ਼ ਦੇ, ਨੈਸ਼ਨਲ ਐਂਟਾਈਟਲਸ ਐਂਡ ਇੰਟਰਨੈਸ਼ਨਲ ਐਨਜੀਓਜ਼ ਇਹਦਾ ਪਾਰਟ ਨੇ। ਇਹ ਕਿਹਦੀ ਗੱਲ ਹੋ ਰਹੀ ਹੈ ਇਸ ਵੇਲੇ? ਸਟਾਕਹੋਮ ਕਨਵੈਨਸ਼ਨ ਦੀ, ਸਟਾਕਹੋਮ ਕਨਵੈਨਸ਼ਨ ਦੀ, ਔਰ ਜਿਹਦੇ ਵਿੱਚ ਗਲੋਬਲ ਇਨਵਾਇਰਨਮੈਂਟਲ ਫੈਸਿਲਿਟੀਜ਼ ਨੂੰ ਦਿੱਤੀ ਜਾਂਦੀ ਹੈ। ਇਹ ਸਟੈਬਲਿਸ਼ ਕੀਤੀ ਗਈ ਸੀ 1992 ਦੇ ਵਿੱਚ ਰੀਓ ਅਰਥ ਸਮਿਟ ਵਿੱਚ ਹੋਇਆ ਸੀ। ਇਸ ਦੇ ਵਿੱਚ ਕਈ ਤਰ੍ਹਾਂ ਦੀ ਹੋਰ ਵੀ ਕਈ ਚੀਜ਼ਾਂ ਇੰਟਰੋਡਿਊਸ ਕੀਤੀਆਂ ਗਈਆਂ ਸੀ ਰੀਓ ਕਨਵੈਨਸ਼ਨ ਦੇ ਵਿੱਚ, ਜਿਹਦੇ ਵਿੱਚ ਗਲੋਬਲ ਇਨਵਾਇਰਨਮੈਂਟਲ ਫੈਸਿਲਿਟੀ ਇਜ਼ ਆਲਸੋ ਅ ਪਾਰਟ ਆਫ that. It is a catalyst for action on environment. So Indian Express ਦਾ ਇੱਕ ਆਰਟੀਕਲ ਹੈ ਐਕਸਪਲੇਨ ਕੀਤਾ ਹੈ ਜਿਹਦੇ ਵਿੱਚ what are forever chemicals, forever ਨਾਮ ਤੋਂ ਹੀ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ, ਜਿਹੜੇ ਕਿ ਹਮੇਸ਼ਾ ਦੇ ਹਮੇਸ਼ਾ ਅਫੈਕਟ ਕਰਦੇ ਰਹਿੰਦੇ ਨੇ ਔਰ ਹਮੇਸ਼ਾ ਹੀ ਪ੍ਰੈਜ਼ੈਂਟ ਰਹਿੰਦੇ ਨੇ। that are contaminating rain water globally, ਰੇਨ ਵਾਟਰ ਦੀ ਸਪੈਸੀਫਿਕਲੀ ਗੱਲ ਕੀਤੀ ਗਈ ਇਹਦੇ ਵਿੱਚ। ਸੋ ਇਹ ਅਸੀਂ ਦੇਖਾਂਗੇ ਫੋਰਐਵਰ ਕੈਮੀਕਲਸ ਕੀ ਨੇ, ਇਹਨਾਂ ਦਾ ਕੀ ਇੰਪੈਕਟ ਹੈ। ਦੇ ਆਰ ਦਾ ਇਹ ਉਹ ਕੈਮੀਕਲਸ ਨੇ ਜਿਨ੍ਹਾਂ ਦੀ ਟੈਂਡੈਂਸੀ ਟੂ ਸਟਿਕ ਅਰਾਊਂਡ ਦਾ ਐਟਮੋਸਫੇਅਰ ਜੋ ਹੈ ਉਹ ਵੱਧਦੀ ਹੈ। देयर tendency to stick around in the atmosphere, rain water and soil for long period of time ਜ਼ਿਆਦਾ ਹੁੰਦੀ ਹੈ ਇਹਨਾਂ ਦੀ। ਇਹਨਾਂ ਨੂੰ ਇਸੇ ਕਰਕੇ ਫੋਰਐਵਰ ਨਾਮ ਤੋਂ ਹੀ ਹੈ ਕਿ ਹਮੇਸ਼ਾ ਤੋਂ ਚੱਲਦੇ ਆ ਰਹੇ ਕੈਮੀਕਲਸ ਫੋਰਐਵਰ ਅੱਗੇ ਵੀ ਰਹਿਣਗੇ, ਠੀਕ ਹੈ। ਤਾਂ ਇਹ ਉਦਾਂ ਦੇ ਕੈਮੀਕਲਸ ਨੇ ਜੋ ਐਟਮੋਸਫੇਅਰ, ਰੇਨ ਵਾਟਰ ਔਰ ਸੋਇਲ ਦੇ ਵਿੱਚ ਜ਼ਿਆਦਾ ਲੰਬੇ ਫॉर ਲੌਂਗ ਪੀਰੀਅਡ ਆਫ ਟਾਈਮ ਦੇ ਸਰਵਾਈਵ। what are the PFAs? according to the US Center for Disease Control and Prevention, Center of Disease Control and Prevention, CDC, man-made chemicals used to make non-toxic cookware, non-toxic cookware, non-stick cookware ਕਿਹੜੇ ਨੇ? non-stick ਤਵੇ, ਕੁੱਕਰ, ਜਿਹੜੇ ਅਸੀਂ ਬਰਤਨ ਜਿਹੜੇ ਨੇ ਯੂਟੈਂਸਿਲਸ ਨੇ ਉਹ ਆਪਾਂ ਯੂਜ਼ ਕਰਦੇ ਹਾਂ, non-stick ਯੂਜ਼ ਕਰਦੇ ਨੇ, ਉਹਨਾਂ ਦੇ ਵਿੱਚ ਕੈਮੀਕਲਸ ਜਿਹੜੇ ਪਾਏ ਜਾਂਦੇ ਨੇ। ਵਾਟਰ ਰੈਪਲੈਂਟ ਕਲੋਥਿੰਗ ਯਾਨੀ ਕਿ ਵਾਟਰਪ੍ਰੂਫ ਕੱਪੜੇ, ਸਟੇਨ ਰੈਜ਼ਿਸਟੈਂਸ ਫੈਬਰਿਕ ਇਦਾਂ ਦੇ ਜਿਨ੍ਹਾਂ ਤੇ ਦਾਗ ਨਹੀਂ ਲੱਗਦੇ, ਕਾਸਮੈਟਿਕਸ, ਫਾਇਰ ਫਾਈਟਿੰਗ ਫੋਮਸ and many other products that resist grease, water and oil। ਜਿਹੜੇ ਵੀ ਸਾਨੂੰ ਗਰੀਸ ਯਾਨੀ ਕਿ ਕੁਝ ਵੀ ਚਿਕਨਾ, ਆਇਲ ਔਰ ਪਾਣੀ ਤੋਂ ਸਾਨੂੰ ਰੈਜ਼ਿਸਟਿੰਗ ਆਉਂਦੇ, ਵਾਟਰਪ੍ਰੂਫ ਘੜੀਆਂ, ਇਹ ਸਾਰਾ ਕੁਝ ਨੇ ਇਹਨਾਂ ਦੇ ਵਿੱਚ ਕੈਮੀਕਲਸ ਜੋ ਪਾਏ ਜਾਂਦੇ ਨੇ, ਇਹ ਉਹਨਾਂ ਦੇ ਉੱਤੇ ਗੱਲ ਕੀਤੀ ਗਈ ਹੈ। ਇਹ ਆਪਾਂ ਦੇਖ ਸਕਦੇ ਨੇ ਕਿ ਐਲੀਮੀਨੇਟ ਕਰਨ ਦੇ ਲਈ ਇਹਨਾਂ ਨੂੰ ਕਿਹਾ ਹੈ ਕਿ ਇਹ ਸਾਰੇ ਪੀਓਪੀਜ਼ ਨੇ, ਮੇਜਰ ਪੀਓਪੀਜ਼, ਇਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਐਲੀਮੀਨੇਟ ਕੀਤਾ ਜਾਵੇ ਸਟਾਕਹੋਮ ਕਨਵੈਨਸ਼ਨ ਦੇ ਵਿੱਚ, ਜਾਂ ਐਲੀਮੀਨੇਟ ਕੀਤਾ ਜਾਏ ਜਾਂ ਇਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਏ। ਬਿਲਕੁਲ ਬੰਦ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਏ। ਇਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਹੈ ਪਾਰਟੀਜ਼ ਮਸਟ ਟੇਕ ਮੈਜਰਸ ਟੂ ਐਲੀਮੀਨੇਟ ਦ ਪ੍ਰੋਡਕਸ਼ਨ ਐਂਡ ਯੂਜ਼ ਆਫ ਦ ਕੈਮੀਕਲਸ ਲਿਸਟਡ ਅੰਡਰ ਸੀ। ਇਹ ਸਾਰੇ ਦੇ ਵਿੱਚ specific exemptions are available। so ਉਹਨਾਂ ਨੇ ਕਿ ਐਲਡਰਾਈਨ, ਐਂਡਰਾਈਨ, ਇਹ ਸਾਰਿਆਂ ਤੋਂ ਤੁਸੀਂ ਨਾਮ ਅਸੀਂ ਆਪਾਂ ਯੂਜ਼ ਸੁਨੇ ਹੋਏ ਨੇ। ਤਾਂ ਇਹ ਜੋ ਇਹਨਾਂ ਨੇ ਕਿਹਾ ਸੀ ਕਿ ਇਹਨਾਂ ਦਾ ਕਨਵੈਨਸ਼ਨ ਦੇ ਵਿੱਚ ਕਿ ਇਹਨਾਂ ਦੇ ਯੂਜ਼ੇਜ ਨੂੰ ਘੱਟ ਕੀਤਾ ਜਾਏ ਜਾਂ ਬੈਨ ਕੀਤਾ ਜਾਏ।
DDT ਹੈ, ਇਹਦਾ ਯੂਸੇਜ ਹੁੰਦਾ ਹੀ ਹੈ ਬਿਲਕੁਲ, ਲੇਕਿਨ ਇਹਨਾਂ ਦੇ ਉੱਤੇ ਕਹਿ ਕੇ ਇਹਨਾਂ ਨੂੰ ਡਿਕਰੀਜ਼ ਕਰੋ, ਇਹਨਾਂ ਦੇ ਯੂਜ਼ ਨੂੰ, ਇਹਨਾਂ ਦੇ ਯੂਜ਼ ਨੂੰ ਡਿਕਰੀਜ਼ ਕੀਤਾ ਜਾਏ। ਨੈਕਸਟ ਵੀ ਹੈਵਿੰਗ ਅ ਰੋਟਰਡੈਮ ਕਨਵੈਨਸ਼ਨ। ਰੋਟਰਡੈਮ ਇਟ ਇਜ਼ ਅ ਸਿਟੀ ਇਨ ਨੀਦਰਲੈਂਡਸ, ਸਿਟੀ ਹੈਗੀ ਹੈ ਆਪਣੇ ਕੋਲੇ ਨੀਦਰਲੈਂਡ ਦੇ ਵਿੱਚ। ਇਹ ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਕੈਮੀਕਲ ਪ੍ਰੋਡਕਟ ਹੈ, ਪੈਸਟੀਸਾਈਡਸ ਵਗੈਰਾ ਹੈ, ਇਹਨਾਂ ਨੂੰ ਅਗਰ ਤੁਸੀਂ ਕਿਤੇ ਭੇਜਣਾ ਹੈ ਜਾਂ ਕਿਸੇ ਕੰਟਰੀ ਨੇ ਲੈਣਾ ਹੈ, ਠੀਕ ਹੈ, ਇੰਪੋਰਟ ਐਕਸਪੋਰਟ ਹੈ ਜਾਂ ਕੁਝ ਵੀ ਹੈ, ਤਾਂ ਇਹਨਾਂ ਨੂੰ ਪ੍ਰਾਇਰ ਇਨਫੋਰਮੇਸ਼ਨ ਦੇਣੀ ਪਏਗੀ ਔਰ ਕੰਸੈਂਟ ਪ੍ਰੋਸੀਜਰ ਨੂੰ ਫੋਲੋ ਕਰਨਾ ਪਏਗਾ। ਸੋ ਰੋਟਰਡੈਮ ਕਨਵੈਨਸ਼ਨ ਔਨ ਦ ਪ੍ਰਾਇਰ ਇਨਫੋਰਮਡ ਕੰਸੈਂਟ ਪ੍ਰੋਸੀਜਰ ਫॉर ਸਰਟਨ ਹਜ਼ਾਰਡੀਅਸ ਕੈਮੀਕਲਸ ਐਂਡ ਪੈਸਟੀਸਾਈਡਸ। ਅਗਰ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੈਮੀਕਲਸ ਔਰ ਪੈਸਟੀਸਾਈਡਸ ਨੂੰ ਯੂਜ਼ ਕਰਨ ਲੱਗੇ ਹੋ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ, ਜੋ ਕਿ ਫਰਸਟ ਪਾਰਟੀ ਜਿਹੜੀ ਲੈਣ ਵਾਲੀ ਹੈ ਆਫ ਡਿਫੈਂਸ ਅਗੇਂਸਟ ਹਜ਼ਾਰਡੀਅਸ ਕੈਮੀਕਲ, ਤਾਂ ਇਹਨਾਂ ਨੂੰ ਰੋਟਰਡੈਮ ਕਨਵੈਨਸ਼ਨ ਦੇ ਅੰਡਰ ਜੋ ਹੈ ਇਹਨਾਂ ਨੂੰ ਆਪਣੇ ਆਪ ਨੂੰ ਪਹਿਲਾਂ ਪ੍ਰਾਇਰ ਇਨਫੋਰਮੇਸ਼ਨ ਦੇਣੀ ਪਏਗੀ। ਇਟ ਪ੍ਰਮੋਟਸ ਇੰਟਰਨੈਸ਼ਨਲ ਐਫਰਟਸ ਟੂ ਪ੍ਰੋਟੈਕਟ ਹਿਊਮਨ ਹੈਲਥ ਐਂਡ ਇਨਵਾਇਰਨਮੈਂਟ। ਇਹਨਾਂ ਦਾ ਮੇਨ ਮੋਟਿਵ ਕੀ ਹੈ ਕਿ ਹਿਊਮਨ ਹੈਲਥ ਔਰ ਇਨਵਾਇਰਨਮੈਂਟ ਦੋਨਾਂ ਨੂੰ ਹੀ प्रमोट करना है और सिक्योर करना है, as well as enabling countries to decide if they want to import hazardous chemicals and pesticides listed in convention। ਉਹ ਕਹਿੰਦੇ ਨੇ ਕਿ ਵੀ ਤੁਸੀਂ ਉਹ ਵੀ ਦੇਖਣਾ ਹੈ, ਇਹ ਚੀਜ਼ ਵੀ ਦੱਸੋਗੇ ਕਿ ਉਹ ਕੰਟਰੀ, ਉਹ ਪਾਰਟਿਕੂਲਰ ਕੰਟਰੀ ਕਿ ਉਹ ਪੈਸਟੀਸਾਈਡਸ ਔਰ ਕੈਮੀਕਲਸ ਨੂੰ ਰਿਸੀਵ ਕਰਨਾ ਚਾਹ ਰਹੀ ਹੈ, ਇੰਪੋਰਟ ਕਰਨਾ ਚਾਹ ਰਹੀ ਹੈ ਕਿ ਨਹੀਂ, ਇਹ ਵੀ ਤੁਸੀਂ ਇਹਨੂੰ ਦੇਖਣਾ ਹੈ। Last we are having a Basel Convention. Basel, it is a city, is in Switzerland, such a beautiful country. So sorry, so Basel Convention है, it is a control of transboundary movements of the hazardous waste। ਇਹਨਾਂ ਦੀ ਕਨਵੈਨਸ਼ਨ ਦੇ ਵਿੱਚ ਵੀ ਸੇਮ ਇਹੀ ਚੀਜ਼ ਇਹਨਾਂ ਨੇ ਕੀਤੀ ਹੈ, ਬਟ ਇਹਨਾਂ ਨੇ ਸਪੈਸੀਫਿਕਲੀ ਮੈਂਸ਼ਨ ਕੀਤਾ ਕਿ ਡਿਵੈਲਪਿੰਗ ਕੰਟਰੀਜ਼ ਦਾ ਐਂਡ ਦੇयर ਡਿਸਪੋਜ਼ਲ, ਜੋ ਵੀ ਟਰਾਂਸ ਬਾਉਂਡਰੀ ਮੂਵਮੈਂਟ ਹੈ ਕੈਮੀਕਲ ਵੇਸਟ ਦੀ, ਕੈਮੀਕਲਸ ਦੀ, ਹਜ਼ਾਰਡੀਅਸ ਵੇਸਟ ਹੈਗੇ ਨੇ, ਤਾਂ ਉਹਨਾਂ ਨੂੰ ਪੀਪਲ ਨੂੰ ਜੋ ਕਿ ਇਨਵਾਇਰਨਮੈਂਟ ਨੂੰ ਔਰ ਹਿਊਮਨ ਬੀਇੰਗਸ ਨੂੰ ਨੈਗੇਟਿਵ ਇੰਪੈਕਟ ਪਾ ਸਕਦੇ ਨੇ, ਇਫੈਕਟ ਕਰ ਸਕਦੇ ਨੇ ਆਫ ਦ ਇਨਐਪਰੋਪ੍ਰੀਏਟ ਮੈਨੇਜਮੈਂਟ ਆਫ ਹਜ਼ਾਰਡੀਅਸ ਵੇਸਟ ਵਰਲਡ-ਵਾਈਡ। ਤਾਂ ਇਹਨਾਂ ਨੇ ਅੱਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਮੈਨੇਜ ਕਰਨ ਦੇ ਲਈ ਇਹ ਇੱਕ ਕਨਵੈਨਸ਼ਨ ਜੋ ਹੈ ਉਹ ਸਾਈਨ ਕੀਤੀ ਸੀ। ਮਾਈਕਰੋਬਾਇਲ ਪੋਲਿਊਸ਼ਨ, ਇਹ ਕਿੱਦਾਂ ਦੇ ਪੋਲਿਊਸ਼ਨ ਹੁੰਦੇ ਨੇ ਮਾਈਕਰੋਬਾਇਲ? ਐਕਚੁਅਲੀ ਇਹਨਾਂ ਦੇ ਵਿੱਚ ਅਸੀਂ ਹਿਊਮਨ ਵੇਸਟ ਜੋ ਐਕਸਕ੍ਰੀਟ ਵੇਟ ਹੁੰਦਾ ਹੈ, ਵੇਸਟ ਹੁੰਦਾ ਹੈ, ਉਹ ਇਹਦੇ ਵਿੱਚ ਆ ਜਾਂਦੇ ਨੇ। ਸਰਫੇਸ ਵਾਟਰ ਇਜ਼ ਪੋਟੈਂਸ਼ੀਅਲੀ ਡੇਂਜਰਸ as a carrier of pathogenic microorganisms wherever it comes in contact with human waste or sewage from surrounding locality। ਵੀ ਜਿਹੜਾ ਸਰਫੇਸ ਵਾਟਰ ਜੋ ਹੈ ਉਹ ਸਭ ਤੋਂ ਜ਼ਿਆਦਾ ਕੰਟੈਮੀਨੇਟ ਹੋ ਰਿਹਾ ਹੈ, ਪੋਲਿਊਟ ਹੋ ਰਿਹਾ ਹੈ ਮਾਈਕਰੋ ਆਰਗੇਨਿਜ਼ਮਸ ਦੇ ਥਰੂ। ਬਟ ਇਹ ਮਾਈਕਰੋ ਆਰਗੇਨਿਜ਼ਮਸ ਕਿੱਥੋਂ ਆਉਂਦੇ ਨੇ? ਹਿਊਮਨ ਵੇਸਟ ਦੇ ਥਰੂ ਐਂਡ ਦ ਸੀਵੇਜ ਫਰੋਮ ਦ ਸਰਾਊਂਡਿੰਗ ਲੋਕੈਲਿਟੀ। ਜਦੋਂ ਇਹ ਮਿਕਸ ਹੋ ਜਾਂਦੇ ਨੇ ਵਾਟਰ ਬੋਡੀ ਦੇ ਵਿੱਚ, ਇਹ ਕੰਟੈਮੀਨੇਟ ਕਰਦੇ ਨੇ। ਦ ਐਗਜ਼ਿਸਟੈਂਸ ਆਫ ਫੀਕਲ coliform bacteria in the water body specifies that the water has been polluted with the fecal substance of warm-blooded animals। इन्होंने भी क्या है कि वाटर बॉडी स्पेसिफाइक जो वाटर जो है पोल्यूट किया गया है कि सबसटेंस ਜਿਹੜੇ ਵਾਰਮ ਬਲੱਡਡ ਐਨੀਮਲਸ ਨੇ ਉਹਨਾਂ ਦੇ ਕੋਲਡ ਬਲੱਡਡ ਹੁੰਦੇ ਨੇ, ਇੱਕ ਵਾਰਮ ਬਲੱਡਡ ਹੁੰਦੇ ਨੇ। ਕੋਲਡ ਬਲੱਡਡ ਦੇ ਵਿੱਚ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ, ਇਨਵਾਇਰਨਮੈਂਟਲ ਇਕੋਲੋਜੀ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੋਏਗਾ। ਕੋਲਡ ਬਲੱਡਡ ਐਨੀਮਲ ਦੇ ਵਿੱਚ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ ਜਿਵੇਂ ਲਿਜ਼ਰਡ ਐਂਡ tortoise, these are the cold blooded animals। warm blooded ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਹਨਾਂ ਦੀ ਫਿਕਲ ਸਬਸਟੈਂਸਸ ਨੇ ਉਹ ਜਦੋਂ ਵਾਟਰ ਦੇ ਬੋਡੀ ਦੇ ਵਿੱਚ ਆ ਜਾਂਦੇ ਨੇ ਉਹਨੂੰ ਪੋਲਿਊਟ ਕਰ ਦਿੰਦੇ ਨੇ, ਜਿਵੇਂ ਕਾਊ ਐਟਸੈਟਰਾ। ਆਲ ਥੀਸ ਆਰ ਵਾਰਮ ਬਲੱਡਡ ਐਨੀਮਲਸ। WHO ਦਾ ਰਿਪੋਰਟ ਹੈਗੀ ਐ, ਐਸ ਪਰ ਦ ਰਿਪੋਰਟ ਆਫ ਵਰਲਡ ਹੈਲਥ ਆਰਗੇਨਾਈਜੇਸ਼ਨ 600 ਮਿਲੀਅਨ ਕੇਸਿਸ, 600 million cases of diarrhea, dysentery
एंड 46,000 46,000 ਜਿਹੜੇ ਇਨਫੈਂਟ ਡੈਥ ਨੇ ਉਹ ਹਰ ਸਾਲ ਹੋ ਰਹੀ ਹੈ। ਕਿਉਂ? ਬਿਕੋਜ਼ ਆਫ ਦ polluted water and insufficiency of sanitation। ਸਫਾਈ ਔਰ polluted water ਦੇ ਕਰਕੇ 46,000 ਇਨਫੈਂਟ ਛੋਟੇ ਬੱਚੇ ਜਨਮ ਲੈਂਦੇ ਆ ਸਾਰ ਹੀ ਜਨਮ ਤੋਂ 1 ਸਾਲ ਦੇ ਵਿੱਚ ਉਹਨਾਂ ਦੀ ਡੈਥ ਹੋ ਰਹੀ ਹੈ। ਇਟ ਇਜ਼ ਬਿਕੋਜ਼ ਆਫ polluted water ਔਰ insufficiency of sanitation। ਇਹ WHO ਦਾ ਰਿਪੋਰਟ ਹੈ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਵਾਟਰ ਟ੍ਰੀਟਮੈਂਟ ਪਲਾਂਟਸ, mediated domestic septic tank, कैटल फार्म, ਵਾਈਲਡ ਮੀਡੀਏਟਿਡ, ਇੰਡਸਟਰੀ ਮੀਡੀਏਟਿਡ, ਯਾਨੀ ਕਿ ਸਾਰਾ ਦਾ ਸਾਰਾ ਵੇਸਟ ਜੋ ਹੈ ਸਾਡੇ ਰਿਵਰ ਦੇ ਵਿੱਚ ਆ ਰਹੇ ਨੇ। ਇਹ ਅੱਗੇ ਜਨਮ ਦਿੰਦੇ ਨੇ ਪੈਥੋਜੈਨਸ ਨੂੰ, ਡਿਜ਼ੀਜ਼ਿੰਗ ਕਾਜ਼ਿੰਗ ਪੈਥੋਜੈਨਸ ਐਂਡ ਮਾਈਕਰੋ ਆਰਗੇਨਿਜ਼ਮਸ। ਇਹ ਸਾਰੇ ਜਾ ਕੇ ਅਗੇਨ ਫੂਡ ਚੇਨ ਦੇ ਵਿੱਚ ਐਂਟਰ ਕਰ ਜਾਂਦੇ ਆ। ਹੇਅਰ ਇਟ ਇਜ਼ ਗਾਰਬੇਜ, ਸੀਵੇਜ, ਲੈਂਡਫਿਲਸ, ਇਹ ਸਾਰਾ ਕੁਝ ਜੋ ਹੈ ਆਪਣਾ ਪਾਣੀ ਦੇ ਵਿੱਚ ਚਲਾ ਜਾਂਦਾ ਹੈ। ਔਰ ਡਰਿੰਕਿੰਗ ਵਾਟਰ, ਔਰ ਅਗਰ ਫਰੈਸ਼ ਵਾਟਰ ਵਿੱਚ ਜਾ ਰਿਹਾ, ਰਿਵਰਸ ਦੇ ਵਿੱਚ ਜਾ ਰਿਹਾ, ਫਰੈਸ਼ ਵਾਟਰ ਇਜ਼ ਯੂਜ਼ਡ ਟੂ ਡਰਿੰਕਿੰਗ। ਜਦੋਂ ਅਸੀਂ ਪਾਣੀ ਨੂੰ ਪੀ ਲੈਂਦੇ ਆ ਅਗੇਨ ਸਾਡੀ ਫੂਡ ਚੇਨ ਦੇ ਵਿੱਚ ਆ ਜਾਂਦਾ ਹੈ। ਇੱਕ ਹੋਰ ਪ੍ਰੋਸੈਸ ਹੈ ਦਾ ਫੂਡ ਚੇਨ ਦੇ ਵਿੱਚ ਆਉਣ ਦਾ। ਰਿਵਰ ਵਾਟਰ ਇਜ਼ ਆਲਸੋ ਯੂਜ਼ ਇਨ ਐਗਰੀਕਲਚਰ। ਜਦੋਂ ਅਸੀਂ ਐਗਰੀਕਲਚਰ ਦੇ ਵਿੱਚ ਉਸ ਨੂੰ ਰਿਵਰ ਵਾਟਰ ਨੂੰ ਲੈ ਆਉਂਦੇ ਆ ਤਾਂ ਐਗਰੀਕਲਚਰ ਯਾਨੀ ਕਿ ਕ੍ਰੌਪ ਪ੍ਰੋਡਕਸ਼ਨ ਯਾਨੀ ਕਿ ਪਾਣੀ ਦਾ ਯੂਜ਼ ਹੋਏਗਾ। ਉਹੀ ਕੰਟੈਮੀਨੇਟਿਡ ਵਾਟਰ ਅਗੇਨ ਐਗਰੀਕਲਚਰ ਦੇ ਵਿੱਚ ਆ ਜਾਂਦਾ ਹੈ ਔਰ ਐਗਰੀਕਲਚਰ ਦੇ ਥਰੂ ਅਸੀਂ ਉਹਨੂੰ ਡਾਇਰੈਕਟਲੀ ਔਰ ਇਨਡਾਇਰੈਕਟਲੀ ਵੀ ਕੰਜ਼ਿਊਮ ਇਟ ਐਂਡ ਇਟ ਕਾਜ਼ਸ ਦ ਡਿਜ਼ੀਜ਼ਸ। Inorganic pollutants. Earlier we have discussed about organic pollutant. Now there is a inorganic pollutant। inorganic यानी कि mercury, lead, cadmium, heavy metal pollutants ਇਹਨਾਂ ਨੂੰ ਕਹਿੰਦੇ ਨੇ। non metallic यानी salts हैं selenium, arsenic, and then we having a acid and bases। okay, ਇਹਨਾਂ ਦੇ ਕਰਕੇ ਕਿੱਦਾਂ ਦੀਆਂ ਪ੍ਰੋਬਲਮਸ ਆ ਜਾਂਦੇ ਨੇ, ਡਿਸਆਰਡਰਸ ਆ ਜਾਂਦੇ ਨੇ, we will discuss in this। ਹੈਵੀ ਮੈਟਲ ਕੰਟੈਮੀਨੇਸ਼ਨ, ਕਿ ਇਹਨਾਂ ਦੇ ਕਰਕੇ ਪਾਣੀ ਦੇ ਵਿੱਚ ਸਭ ਤੋਂ ਜ਼ਿਆਦਾ ਪੋਲਿਊਸ਼ਨ ਜੋ ਹੈ ਉਹ ਵੱਧ ਰਿਹਾ ਹੈ। ਯਾਨੀ ਕਿ 75% ਆਫ ਰਿਵਰ ਮੋਨੀਟਰਿੰਗ ਸਟੇਸ਼ਨਸ ਰਿਪੋਰਟ ਇਹਨਾਂ ਨੇ ਕਿਹਾ ਹੈ ਕਿ ਹੈਵੀ ਮੈਟਲ ਪੋਲਿਊਸ਼ਨ। ਸੈਂਟਰ ਫॉर ਸਾਇੰਸ ਐਂਡ ਇਨਵਾਇਰਨਮੈਂਟ ਇਹਨਾਂ ਨੇ ਕਿਹਾ ਹੈ ਕਿ ਸੈਂਟਰਸ ਫॉर ਸਾਇੰਸ ਐਂਡ ਇਨਵਾਇਰਨਮੈਂਟ ਦੀ ਰਿਪੋਰਟ ਹੈ ਕਿ 75% ਆਫ ਜਿਹੜੇ ਰਿਵਰ ਮੋਨੀਟਰਿੰਗ ਸਟੇਸ਼ਨਸ ਨੇ ਉਹਨਾਂ ਨੇ ਕਿਹਾ ਹੈ ਕਿ ਹੈਵੀ ਮੈਟਲ ਪੋਲਿਊਸ਼ਨ ਜੋ ਹੈ ਬਹੁਤ ਜ਼ਿਆਦਾ ਵੱਧ ਰਿਹਾ ਹੈ ਵਾਟਰਸ ਦੇ ਵਿੱਚ। ਜਦੋਂ ਅਸੀਂ ਹੈਵੀ ਮੈਟਲ ਪੋਲਿਊਸ਼ਨ ਦੀ ਗੱਲ ਕਰਦੇ ਹਾਂ ਤਾਂ ਕਈ ਤਰ੍ਹਾਂ ਦੇ ਸਾਡੇ ਕੋਲੇ ਮੈਟਲ ਨਾਨ ਮੈਟਲ ਅਸੀਂ ਪੜ੍ਹੇ ਹੋਣਗੇ ਸਾਇੰਸ ਦੇ ਵਿੱਚ, ਉਹ ਇੱਥੇ ਆ ਜਾਂਦੇ ਨੇ। ਹੇਅਰ ਇਟ ਇਜ਼ ਇੱਥੋਂ ਸਟਾਰਟ ਹੁੰਦੇ ਨੇ ਬੇਰੀਲੀਅਮ, ਐਲੂਮੀਨੀਅਮ, ਕ੍ਰੋਮੀਅਮ, ਮੈਗਨੀਜ਼, ਆਇਰਨ, ਕੋਬਾਲਟ, ਬੇਰੀਅਮ, ਮਰਕਰੀ, all these are pollutants। ਇਹਨਾਂ ਪੂਰੇ ਸਭ ਦੇ ਵਿੱਚ ਸਭ ਤੋਂ ਜ਼ਿਆਦਾ ਪੋਲਿਊਟ ਕਰਨ ਵਾਲਾ ਜਿਹੜਾ ਹੈ ਉਹ ਹੈ ਜ਼ਿੰਕ। ਸਭ ਤੋਂ ਜ਼ਿਆਦਾ ਜ਼ਿੰਕ ਜੋ ਹੈ ਉਹ ਅਫੈਕਟ ਕਰਦਾ ਹੈ। ਐਂਥਰੋਪੋਜੈਨਿਕ ਸੋਰਸ ਆਫ ਹੈਵੀ ਮੈਟਲਸ, ਇਹਨਾਂ ਦੇ ਕੀ ਨੇ ਸੋਰਸ ਕੀ ਹੈ ਹੈਵੀ ਮੈਟਲਸ ਦੇ? ਐਗਰੀਕਲਚਰ ਐਂਡ ਫੋਰੈਸਟਰੀ, ਇੰਡਸਟਰੀਅਲ ਪ੍ਰੋਸੈਸਿਸ ਦੇ ਥਰੂ ਐਂਟਰ ਕਰ ਸਕਦਾ ਹੈ। ਫਰਟੀਲਾਈਜ਼ਰ ਐਂਡ ਪੈਸਟੀਸਾਈਡਸ, ਵੇਸਟ ਡਿਸਪੋਜ਼ਲਸ ਦੇ ਵਿੱਚ, ਮਾਈਨਿੰਗਸ ਦੇ ਵਿੱਚ, ਐਂਡ ਫੋਸਿਲ ਫਿਊਲ ਕੰਬਸ਼ਨ। ਜਦੋਂ ਅਸੀਂ ਇਹਨਾਂ ਨੂੰ ਬਰਨ ਕਰਦੇ ਹਾਂ ਤਾਂ ਵੀ ਕਈ ਤਰ੍ਹਾਂ ਦੇ ਫੋਸਿਲ ਫਿਊਲਸ ਨੂੰ ਅਸੀਂ ਬਰਨ ਕਰਦੇ ਹਾਂ ਤਾਂ ਕਈ ਤਰ੍ਹਾਂ ਦੀ ਗੈਸਿਸ ਔਰ ਇਹ ਸਭ ਕੁਝ ਨਿਕਲਦੇ ਨੇ ਔਰ ਇਹ ਸਾਰੇ ਹੈਵੀ ਮੈਟਲਸ ਦੇ ਵਿੱਚ ਆ ਜਾਂਦੇ ਨੇ। ਨੰਬਰ ਆਫ ਰਿਵਰਸ ਪੋਲਿਊਟਿਡ with unacceptable levels of heavy metal। ਕਿੰਨੀਆਂ ਰਿਵਰਸ ਨੇ ਉਹ ਹੈਵੀ ਮੈਟਲ ਦੇ ਕਰਕੇ ਅਫੈਕਟ ਹੁੰਦੀਆਂ ਨੇ। ਲੈਡ ਦੀ ਸਾਨੂੰ ਪਰਮਿਸਿਬਲ ਲਿਮਿਟ ਯਾਨੀ ਕਿ ਤੁਸੀਂ ਇਸ ਤੋਂ ਜ਼ਿਆਦਾ ਯੂਜ਼ ਨਹੀਂ ਕਰ ਸਕਦੇ। 10 this is something alpha gram or something unit per gram per limit something, it is the unit given here। ਜਿਹਨੂੰ ਅਸੀਂ 10 ਤੋਂ ਜ਼ਿਆਦਾ ਅਸੀਂ ਐਕਸੀਡ ਨਹੀਂ ਕਰ ਸਕਦੇ, ਜਿੰਦੇ ਵਿੱਚ ਸਾਡੀਆਂ 69 ਰਿਵਰਸ ਨੰਬਰ ਆਫ ਰਿਵਰਸ ਨੇ ਉਹ ਕੰਟੈਮੀਨੇਟਿਡ ਨੇ, ਅਫੈਕਟਡ ਨੇ। ਨਿਕਲ ਦੇ ਵਿੱਚ 25, ਆਇਰਨ ਦੇ ਵਿੱਚ 137, ਕਾਪਰ ਵਿੱਚ 50 ਦੀ ਲਿਮਿਟ ਹੈ 10, ਕੈਡਮੀਅਮ ਐਂਡ ਕ੍ਰੋਮੀਅਮ ਆਰ ਆਲਸੋ ਗਿਵਨ ਹੇਅਰ। ਗੰਗਾ pollution check instant
ਓਕੇ, ਗੰਗਾ ਜੋ ਹੈ ਉਹ ਐਕਸੀਡ ਕਰ ਰਹੀ ਹੈ ਕ੍ਰੋਮੀਅਮ ਦੇ ਵਿੱਚ ਐਂਡ ਆਇਰਨ ਦੇ ਵਿੱਚ। ਯਮੁਨਾ ਆਇਰਨ ਤਾਂ ਹਰ ਇੱਕ ਆਲਮੋਸਟ ਐਵਰੀ ਰਿਵਰ ਇਜ਼ contaminated with excessive amount of iron, iron का short form। यमुना, ब्रह्मपुत्र, रामगंगा exceed in lead, rapti it is exceeds in chromium and iron, narmada and godavari these are also exceed in iron। role of household in polluting water, ਹੁਣ ਸਿਰਫ ਇੰਡਸਟਰੀਜ਼ ਹੀ ਨਹੀਂ ਬਲਕਿ ਹਾਊਸਹੋਲਡ ਸਾਡੇ ਘਰਾਂ ਦੇ ਵਿੱਚ ਵੀ ਜੋ ਵਾਟਰ ਹੈ ਸਾਡਾ ਵੀ ਬਹੁਤ ਜ਼ਿਆਦਾ ਰੋਲ ਹੈ ਕਲੀਨ ਵਾਟਰ ਨੂੰ ਅਨਕਲੀਨ ਕਰਨ ਦੇ ਵਿੱਚ, ਯਾਨੀ ਕਿ ਪੋਲਿਊਟ ਦੇ ਵਿੱਚ। ਮੇਨ ਕਾਜ਼ਜ਼ ਆਫ ਵਾਟਰ ਪੋਲਿਊਸ਼ਨ ਇਜ਼ ਹਾਊਸਹੋਲਡ ਵੇਸਟ। ਜਦੋਂ ਇਹ ਡਿਟਰਜੈਂਟ, ਸ਼ੈਂਪੂ ਐਂਡ ਸੋਪ ਵਗੈਰਾ ਇਹ ਸਾਰੇ ਨੇ ਮਿਕਸ ਅਪ ਹੋ ਜਾਂਦੇ ਨੇ ਕਲੀਨ ਵਾਟਰ ਦੇ ਨਾਲ, ਇਹ ਬਣ ਜਾਂਦਾ ਹੈ ਅੱਗੇ ਡਰਟੀ ਵਾਟਰ ਔਰ ਇਹ ਜਾ ਕੇ ਕੰਟੈਮੀਨੇਟ ਕਰਦੇ ਸਾਡੇ ਰਿਵਰਸ ਨੂੰ। This picture I was talking earlier about earlier, like this is not the ice, this is not a snow, ਇਹ ਸਾਰਾ ਜੋ ਹੈ ਇਹ ਉਹੀ ਡਿਟਰਜੈਂਟ ਹੈ ਜਿਹੜੀ ਦਿੱਲੀ ਦੀ ਪੋਪੂਲੇਸ਼ਨ, ਲਾਈਕ ਰਿਵਰ ਜੋ ਹੈ ਗੰਗਾ ਰਿਵਰ ਹੈ, ਸੌਰੀ ਯਮੁਨਾ ਜੋ ਰਿਵਰ ਹੈ ਦਿੱਲੀ ਦੇ ਥਰੂ, ਦਿੱਲੀ ਦੇ ਹੋ ਕੇ ਵਿੱਚ ਦੀ ਜਾਂਦੀ ਹੈ ਔਰ ਦਿੱਲੀ ਦਾ ਜਿੰਨਾ ਹਾਊਸਹੋਲਡ ਵੇਸਟ ਹੈ, ਇੰਡਸਟਰੀਅਲ ਵੇਸਟ ਹੈ, ਉਹ ਸਾਰਾ ਦਾ ਸਾਰਾ ਯਮੁਨਾ ਦੇ ਵਿੱਚ ਆ ਜਾਂਦਾ ਹੈ। ਹਾਊਸਹੋਲਡ ਦੇ ਵਿੱਚ ਸਾਡੇ ਕੋਲ ਡਿਟਰਜੈਂਟ, ਠੀਕ ਹੈ, ਸੋਪ, ਸ਼ੈਂਪੂ, ਇਹ ਸਾਰੇ ਜੋ ਨੇ ਇਹ ਸਭ ਮਿਲ ਕੇ ਯਮੁਨਾ ਦੇ ਵਿੱਚ ਚਲੇ ਜਾਂਦੇ ਨੇ। ਔਰ ਇਹ क्योंकि दिल्ली ਦੀ एरिया छोटा है लेकिन पॉपुलेशन बहुत ज्यादा है, यानी कि रहन वाले लोग ज्यादा ने, ਤਾਂ ਉੱਥੇ ਹੀ ਸਾਰਾ ਦਾ ਸਾਰਾ ਜਿਹੜਾ ਝੱਗ ਹੈ ਇਹ ਸਾਰਾ ਡਿਟਰਜੈਂਟ ਹੈ ਇਹ ਇੱਥੇ ਆ ਕੇ ਉੱਪਰ ਸੈਟਲ ਹੋ ਜਾਂਦਾ ਹੈ। ਇਹਨੂੰ ਫਰੋਥ ਕਹਿੰਦੇ ਨੇ, ਯਮੁਨਾ ਦਿੱਲੀ ਫਰੋਥ ਰੀਜ਼ਨ। ਐਕਸਪਲੇਨ what causes frothing in Delhi's ਯਮੁਨਾ। ਸਭ ਤੋਂ ਜ਼ਿਆਦਾ ਵੱਡਾ ਰੀਜ਼ਨ ਇਹੀ ਹੈ ਸਾਡੇ ਕੋਲੇ ਇਹਨਾਂ ਦੀ ਚੀਜ਼ਾਂ ਦਾ ਐਕਸੈਸਿਵ ਯੂਜ਼ ਹੋਣਾ ਔਰ ਡਾਇਰੈਕਟਲੀ ਬਿਨਾਂ ਟਰੀਟ ਕੀਤੇ ਉਹਨੂੰ ਡਾਇਰੈਕਟਲੀ ਯਮੁਨਾ ਦੇ ਵਿੱਚ ਡੰਪ ਕਰ ਦੇਣਾ। ਇਹ ਫੋਟੋ ਹੈਗੀ ਹੈ ਛਠ ਪੂਜਾ ਦੀ ਹੈ ਔਰ ਤੁਸੀਂ ਦੇਖ ਕੇ ਕੋਈ ਕਹਿ ਨਹੀਂ ਸਕਦਾ, ਰਾਈਟ। ਇੱਕ ਇਹਦਾ ਫਰੋਥਿੰਗ ਦਾ ਇੱਕ ਰੀਜ਼ਨ ਇਹ ਵੀ ਹੈ ਕਿ ਵਾਟਰ ਦਾ ਫਲੋ, ਲਾਈਕ ਗੰਗਾ ਦੇ ਵਿੱਚ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਦੇਖਣ ਨੂੰ ਨਹੀਂ ਮਿਲਦੀ, लेकिन जो वाटर फ्लो है, क्योंकि गंगा रिवर का जो वाटर फ्लो है इट इज अ कंटिन्यूटी, इट इज इन कंटिन्यूटी, ये चलती रहती है गंगा। लेकिन जो यमुना है ਇਹਦਾ वाटर फ्लो है वो बहुत घट है और विंटर्स ਦੇ ਵਿੱਚ ਇਹਦਾ यमुना ਦਾ वाटर फ्लो और भी ज्यादा स्लो हो ਜਾਂਦਾ ਹੈ। वाटर फ्लो है ਉਹ ਇਹਦਾ स्लो हो ਜਾਂਦਾ ਹੈ ਜਦੋਂ ਪਾਣੀ ਦਾ फ्लो ਹੀ ਨਹੀਂ ਹੈ ਜਾਂ ਪਾਣੀ ਏਦਾਂ ਲੱਗਦਾ ਕਿ ਤੁਸੀਂ ਦੇਖ ਕੇ ਕਹਿ ਹੀ ਨਹੀਂ ਸਕਦੇ ਕਿ ਵਾਟਰ ਜੋ ਹੈ ਉਹ ਚੱਲ ਰਿਹਾ ਹੈ, ਮਤਲਬ ਪਾਣੀ ਦਾ ਫਲੋ ਹੈ ਕਿਸੇ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈ, ਦੇਖ ਕੇ ਇਹੀ ਲੱਗੇਗਾ ਕਿ ਇਹ ਖੜਾ ਪਾਣੀ ਹੈ, ਠੀਕ ਹੈ, ਸਟਿਲ ਹੈ, ਬਟ ਫਲੋ ਘੱਟ ਹੋਣ ਦੀ ਵਜ੍ਹਾ ਦੇ ਨਾਲ ਇਹਦੇ ਉੱਤੇ ਫੋਮ ਜੰਮ ਜਾਂਦੀ ਹੈ। ਇਹੀ ਅਗਰ ਫਲੋ ਜ਼ਿਆਦਾ ਹੁੰਦਾ ਤਾਂ ਇਹ ਚੀਜ਼ ਸਾਨੂੰ ਦੇਖਣ ਨੂੰ ਨਹੀਂ ਮਿਲਣੀ ਸੀ। ਸੋ what causes frothing in river? According to water program at Center for Science and Environment, phosphate ਜਿਹੜੀ ਡਿਟਰਜੈਂਟ ਐਂਡ ਸੋਪ ਐਂਡ ਸ਼ੈਂਪੂ ਦੀ ਅਸੀਂ ਗੱਲ ਕੀਤੀ ਹੈ ਡਿਟਰਜੈਂਟ ਦੀ, ਇਹਦੇ ਵਿੱਚ ਫਾਸਫੇਟ ਦੀ ਵੋਲਿਊਮ ਜੋ ਜ਼ਿਆਦਾ ਹੁੰਦੀ ਹੈ ਪ੍ਰੈਜ਼ੈਂਟ ਇਨ ਦ ਰਿਵਰ ਕਾਜ਼ਸ ਦ ਫਰੂਟ surface and phosphate found in detergent in household and industrial laundry gets dumped into river and all the sewage is not treated। ਸਾਰਾ ਦਾ ਸਾਰਾ ਜੋ ਸੀਵੇਜ ਹੈ ਇਹ ਸਾਰਾ ਬਿਨਾਂ ਟ੍ਰੀਟ ਕੀਤੇ ਹੀ ਰਿਵਰ ਦੇ ਵਿੱਚ जो है वो डंप कर दिता जाता है जिदे करके फ्रॉथ जो है वो बनता है। नेक्स्ट वी हैविंग अ रोल ऑफ एग्रीकल्चर इन पोल्यूटिंग वाटर। अर्लियर वी हैव डिस्कस्ड अबाउट इंडस्ट्रीज, ठीक है, देन वी हैव डिस्कस्ड अबाउट हाउसहोल्ड एंड नाउ वी आर हैविंग अ रोल ऑफ एग्रीकल्चर। एग्रीकल्चर का की साडा रोल है ਇਹ ਤੁਸੀਂ ਪਿਕਚਰ ਤੁਸੀਂ ਦੇਖ ਸਕਦੇ ਹੋ, ਅੱਗੇ ਅਸੀਂ ਦੇਖਾਂਗੇ ਕਿ ਮੇਜਰ ਐਗਰੀਕਲਚਰ ਪੋਲਿਊਟੈਂਟਸ ਐਜ਼ ਪਰ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ
ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, UN ਦਾ ਇਹ ਇੱਕ ਆਰਗੇਨਾਈਜੇਸ਼ਨ ਹੈ। ਮੇਜਰ ਐਗਰੀਕਲਚਰ ਕੰਟਰੀਬਿਊਟਰ ਟੂ ਵਾਟਰ ਪੋਲਿਊਸ਼ਨ, ਮੇਨ ਟਾਰਗੇਟ of water pollutant control are nutrients, pesticides, salt sediments, organic carbons, pathogens, metals and drug residues। ਇਹ ਸਾਰੇ ਮਿਲ ਕੇ ਜੋ ਹੈ ਇਹ ਐਗਰੀਕਲਚਰ ਪੋਲਿਊਟੈਂਟਸ ਦਾ ਕੰਮ ਕਰਦੇ ਨੇ। ਐਗਰੀਕਲਚਰ ਪੋਲਿਊਟੈਂਟਸ ਕਿਵੇਂ ਕਿ ਇਹਨਾਂ ਦੇ ਵਿੱਚ ਐਗਰੀਕਲਚਰ ਦੇ ਵਿੱਚ ਸਾਰੀਆਂ ਚੀਜ਼ਾਂ ਯੂਜ਼ ਹੁੰਦੀਆਂ ਨੇ, ਨਿਊਟ੍ਰੀਐਂਟਸ, ਪੈਸਟੀਸਾਈਡਸ, ਫਰਟੀਲਾਈਜ਼ਰ, ਸਾਲਟ, ਸੈਡੀਮੈਂਟਸ, ਇਹ ਸਾਰੇ ਦੇ ਸਾਰੇ ਲੀਚਿੰਗ ਹੋ ਜਾਂਦੀ ਹੈ ਇਹਨਾਂ ਦੀ, ਜਾਂ ਤਾਂ ਡਾਇਰੈਕਟਲੀ ਰਿਵਰ ਦੇ ਵਿੱਚ ਚਲੇ ਜਾਂਦੇ ਨੇ ਜਾਂ ਗਰਾਊਂਡ ਵਾਟਰ ਦੇ ਵਿੱਚ ਸੋਇਲ ਦੇ ਥਰੂ ਜਾਂਦੇ ਨੇ, ਗਰਾਊਂਡ ਵਾਟਰ ਦੇ ਵਿੱਚ, ਠੀਕ ਹੈ, ਇਧਰ ਜਾਂ ਫਿਰ ਡਾਇਰੈਕਟਲੀ ਰਿਵਰ ਦੇ ਵਿੱਚ। ਗਰਾਊਂਡ ਵਾਟਰ ਵੀ ਕਿਤੇ ਨਾ ਕਿਤੇ ਜਾ ਕੇ ਰਿਵਰ ਦੇ ਵਿੱਚ ਜਾ ਕੇ ਮਿਕਸ ਅਪ ਹੋ ਹੀ ਜਾਂਦਾ ਹੈ, ਰਾਈਟ। ਅਦਰਵਾਈਜ਼ ਅਸੀਂ ਇੱਥੋਂ ਵੀ ਇਹਨਾਂ ਨੂੰ ਐਕਸਟਰੈਕਟ ਕਰਨਾ ਸਟਾਰਟ ਕਰ ਦਿੰਦੇ ਆ ਗਰਾਊਂਡ ਵਾਟਰ ਨੂੰ, ਤਾਂ ਇਹ ਸਾਰੇ ਦੇ ਸਾਰੇ ਜਾ ਕੇ ਕੰਟੈਮੀਨੇਟ ਕਰਦੇ ਨੇ, ਇਹਨੂੰ ਐਗਰੀਕਲਚਰ ਪੋਲਿਊਟੈਂਟਸ ਕਹਿੰਦੇ ਨੇ। ਪੋਲਿਊਟੈਂਟ ਕੈਟੇਗਰੀ ਕੀ ਹੈ, ਇਹਨਾਂ ਦੀ ਐਗਜ਼ਾਮਪਲਸ ਕੀ ਹੈ ਔਰ ਕੰਟਰੀਬਿਊਸ਼ਨ ਕੀ ਹੈ। ਕ੍ਰੌਪ, ਲਾਈਵ ਸਟਾਕ ਐਂਡ ਐਕਵਾਕਲਚਰ ਦੇ ਵਿੱਚ ਨਿਊਟ੍ਰੀਐਂਟਸ, ਪੈਸਟੀਸਾਈਡਸ, ਸਾਲਟਸ, these are the main। ਪੈਸਟੀਸਾਈਡਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ DDTs ਹੈ, banned in most of the countries but still being used illegally and persistently। ਆਪਣੀ ਕੰਟਰੀ ਦੇ ਕਈ ਐਸੇ ਕੰਟਰੀ ਨੇ ਬਿਲਕੁਲ ਬੈਨ ਵੀ ਹੋ ਚੁੱਕੀ ਹੈ, ਇੰਡੀਆ ਦੇ ਵਿੱਚ ਇਹਨਾਂ ਦੀ ਜੋ ਯੂਜ਼ੇਜ ਹੈ ਉਹਨਾਂ ਨੂੰ ਘੱਟ ਕਰ ਦਿੱਤਾ ਗਿਆ, ਰਾਈਟ। ਤਾਂ ਇਹ ਹਰਬੀਸਾਈਡਸ, ਇਨਸੈਕਟੀਸਾਈਡਸ, ਫੰਗੀਸਾਈਡਸ, ਜੋ ਸਾਈਡਸ ਆ ਜਾਂਦੇ ਨੇ ਨਾ, ਇਹਨਾਂ ਨੂੰ ਮਾਰਨ ਦੀ ਗੱਲ ਹੁੰਦੀ ਹੈ, ਕਿਸੇ ਦੀ ਕਿਲ ਦੀ, ਸੁਸਾਈਡ, self killing, and bactericides including the organophosphates। ਇਹਨਾਂ ਸਾਰਿਆਂ ਨੂੰ ਮਿਲਾ ਕਰਕੇ ਜਿਹੜੇ ਪੈਸਟੀਸਾਈਡਸ ਦੇ ਬਣਦੇ ਨੇ, ਇਹਨਾਂ ਸਭ ਤੋਂ ਜ਼ਿਆਦਾ ਜੋ ਹੈ ਕੰਟਰੀਬਿਊਸ਼ਨ ਕਿੱਥੇ ਹੈ, ਕ੍ਰੌਪ ਦੇ ਉੱਤੇ, ਦੈਨ ਲਾਈਵ ਸਟਾਕ ਔਰ ਐਗਰੀਕਲਚਰ ਦੇ ਬਿਲਕੁਲ ਨਹੀਂ ਹੈ। ਸਿਮਿਲਰਲੀ ਨਿਊਟ੍ਰੀਐਂਟਸ ਨੇ ਜੇ ਵਾਟਰ ਦੇ ਵਿੱਚ ਪਾਏ ਜਾਂਦੇ, ਨਾਈਟ੍ਰੇਟ, ਅਮੋਨੀਆ ਐਂਡ ਫਾਸਫੇਟ, ਅਗੇਨ ਦੇ ਆਰ ਹੈਵਿੰਗ ਅ ਕੰਟਰੀਬਿਊਸ਼ਨ ਇਨ ਕ੍ਰੌਪਸ, ਦੈਨ ਲਾਈਵ ਸਟਾਕ ਐਂਡ ਐਕਵਾਕਲਚਰ ਦੇ ਵਿੱਚ ਬਹੁਤ ਘੱਟ ਹੈ, ਰਾਈਟ। Again we are having organic matter, sediments, pathogens। organic matter ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਪੂਰੀ ਦੀ ਪੂਰੀ ਤੁਹਾਨੂੰ ਦਿੱਤੀ ਹੈ crop ਹੈ, livestock ਹੈ and aqua stock है। role of industry in polluting water। So we have already discussed about household, we have discussed about we are going to discuss about industry, overview ਅਸੀਂ ਲੈ ਚੁੱਕੇ ਹਾਂ, and agriculture। ਇੰਡਸਟਰੀ ਯਾਨੀ ਕਿ ਤੁਸੀਂ ਦੇਖ ਸਕਦੇ ਹੋ ਕਿ ਇੰਡਸਟਰੀ ਦੇ ਇੰਟਰੋਡਿਊਸ ਹੋਣ ਦੇ ਨਾਲ ਇੰਡੀਆ ਦੇ ਵਿੱਚ ਕਈ ਤਰ੍ਹਾਂ ਦੇ ਸਟੈਪਸ ਵੀ ਲਏ ਗਏ ਸੀ। ਪਹਿਲਾਂ ਤੁਸੀਂ ਦੇਖਦੇ ਹੋ ਪੋਲਿਊਟੈਂਟਸ ਆਫ ਪਾਵਰਟੀ, ਗਰੀਬੀ ਦੇ ਕਰਕੇ, ਪਾਵਰਟੀ ਦੇ ਕਰਕੇ ਵੀ ਇੰਡਸਟਰੀ ਦਾ ਜੋ ਹੈ ਉਹ ਵੇਸਟ ਵੱਧ ਰਿਹਾ ਹੈ। 80% ਆਫ ਵਰਲਡਸ ਵਾਟਰ ਵੇਸਟ ਵਾਟਰ ਇਜ਼ ਰਿਲੀਜ਼ਡ ਟੂ ਦ ਇਨਵਾਇਰਮੈਂਟ ਵਿਦਾਊਟ ਟ੍ਰੀਟਮੈਂਟ, ਸੈਨੀਟੇਸ਼ਨ ਰਿਲੇਟਡ ਬੈਕਟੀਰੀਆ, ਟ੍ਰੈਸ਼ ਐਂਡ ਲਿਟਰ ਇਨ ਵਾਟਰਵੇਜ਼। ਇਹ ਬਿਨਾਂ ਟ੍ਰੀਟ ਕੀਤੇ 80% ਵਾਟਰ ਜੋ ਹੈ ਉਹ ਸਿੱਧਾ ਦਾ ਸਿੱਧਾ ਇਨਵਾਇਰਮੈਂਟ ਦੇ ਵਿੱਚ ਰਿਲੀਜ਼ ਕਰ ਦਿੱਤਾ ਜਾਂਦਾ ਹੈ। pollutants of growing prosperity, like the use of nitrogen as a fertilizer has increased by more than 700%। 700% ਤੋਂ ਜ਼ਿਆਦਾ ਨਾਈਟ੍ਰੋਜਨ ਦਾ ਯੂਜ਼ੇਜ ਹੈ ਉਹ ਵੱਧ ਗਿਆ ਹੈ। ਐਂਡ 1960 ਦੇ ਵਿੱਚ ਏਸ਼ੀਆ ਦੀ ਗਰੋਥ ਦੇ ਅਕੋਰਡਿੰਗ ਜੋ ਹੈ ਵੱਧਦਾ ਹੋਰ ਵੀ ਜਾ ਰਿਹਾ ਹੈ। ਕੈਮੀਕਲ ਵੇਸਟ ਫਰਮ ਇੰਡਸਟਰੀ, ਐਗਰੀਕਲਚਰ, ਫਰਟੀਲਾਈਜ਼ਰ ਐਂਡ ਪੈਸਟੀਸਾਈਡਸ, ਇਹ ਜੋ ਹੈ ਉਹ ਡਾਇਰੈਕਟਲੀ ਰਿਵਰ ਦੇ ਵਿੱਚ ਜਾ ਰਹੇ ਨੇ। ਅਗੇਨ ਵੀ ਹੈਵਿੰਗ ਅ emerging pollutants, ਯਾਨੀ ਕਿ ਹੋਰ ਕਈ ਤਰ੍ਹਾਂ ਦੇ ਨੇ। ਮਾਈਕਰੋ ਪਲਾਸਟਿਕਸ ਜੋ ਹੈ, ਲਾਈਕ ਪਲਾਸਟਿਕ ਦੇ ਵਿੱਚ ਸਾਡੇ ਕਈ ਤਰ੍ਹਾਂ ਦੇ ਮਟੀਰੀਅਲ ਜੇ ਡੀਕੰਪੋਜ਼ ਤਾਂ ਹੁੰਦਾ ਹੀ ਨਹੀਂ ਹੈ ਪਲਾਸਟਿਕ, ਤਾਂ ਇਹਦੀ ਜਿਹੜੀ ਮਾਈਕਰੋ ਪਲਾਸਟਿਕਸ ਨੇ ਉਹ ਵਾਟਰ ਦੇ ਵਿੱਚ ਹਮੇਸ਼ਾ ਕਈ ਸਾਲਾਂ ਤੱਕ ਰਹਿੰਦੇ ਨੇ ਐਂਡ proliferated throughout the world, fresh water sources in surface water, ground water and even rain water। ਇਹ ਸਾਰਿਆਂ ਦੇ ਵਿੱਚ ਚਲੇ ਜਾਂਦੇ ਨੇ ਮਾਈਕਰੋ ਪਲਾਸਟਿਕ, ਇਹਨੂੰ ਪੋਲਿਊਸ਼ਨ ਨੂੰ ਕਾਜ਼ ਕਰਦੇ ਨੇ। ਇਹਨਾਂ ਨੂੰ ਮਾਈਕਰੋ ਐਂਡ ਨੈਨੋ ਪਲਾਸਟਿਕ ਵੀ ਕਹਿੰਦੇ ਨੇ। ਹੁਣ ਤੁਸੀਂ ਦੇਖ ਸਕਦੇ ਹੋ ਵਾਟਰ ਪੋਲਿਊਸ਼ਨ ਜੋ ਹੈ ਉਹ ਟੈਕਸਟਾਈਲ ਇੰਡਸਟਰੀ, ਪਰਸੈਂਟੇਜ ਆਫ ਟੋਟਲ BOD ਇਮਿਸ਼ਨ ਅਕ੍ਰੋਸ ਦਾ G20 ਕੰਟਰੀਜ਼। ਟੈਕਸਟਾਈਲ ਇੰਡਸਟਰੀ ਦੇ ਵਿੱਚ ਵਾਟਰ ਪੋਲਿਊਸ਼ਨ ਤੁਸੀਂ ਇਹ ਪੂਰੀ ਕੰਟਰੀਜ਼ ਦੀ ਦੇਖ ਸਕਦੇ ਹੋ। ਸਪੇਨ ਜੋ ਹੈ ਬਿਲਕੁਲ ਟੌਪ ਕਰ ਰਿਹਾ ਔਰ US ਦਾ ਸਭ ਤੋਂ ਘੱਟ ਯੋਗਦਾਨ ਹੈ।
what are the impacts of water pollution? ਵਾਟਰ ਪੋਲਿਊਸ਼ਨ ਦੇ ਜਿਹੜੇ ਇੰਪੈਕਟ ਨੇ ਕੀ ਰਹੇ? ਤੋ ਜਿਹੜੇ ਮੇਜਰ ਇੰਪੈਕਟ ਕੀ ਨੇ ਵਾਟਰ ਪੋਲਿਊਸ਼ਨ ਦੇ, ਇਹ ਅਲੱਗ-ਅਲੱਗ ਤੁਸੀਂ ਜਗ੍ਹਾ ਤੇ ਦੇਖ ਸਕਦੇ ਹੋ। ਇਨ ਅਰਬਨ ਐਂਡ ਡੋਮੈਸਟਿਕ ਯੂਜ਼ ਦੇ ਵਿੱਚ ਹਿਊਮਨ ਹੈਲਥ ਦੇ ਉੱਤੇ ਕਾਫੀ ਇਫੈਕਟ ਪਏ ਨੇ, ਸੋਸ਼ਲ ਵੈਲਿਊਜ਼ ਐਂਡ ਟੂਰਿਜ਼ਮ ਦੇ ਉੱਤੇ ਵੀ ਕਾਫੀ ਇਫੈਕਟ ਪਿਆ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਸੋ ਕਮਰਸ਼ੀਅਲ ਫਿਸ਼ਰੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਪੈਕਟ ਪਿਆ ਹੈ, ਕਿਉਂਕਿ ਜਦੋਂ ਫਿਸ਼ ਮਰਨੀਆਂ ਸਟਾਰਟ ਹੋ ਜਾਣਗੀਆਂ ਤਾਂ ਆਬਵੀਅਸਲੀ ਕਮਰਸ਼ੀਅਲਾਈਜੇਸ਼ਨ ਦੇ ਉੱਤੇ ਬਿਲਕੁਲ ਇਫੈਕਟ ਪਏਗਾ। ਇਕੋਸਿਸਟਮ ਹੈਲਥ ਦੇ ਉੱਤੇ ਬਹੁਤ ਅਸਰ ਪਿਆ ਹੈ, ਇੰਡਸਟਰੀਅਲ ਪ੍ਰੋਡਕਟਿਵਿਟੀ ਦੇ ਉੱਤੇ ਅਸਰ ਵੀ ਬਹੁਤ ਪਿਆ ਹੈ, ਐਗਰੀਕਲਚਰ ਐਂਡ ਪ੍ਰੋਡਕਟਿਵਿਟੀ ਦੇ ਉੱਤੇ ਵੀ ਬਹੁਤ ਜ਼ਿਆਦਾ ਇੰਪੈਕਟ ਪਿਆ ਹੈ, ਪ੍ਰੋਪਰਟੀ ਵੈਲਿਊਜ਼ ਦੇ ਉੱਤੇ ਬਿਲਕੁਲ ਫਰਕ ਪਿਆ ਹੀ ਹੈ, ਕਿਉਂਕਿ ਦਿੱਲੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਜਾਂ ਕੋਈ ਵੀ ਵਾਟਰ ਪੋਲਿਊਟਡ ਨੀਅਰ ਏਰੀਆ ਤੁਸੀਂ ਦੇਖੋਗੇ ਤਾਂ ਉੱਥੇ ਸਮੈਲੀ ਏਰੀਆ ਹੋ ਜਾਂਦਾ ਹੈ। ਤਾਂ ਪ੍ਰੋਡਕਟ ਜੋ ਪ੍ਰੋਪਰਟੀ ਹੈ ਉਹਦੇ ਆਬਵੀਅਸਲੀ ਪ੍ਰਾਈਸ ਜੋ ਹੈ ਡ੍ਰੌਪ ਹੋਣੇ ਸਟਾਰਟ ਹੋ ਜਾਂਦੇ ਨੇ। ਸੀ ਵਾਟਰ ਫਰੰਟ ਪ੍ਰੋਪਰਟੀ values can decline because of unsightly pollution and odor. See, impact of water pollution. And then we having a acid rain. See, ਜਿਹੜਾ ਸੀ 에ਅਰ ਪੋਲਿਊਸ਼ਨ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਕਈ ਤਰ੍ਹਾਂ ਦੇ ਕੈਮੀਕਲਸ ਦੇ ਨਾਲ ਰਿਐਕਟ ਕਰਕੇ ਰੇਨ ਜਦੋਂ ਥੱਲੇ ਆ ਜਾਂਦੀ ਹੈ ਨਾਈਟ੍ਰਿਕ ਐਂਡ ਸਲਫਰ ਦੇ ਵਿੱਚ, ਨਾਈਟਰਾਈਟ ਐਂਡ ਸਲਫੇਟ ਦੇ ਵਿੱਚ ਨਾਲ ਰਿਐਕਟ ਕਰਕੇ ਪਾਣੀ ਦੇ ਵਿੱਚ ਫੇਰ ਆ ਜਾਂਦਾ ਹੈ, ਐਸਿਡ ਰੇਨ ਕਾਜ਼ ਕਰਦੀ ਹੈ। ਸਿਰਫ ਇੰਨਾ ਹੀ ਨਹੀਂ, ਇਹ ਐਸਿਡ ਰੇਨ ਅੱਗੇ ਜਾ ਕੇ ਵਾਟਰ ਦੇ ਵਿੱਚ ਹੀ ਚਲੇ ਜਾਂਦੀ ਹੈ ਵਾਪਸ। ਸਿਰਫ ਵਾਟਰ ਨਹੀਂ, ਐਗਰੀਕਲਚਰ ਲੈਂਡ ਸੋਇਲ ਐਵਰੀਵੇਅਰ ਇਹ ਪਾਣੀ ਨੂੰ ਫਿਰ ਜਾ ਕੇ ਡਿਪਲੀਟ ਕਰਦੀ ਹੈ। ਔਰ acid rain or acid deposition is a broad term that includes any form of precipitation with acidic components such as sulfuric and nitric acid that fall onto the ground from the atmosphere in the wet or dry form. This can include rain, snow, fog, hail, or even dust that is acidic. ਐਸਿਡ ਦੀ ਇੱਕ ਪ੍ਰੋਪਰ ਇੱਕ ਸਕੇਲ ਮੈਜਰ ਹੁੰਦਾ ਹੈ। ਡਰਿੰਕੇਬਲ ਵਾਟਰ ਜਿਹੜਾ ਹੁੰਦਾ ਸਾਡਾ ਨੈਚੁਰਲ ਵਾਟਰ ਹੈ ਉਹ 7 ਹੁੰਦਾ ਹੈ। ਅਗਰ ਅਸੀਂ 7 ਤੋਂ ਘੱਟ ਵੱਲ ਜਾਈਏ ਤਾਂ ਐਸਿਡਿਕ ਨੇਚਰ ਦਾ ਹੋਣ ਲੱਗ ਜਾਂਦੀਆਂ ਚੀਜ਼ਾਂ, ਔਰ ਅਗਰ 7 ਤੋਂ ਪੀਐਚ ਲੈਵਲ ਅਗਰ ਜ਼ਿਆਦਾ ਚਲਾ ਜਾਂਦਾ ਹੈ ਤਾਂ ਉਹ ਐਲਕੇਲਾਈਨ ਹੋ ਜਾਂਦੀਆਂ ਚੀਜ਼ਾਂ। ਓਕੇ, ਸੋ ਡਿਸਟਿਲਡ ਵਾਟਰ ਦੀ ਜੋ ਹੈਗੀ ਹੈ ਉਹ 7 ਪੀਐਚ ਸਕੇਲ ਮੰਨਿਆ ਜਾਂਦਾ ਹੈ। ਔਰ ਅਗਰ ਕੋਈ ਵੀ ਚੀਜ਼ ਐਸਿਡਿਕ ਹੋਣ ਤੋਂ ਬਾਅਦ ਅਗਰ ਦੁਬਾਰਾ ਅਰਥ ਦੇ ਉੱਤੇ ਆ ਜਾਂਦੀ ਹੈ ਸਾਈਕਲ ਦੇ ਫਾਰਮ ਦੇ ਵਿੱਚ, ਚਾਹੇ ਉਹ ਰੇਨ ਹੋਵੇ, ਸਨੋ ਹੈ, ਫੌਗ ਹੈ, ਹੇਲ, ਡਸਟ ਦੀ ਫਾਰਮ ਵਿੱਚ ਵੀ ਉਹ ਐਸਿਡ ਰੇਨ यानी कि फिर तो ज्यादा आगे कंटेमिनेट करेगी वाटर ਨੂੰ ही। हेयर इट इज द ग्राफ फोटो ਤੁਸੀਂ ਦੇਖ ਸਕਦੇ ਹੋ ਇੱਥੇ ਐਸਿਡ ਰੇਨ ਕੀ ਹੈ ਐਟਮੋਸਫੇਅਰ ਦੇ ਉੱਤੇ ਕਿ ਡਸਟ ਪਾਰਟੀਕਲ, ਡਰਾਈ ਡੈਪੋਜੀਸ਼ਨ ਡਸਟ ਪਾਰਟੀਕਲ ਗੈਸਿਸ ਇੱਥੇ ਸਟੋਰ ਹੋ ਜਾਂਦੇ ਨੇ। ਵੈਟ ਡੈਪੋਜੀਸ਼ਨ ਤੁਸੀਂ ਦੇਖ ਸਕਦੇ ਹੋ, ਸਨੋ ਹੋ ਦੇਖ ਸਕਦੇ ਹੋ ਤੁਸੀਂ। ਫੋਟੋ ਆਕਸੀਡੇਸ਼ਨ ਇਹ ਪ੍ਰੋਪਰ ਪ੍ਰੋਸੈਸ ਹੈ ਪੂਰਾ ਨਾਈਟ, ਇਹ ਗੈਸਿਸ ਰਿਲੀਜ਼ ਹੋ ਰਹੀਆਂ ਨੇ, ਪੋਲਿਊਟੈਂਟਸ ਰਿਲੀਜ਼ ਹੋ ਰਹੇ ਨੇ ਇੱਥੋਂ। ਇਹ ਸਾਰਾ ਇਵੈਪੋਰੇਸ਼ਨ ਔਰ ਵਿੰਡ ਐਵਰੀਥਿੰਗ ਕਵਰ ਹੋ ਕਰਕੇ ਦੁਬਾਰਾ ਸੈਟਲ ਹੋ ਜਾਂਦੇ ਨੇ ਸਰਫੇਸ ਫਲੋ ਦੇ ਉੱਤੇ, ਅਗੇਨ ਲੇਕ ਦੇ ਵਿੱਚ, ਸੋਇਲ ਦੇ ਵਿੱਚ, ਗਰਾਊਂਡ ਵਾਟਰ ਦੇ ਥਰੂ, ਅਗੇਨ ਓਸ਼ਨ ਦੇ ਵਿੱਚ ਆ ਕੇ ਪੋਲਿਊਸ਼ਨ ਕਰ ਰਹੇ ਨੇ। ਅਗੇਨ ਇਟ ਇਜ਼ ਅ ਸੇਮ ਪ੍ਰੋਸੈਸ ਹੇਅਰ। ਸੋ ਵਾਟ ਇਜ਼ ਡਿਜ਼ੋਲਵਡ ਆਕਸੀਜਨ? ਡਿਜ਼ੋਲਵਡ ਆਕਸੀਜਨ ਕੀ ਹੈ? The common lake or stream contains small amount of oxygen. ਕੋਈ ਵੀ ਪਾਣੀ ਹੈ, ਪਾਣੀ ਦੀ ਤੁਸੀਂ ਫਾਰਮੇਸ਼ਨ ਹੀ ਤੁਸੀਂ ਦੇਖ ਸਕਦੇ ਹੋ H2O, ਹਾਈਡਰੋਜਨ ਐਂਡ ਆਕਸੀਜਨ, ਰਾਈਟ? ਯਾਨੀ ਕਿ ਪਾਣੀ ਦੇ ਵਿੱਚ ਆਕਸੀਜਨ ਤਾਂ ਹੈ ਹੀ, ਜੋ ਵੀ ਪਾਣੀ ਦੇ ਵਿੱਚ ਦੀ ਮਿਕਸ ਕੀਤੀ ਹੋਈ, ਜੋ ਮਿਕਸ ਹੋਈ ਫਾਰਮ ਦੇ ਵਿੱਚ ਆਕਸੀਜਨ ਹੈ ਉਹ ਡਿਜ਼ੋਲਵਡ ਆਕਸੀਜਨ ਹੁੰਦੀ ਹੈ। simple term है। तो dissolved oxygen is a crucial component of natural water bodies, maintaining the aquatic life and quality aesthetic of streams and lakes. जो ਇਹਨਾਂ ਦੀ ਪਾਣੀ ਦੇ ਵਿੱਚ ਜੋ ਵੀ ਫਿਸ਼ ਹੈ, ਮਰੀਨ ਲਾਈਫ ਜੋ ਹੈ, ਉਹਨਾਂ ਨੂੰ ਵੀ ਅੱਗੇ ਆਕਸੀਜਨ ਦੀ ਜ਼ਰੂਰਤ ਰਹਿੰਦੀ ਹੈ। ਸੋ ਆਕਸੀਜਨ ਜੋ ਹੈ ਐਕੁਆਟਿਕ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟਫੁਲ ਰਹਿੰਦੀ ਹੈ। ਸੋ ਇਹਨਾਂ ਦੀ ਕੁਆਲਿਟੀ ਜੋ ਹੈ ਸਟਰੀਮਸ ਯਾਨੀ ਕਿ ਝਰਨਿਆਂ ਤੋਂ, ਲੇਕ ਤੋਂ, ਪਾਣੀ ਤੋਂ, ਰਿਵਰ ਤੋਂ, ਇਹ ਉਹਦੀ ਆਕਸੀਜਨ ਦੀ ਜੋ ਕੁਆਲਿਟੀ ਹੈ ਉਹ ਮੇਨਟੇਨ ਰਹਿੰਦੀ ਹੈ। dissolved oxygen is the amount of oxygen that is present in water. ਆਕਸੀਜਨ ਦੀ ਅਮਾਉਂਟ ਜੋ ਪਾਣੀ ਦੇ ਵਿੱਚ ਪ੍ਰੈਜ਼ੈਂਟ ਰਹਿੰਦੀ ਹੈ। ਵਾਟਰ ਬੋਡੀਜ਼ ਰਿਸੀਵਸ ਆਕਸੀਜਨ ਫਰੋਮ ਐਟਮੋਸਫੇਅਰ ਤੋਂ ਵੀ ਲੈਂਦੇ ਨੇ, ਐਕੁਆਟਿਕ ਪਲਾਂਟਸ ਤੋਂ ਵੀ ਅੰਦਰ ਆਕਸੀਜਨ ਰਹਿੰਦੀ ਹੈ, ਠੀਕ ਹੈ। ਰਨਿੰਗ ਵਾਟਰ ਤੋਂ ਵੀ ਲੈਂਦੇ ਨੇ, ਯਾਰ ਕੀ ਕਹਿੰਦੇ ਆ ਇਹਨੂੰ, ਲੇਕਸ ਐਂਡ ਪੌਂਡਸ, ਰਿਵਰ, ਸਾਰੀਆਂ ਜਾ ਕੇ ਇੱਕ ਜਗ੍ਹਾ ਤੇ ਜਿੱਥੇ ਮਿਲ ਜਾਂਦੀ ਹੈ ਉੱਥੋਂ ਸਾਰੀ ਆਕਸੀਜਨ ਦੇ ਅੰਦਰ ਬਣਦੀ ਹੈ। ਹੇਅਰ ਇਟ ਇਜ਼ ਪਲਾਂਟਸ, ਤੁਸੀਂ ਦੇਖ ਸਕਦੇ ਹੋ ਕਿ
ਵਿੰਡ ਹੈ, ਪਲਾਂਟ ਹੈ, ਸਨ ਰੇਜ਼ ਹੈ, ਇਤੋਂ ਸਾਰੀਆਂ ਦੀ ਸਾਰੀਆਂ ਆਕਸੀਜਨ ਜਿਹੜੀਆਂ ਨੇ ਇੱਥੇ ਜੋ ਥਰਮੋਕਲਾਈਨ ਤੋਂ ਅਬਵ ਦੀ ਲੇਅਰ ਹੈ ਉੱਥੇ ਜ਼ਿਆਦਾ ਹੁੰਦੀ ਹੈ ਆਕਸੀਜਨ 100% ਦੇਖ ਸਕਦੇ ਹੋ ਤੁਸੀਂ ਆਕਸੀਜਨ, ਔਰ ਥਰਮੋਕਲਾਈਨ ਤੋਂ ਨੀਚੇ ਦੀ ਜੋ ਲੇਅਰ ਹੁੰਦੀ ਹੈ ਉੱਥੇ ਡੀਕੰਪੋਜੀਸ਼ਨ ਦੀ ਕਰਕੇ 60% ਆਕਸੀਜਨ ਜੋ ਹੈ ਉਹ ਘਟ ਜਾਂਦੀ ਹੈ, ਮਤਲਬ ਰਹਿ ਜਾਂਦੀ ਹੈ 40 ਲੈਸ ਹੋ ਜਾਂਦੀ ਹੈ। ਪਲਾਂਟਸ ਦੇ ਕਰਕੇ ਵੀ ਇੱਥੇ ਆਕਸੀਜਨ ਹੈ, ਠੀਕ ਹੈ, एवरीथिंग विच भी सीन। ਹੁਣ ਜਦੋਂ ਡਿਸੋਲਵਡ ਆਕਸੀਜਨ ਦੀ ਜੋ ਕੁਆਂਟੀਟੀ ਹੈ ਉਹ ਘਟ ਜਾਂਦੀ ਹੈ ਤਾਂ ਉਹਦਾ ਇੰਪੈਕਟ ਕੀ ਰਹਿੰਦਾ, ਵਾਟ ਇਜ਼ ਦ ਇੰਪੈਕਟ? ਜਦੋਂ ਡਿਸੋਲਵਡ ਆਕਸੀਜਨ 6.5 ਇਜ਼ ਅ ਲਾਈਕ ਯੂ ਨੋ ਮੀਡੀਏਟਰ ਕਹਿ ਸਕਦੇ ਨੇ, 9.5 ਤੋਂ ਜ਼ਿਆਦਾ ਹੋ ਸਕਦੇ, ਅਸੀਂ ਦੇਖ ਸਕਦੇ ਹਾਂ ਇੱਥੇ ਜਦੋਂ ਜ਼ੀਰੋ ਰਹਿ ਜਾਂਦੀ ਹੈ ਕੋਈ ਵੀ ਫਿਸ਼ ਸਰਵਾਈਵ ਨਹੀਂ ਕਰ ਸਕਦੀ, ਡੈਡ ਫਿਸ਼ ਤੁਸੀਂ ਦੇਖ ਸਕਦੇ ਹੋ। ਜਦੋਂ ਆਕਸੀਜਨ ਦੀ ਮਾਤਰਾ 4 ਪੁਆਇੰਟ ਤੱਕ ਆ ਜਾਂਦੀ ਹੈ 4 ਤੋਂ 6.5 ਦੇ ਵਿੱਚ few fishes can survive, ਛੋਟੀਆਂ fishes ਨੇ still they cannot, then 6.5 to 9.5 ਦੇ ਵਿੱਚ most of the fishes can survive and all fish can survive when the dissolved oxygen ਦੀ ਜੋ quantity ਹੈ 9.5 to 14 ਦੇ ਵਿੱਚ ਰਹਿੰਦੀ ਹੈ ਤਾਂ all fishes can survive। biological oxygen demand ਕੀ ਹੈ? It is the amount of oxygen consumed by bacteria and other microorganisms while they decompose organic matters under aerobic condition। ਜਦੋਂ ਉਹ ਸਮੁੰਦਰ ਦੇ ਪਾਣੀ ਦੇ ਵਿੱਚ ਜਦੋਂ ਕੋਈ ਵੀ ਮਾਈਕਰੋ ਆਰਗੇਨਿਜ਼ਮ ਐਲਗੀ ਬੈਕਟੀਰੀਆ ਜਦੋਂ ਇਹ ਕੋਈ ਵੀ ਚੀਜ਼ ਨੂੰ ਡੀਕੰਪੋਜ਼ਿੰਗ ਦਾ ਪ੍ਰੋਸੈਸ ਚੱਲ ਰਿਹਾ ਹੈ ਤਾਂ ਇਹਨਾਂ ਨੂੰ ਅੱਗੇ ਆਕਸੀਜਨ ਦੀ ਜ਼ਰੂਰਤ ਰਹਿੰਦੀ ਹੈ, ਉਸ ਆਕਸੀਜਨ ਦੀ ਡਿਮਾਂਡ ਨੂੰ ਕਹਿੰਦੇ ਨੇ ਬਾਇਓਕੈਮੀਕਲ ਆਕਸੀਜਨ ਡਿਮਾਂਡ, BOD, ਬਾਇਓਕੈਮੀਕਲ ਆਕਸੀਜਨ ਡਿਮਾਂਡ ਕਹਿੰਦੇ ਨੇ ਇਸ ਨੂੰ, ਠੀਕ ਹੈ। ਐਂਡ ਇਟ ਇਜ਼ ਐਸੈਂਸ਼ੀਅਲ ਮੈਜਰ of amount of it is essentially a measure of amount of oxygen required to remove waste organic matter from water in the process of decomposition of aerobic bacteria। ਇਹ ਸਾਰਾ ਪ੍ਰੋਸੈਸ ਹੈ, ਪ੍ਰੋਸੈਸ ਦੇ ਵਿੱਚ ਵਾਟਰ ਦੇ ਬੈਕਟੀਰੀਆ ਨੂੰ ਹਟਾਉਣ ਵਾਸਤੇ ਐਰੋਬਿਕ ਬੈਕਟੀਰੀਆ ਨੂੰ ਜ਼ਰੂਰਤ ਪੈਂਦੀ ਹੈ। BOD level in microgram liter। ਸੋ ਇਹ ਹੈ ਵਾਟਰ ਦੀ ਕੁਆਲਿਟੀ, ਵਾਟਰ ਕੁਆਲਿਟੀ 1 ਤੋਂ 2 ਤੱਕ ਜਦੋਂ ਇਹਨਾਂ ਦੀ ਆ ਜਾਂਦੀ ਹੈ ਤਾਂ ਬਹੁਤ ਵਧੀਆ ਕੁਆਲਿਟੀ ਰਹਿੰਦੀ ਹੈ, 3 to 5 ਤੋਂ ਮੋਡਰੇਟਲੀ ਕਲੀਨ ਹੈ, ਸਾਫ਼ ਹੈ, ਫੇਅਰ ਹੈ, ਔਰ ਜਦੋਂ 100 ਤੋਂ ਵੀ ਜ਼ਿਆਦਾ ਆ ਜਾਂਦੀ ਹੈ ਤਾਂ ਵੈਰੀ ਪੂਅਰ ਹੈ, ਕੰਟੇਨਸ ਆਰਗੈਨਿਕ ਮੈਟਰ, ਵਾਟਰ ਦੇ ਵਿੱਚ ਜ਼ਿਆਦਾ ਆਰਗੈਨਿਕ ਮੈਟਰ ਹੈ। केमिकल ऑक्सीजन डिमांड वो तो बायोलॉजी पहले था BOD, नाउ वी आर हैविंग COD। केमिकल ऑक्सीजन डिमांड ਜਦੋਂ ਵੀ capacity of water to consume oxygen during the decomposition of organic matter in water, ਜਦੋਂ organic matter ਦਾ decomposition ਹੁੰਦਾ ਹੈ ਵਾਟਰ ਦੇ ਵਿੱਚ, ਪਾਣੀ ਦੇ ਵਿੱਚ, ਸੀ ਦੇ ਵਿੱਚ, ਤਾਂ ਜਿਹੜੀ ਆਕਸੀਜਨ ਦੀ ਡਿਮਾਂਡ ਰਹਿੰਦੀ ਹੈ ਉਹਨੂੰ ਕਹਿੰਦੇ ਨੇ chemical oxygen demand। In other words, it is amount of oxygen that need oxidize the organic matter present in the quantity of water, right? Water purification method, ਪਾਣੀ ਨੂੰ ਅਸੀਂ purify ਕਿਵੇਂ ਕਰ ਸਕਦੇ ਹਾਂ? So there are ਇਹ ਅਸੀਂ ਬਚਪਨ ਤੋਂ ਪੜ੍ਹਦੇ ਆਏ ਹਾਂ। So removal of different contaminants, as ਕਈ ਤਰ੍ਹਾਂ ਦੇ contaminants ਨੂੰ ਅਸੀਂ remove ਕਰ ਸਕਦੇ ਹਾਂ, ਕਿਵੇਂ? ਸਭ ਤੋਂ ਪਹਿਲਾਂ ਹੈ ਕੈਮੀਕਲ ਪ੍ਰੋਸੈਸ ਦੇ ਨਾਲ, ਬਾਇਓਲੋਜੀਕਲ ਕੰਟੈਮੀਨੈਂਟਸ ਨੂੰ, ਔਰ ਸਸਪੈਂਡਡ ਸੋਲਿਡ ਐਂਡ ਗੈਸਿਸ, ਇਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਅਸੀਂ ਰਿਮੂਵ ਕਰ ਸਕਦੇ ਹਾਂ। ਪੋਲਿਊਟੈਂਟਸ, ਟੌਕਸਿਕ ਮੈਟਲਸ ਨੂੰ, ਐਲਗੀ, ਬੈਕਟੀਰੀਆ, ਫੰਗੀ, ਪੈਰਾਸਾਈਟਸ, ਵਾਇਰਸਿਸ, ਐਵਰੀਥਿੰਗ ਕੈਨ ਬੀ ਪਿਉਰੀਫਾਈ। ਇਹਨਾਂ ਦੇ ਪ੍ਰੋਸੈਸ ਨੂੰ ਮੈਥਡਸ, ਕਈ ਤਰ੍ਹਾਂ ਦੇ ਮੈਥਡ ਯੂਜ਼ ਕੀਤੇ ਜਾਂਦੇ ਨੇ ਵਾਟਰ ਪਿਉਰੀਫਿਕੇਸ਼ਨ ਦੇ ਲਈ। ਫਿਜ਼ੀਕਲ ਪ੍ਰੋਸੈਸ ਜਿਹੜੇ ਅਸੀਂ ਖੁਦ ਕਰਦੇ ਹਾਂ, ਜਿਵੇਂ ਫਿਲਟਰੇਸ਼ਨ ਹੈ, ਸੈਡੀਮੈਂਟੇਸ਼ਨ ਹੈ, ਡਿਸਟਿਲੇਸ਼ਨ ਹੈ, ਅਸੀਂ ਖੁਦ ਕਰ ਸਕਦੇ ਹਾਂ। ਦੈਨ ਵੀ ਹੈਵਿੰਗ ਅ ਬਾਇਓਲੋਜੀਕਲ ਪ੍ਰੋਸੈਸ, ਜਿਵੇਂ ਸੈਂਡ ਫਿਲਟਰਡ ਹੈ, ਐਕਟਿਵ ਕਾਰਬਨਸ ਹੈ, ਅਸੀਂ ਇੰਟਰੋਡਿਊਸ ਕਰਦੇ ਹਾਂ ਵਾਟਰ ਦੇ ਵਿੱਚ, ਠੀਕ ਹੈ। ਦੈਨ ਵੀ ਹੈਵ ਕੈਮੀਕਲ ਪ੍ਰੋਸੀਜਰਸ ਲਾਈਕ ਫਲੋਕੂਏਸ਼ਨ ਐਂਡ ਕਲੋਰੀਨੇਸ਼ਨ, ਜਿਹਦੇ ਵਿੱਚ ਅਸੀਂ ਅਗੇਨ ਕਿਸੇ ਨਈ ਚੀਜ਼ ਨੂੰ ਇੰਟਰੋਡਿਊਸ ਕਰਦੇ ਹਾਂ ਵਾਟਰ ਦੇ ਵਿੱਚ। ਐਂਡ ਵੀ ਹੈਵਿੰਗ ਅ ਲਾਸਟ use of ultraviolet light। There we having a raw material, coagulants है, coagulation process है, flocculation process है, sedimentation है, जिन्हें भी sediments ने settle down हो जाते हैं, then disinfections ने, filtrations कितना जाता है,
ਦੈਨ ਟ੍ਰੀਟਡ ਵਾਟਰ ਸਟੋਰੇਜ ਹੈ ਉਹ ਅੱਗੇ ਹਾਊਸ ਹੋਲਡ ਦੇ ਵਿੱਚ ਹਾਊਸ ਕੰਜ਼ੰਪਸ਼ਨ ਦੇ ਲਈ ਇਹਨਾਂ ਨੂੰ ਸੈਂਡ ਕਰ ਦਿੱਤਾ ਜਾਂਦਾ ਹੈ, ਇਹਨੂੰ ਕਹਿੰਦੇ ਨੇ ਵਾਟਰ ਵਰਕਸ। ਵਾਟਰ ਵਰਕਸ ਨਹੀਂ ਆਉਂਦੇ ਆਪਾਂ ਪਾਣੀ, ਤਾਜ਼ਾ ਪਾਣੀ ਆਉਂਦਾ ਉਹ ਇਸ ਤਰ੍ਹਾਂ ਆਉਂਦਾ। ਵੇਸਟ ਵਾਟਰ, ਗ੍ਰੇ ਵਾਟਰ ਐਂਡ ਬਲੈਕ ਵਾਟਰ, ਦੋ ਤਰ੍ਹਾਂ ਦਾ ਪਾਣੀ ਹੈ ਉਹ ਮੰਨਿਆ ਜਾਂਦਾ। ਇੱਕ ਹੁੰਦਾ ਗ੍ਰੇ ਵਾਟਰ ਜਿਹਨੂੰ ਅਸੀਂ ਇੱਕ ਯੂਜ਼ਡ ਵਾਟਰ ਨੂੰ ਰੀਯੂਜ਼ ਕਰਕੇ ਫਿਰ ਅਸੀਂ ਆਪਾਂ ਡਿਸਪੋਜ਼ ਕਰਦੇ ਆ, ਰਾਈਟ। ਜਿਵੇਂ ਕੱਪੜੇ ਧੋਣ ਵਾਲੇ ਪਾਣੀ ਤੋਂ ਕਈ ਵਾਰ ਕਹਿੰਦੇ ਨੇ ਕਿ ਤੁਸੀਂ ਵੀ ਕੈਨ ਯੂਜ਼ ਇਨ ਮੋਪਿੰਗ ਕਲੀਨਿੰਗ, ਰਾਈਟ। ਤਾਂ ਉਸਨੂੰ ਗ੍ਰੇ ਵਾਟਰ ਕਹਿੰਦੇ ਨੇ। ਯੂਜ਼ਡ ਵਾਟਰ ਨੂੰ ਰੀਯੂਜ਼ ਅਗੇਨ ਕਰਕੇ ਫਿਰ ਉਹਨੂੰ ਥ्रो आउट करना। ब्लैक वाटर है ਜਿਹੜਾ ਆਲਰੇਡੀ ਯੂਜ਼ ਹੋ ਗਿਆ ਔਰ ਬਿਲਕੁਲ ਖਤਮ ਹੋ ਗਿਆ, ਇਸ ਤੋਂ ਜ਼ਿਆਦਾ ਇਹਦਾ ਯੂਜ਼ ਨਹੀਂ ਹੋ ਸਕਦਾ, ਕੈਮੀਕਲ ਬਹੁਤ ਜ਼ਿਆਦਾ ਹੋ ਗਏ ਨੇ, ਇਹਨਾਂ ਨੂੰ ਟ੍ਰੀਟ ਕਰਨ ਦੇ ਲਈ ਕੈਮੀਕਲ ਮੈਥਡ ਦਾ ਯੂਜ਼ ਹੋਏਗਾ, ਅਗੇਨ ਦੈਟ ਇਜ਼ ਬਲੈਕ ਵਾਟਰ। ਜਿਵੇਂ ਹਾਊਸ ਹੋਲਡ ਵੇਸਟ ਜਨਰੇਟਡ ਫਰੋਮ, ਜਿਵੇਂ ਸ਼ਾਵਰ ਹੈ, ਸ਼ਾਰ ਹੈ, ਬੇਡਸ ਹੈ, ਵਾਸ਼ਿੰਗ ਮਸ਼ੀਨ, ਇਹਨਾਂ ਦਾ ਜਿਹੜਾ ਪਾਣੀ ਹੈ ਇਹਨਾਂ ਨੂੰ ਅਸੀਂ ਰੀਸਾਈਕਲ ਕਰ ਸਕਦੇ ਹਾਂ ਔਰ ਇਹਨੂੰ ਯੂਜ਼ ਕਰ ਸਕਦੇ ਹਾਂ। ਇਟ ਕੈਨ ਬੀ ਰੀਸਾਈਕਲਡ ਔਨ ਸਾਈਟ ਫॉर ਇਰੀਗੇਸ਼ਨ, ਟਾਇਲਟ ਫਲਸ਼ਿੰਗ ਐਂਡ ਲਾਉਂਡਰੀ ਡਿਊ ਟੂ ਲੋਅਰ ਲੈਵਲਸ ਆਫ ਕੰਟੈਮੀਨੇਸ਼ਨ। ਇਹਨਾਂ ਨੂੰ ਕੰਟੈਮੀਨੇਸ਼ਨ ਇਹਨਾਂ ਦਾ ਘੱਟ ਹੁੰਦਾ ਹੈ, ਇਹਨਾਂ ਨੂੰ ਦੁਬਾਰਾ ਯੂਜ਼ ਕੀਤਾ ਜਾ ਸਕਦਾ ਹੈ ਔਰ ਜ਼ਿਆਦਾ ਕੈਮੀਕਲ ਮੈਥਡ ਦੀ ਯੂਜ਼ ਨਹੀਂ ਹੈ ਇਹਨੂੰ ਰੀਟਰੀਟ ਕਰਨ ਵਾਸਤੇ। ਹਾਊਸਹੋਲਡ ਵੇਸਟ ਜਨਰੇਟਡ ਫਰੋਮ ਟਾਇਲਟ, ਡਿਸ਼ਵਾਸ਼ਰਸ ਐਂਡ ਕਿਚਨ, ਉਹਨੂੰ ਬਲੈਕ ਵਾਟਰ ਕਹਿੰਦੇ ਨੇ, ਇਸਨੂੰ ਡਾਇਰੈਕਟ ਦੁਬਾਰਾ ਯੂਜ਼ ਨਹੀਂ ਕਰ ਸਕਦੇ। ਇਟ ਕੰਟੇਨਸ ਹਾਈ ਕੰਸੈਂਟ੍ਰੇਸ਼ਨ ਆਫ ਆਰਗੈਨਿਕ ਮੈਟਰ and bacteria, so it need to be treated appropriately by biological and chemical method ਦੀ ਇਹਨੂੰ ਯੂਜ਼ ਕਰਕੇ ਇਹਨੂੰ ਟ੍ਰੀਟ ਕੀਤਾ ਜਾ ਸਕਦਾ ਹੈ। ਵਾਟਰ ਫੁੱਟਪ੍ਰਿੰਟ, ਜਿਵੇਂ ਕਾਰਬਨ ਫੁੱਟਪ੍ਰਿੰਟ ਹੁੰਦਾ ਉਵੇਂ ਹੀ ਵਾਟਰ ਫੁੱਟਪ੍ਰਿੰਟ ਹੁੰਦਾ ਹੈ ਕਿ ਅਸੀਂ ਜਿੱਥੇ ਜਾ ਰਹੇ ਹਾਂ ਉੱਥੇ ਹੀ ਪਾਣੀ ਦੀ ਸਾਨੂੰ ਹਰ ਜਗ੍ਹਾ ਤੇ ਜ਼ਰੂਰਤ ਹੈਗੀ ਹੈ, ਲੋੜ ਹੈਗੀ ਹੈ, ਤਾਂ ਉਹਨੂੰ ਅਸੀਂ ਵਾਟਰ ਫੁੱਟਪ੍ਰਿੰਟ ਕਹਿੰਦੇ ਹਾਂ। The water footprint measures the amount of water used to produce each of the goods and services we use। ਜਿਹੜੀਆਂ ਚੀਜ਼ਾਂ ਅਸੀਂ ਯੂਜ਼ ਕਰ ਰਹੇ ਹਾਂ ਉਹਨਾਂ ਨੂੰ ਬਣਾਉਣ ਵਾਸਤੇ ਜਿੰਨਾ ਪਾਣੀ ਦੀ ਸਾਨੂੰ ਲੋੜ ਪਈ ਹੈ ਉਹਨੂੰ ਅਸੀਂ ਵਾਟਰ ਫੁੱਟਪ੍ਰਿੰਟ ਕਹਿੰਦੇ ਹਾਂ, ਠੀਕ ਹੈ। ਜੇ ਅਸੀਂ ਕੋਈ ਟੈਕਸਟਾਈਲ ਹੈ, ਅਸੀਂ ਕਲੋਥਿੰਗ ਕੱਪੜੇ ਵੀ ਪਾ ਰਹੇ ਹਾਂ, ਇੱਕ ਜੈਕਟ ਪਾਉਣ ਦੇ ਲਈ ਵੀ ਸਾਨੂੰ ਉਹਨੂੰ ਪਾਉਣ ਦੀ ਬਾਅਦ ਦੀ ਗੱਲ ਹੈ, ਉਹਨੂੰ ਮੈਨੂਫੈਕਚਰਿੰਗ ਦੇ ਲਈ, ਬਣਨ ਦੇ ਲਈ, ਉਹਨੂੰ ਬਣਨ ਦੇ ਲਈ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ लगती है, बहुत ज्यादा पानी यूज होता है। चाहे मोबाइल फोन्स है, ठीक है, चाहे कोई लैपटॉप है, कोई भी ऑटोमोबाइल्स है, राइट, एवरीथिंग विच वी आर यूजिंग अनु बनाने दे विच कई ज्यादा पानी दी बहुत अमाउंट दी पानी दी जरूरत लगती है। वाटर फुटप्रिंट कैन आल्सो टेल अस हाउ मच वाटर इज बीइंग कंज्यूम्ड बाय अ पर्टिकुलर कंट्री। एक कंट्री ਦੇ ਦੁਆਰਾ ਇੱਕ ਕੰਟਰੀ ਕਿੰਨਾ ਪਾਣੀ ਯੂਜ਼ ਕਰ ਰਹੀ ਹੈ ਔਰ ਗਲੋਬਲੀ ਔਰ ਸਪੈਸਿਫਿਕ ਰਿਵਰ ਬੇਸਿਨ ਔਰ ਫਾਰਮ ਐਂਡ ਐਕਵੀਫਾਇਰ। ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਕਿਸ ਚੀਜ਼ ਨੂੰ ਬਣਾਉਣ ਦੇ ਲਈ ਜਾਂ ਉਗਾਉਣ ਦੇ ਲਈ ਸਾਨੂੰ ਜ਼ਰੂਰਤ ਪੈਂਦੀ ਹੈ। ਬਾਰਲੇ ਦੇ ਵਿੱਚ ਇਹ ਸਾਰਾ ਦਾ 1 ਪਾਉਂਡ ਪਾਣੀ 500 ग्राम, अगर 500 ग्राम अगर बारले उगाना है तो सानू 650 पाउंड ਇਹ ਦਿੱਤਾ ਹੋਇਆ ਹੈ, ਇੰਨਾ ਜ਼ਿਆਦਾ ਪਾਣੀ ਸਾਨੂੰ ਯੂਜ਼ ਕਰਨਾ ਪਏਗਾ। ਸਿਮਿਲਰਲੀ ਵੀਟ ਦੇ ਵਿੱਚ 650, ਦੈਨ ਅਗੇਨ ਵੀ ਹੈਵਿੰਗ ਅ ਟੀ, ਸਭ ਤੋਂ ਜ਼ਿਆਦਾ ਸਭ ਤੋਂ ਘੱਟ ਪਾਣੀ ਜੋ ਹੈ ਟੀ ਨੂੰ ਚਾਹੀਦਾ ਹੈ, ਠੀਕ ਹੈ। ਐਂਡ ਸਭ ਤੋਂ ਜ਼ਿਆਦਾ ਵਾਟਰ ਜੋ ਹੈ ਉਹ ਬੀਫ ਪ੍ਰੋਡਕਸ਼ਨ ਯਾਨੀ ਕਿ ਬੀਫ ਬਣਾਉਂਦੇ ਆ ਜਦੋਂ, ਸਭ ਤੋਂ ਜ਼ਿਆਦਾ ਪਾਣੀ ਇਹ ਯੂਜ਼ ਹੁੰਦਾ ਇੱਥੇ 4650, 4650 ਪਾਉਂਡ ਪਾਣੀ, 50 ग्राम, सिर्फ 50 ग्राम, सॉरी 500 ग्राम जो है वो बीफ बनाने ਦੇ ਲਈ यूज ਕੀਤਾ ਜਾਂਦਾ ਹੈ। ਔਰ ਸਭ ਤੋਂ ਘੱਟ ਪਾਣੀ ਚਾਹੀਦਾ ਹੈ ਚਾਹ ਵਾਸਤੇ, ਰਾਈਟ। ਅਗੇਨ ਦ ਵਾਟਰ ਫੁੱਟਪ੍ਰਿੰਟ ਆਫ ਆਰ ਪ੍ਰੋਡਕਟਸ ਲਾਈਕ ਜੀਨਸ ਬਣਾਉਣ ਵਾਸਤੇ 8000 ਲੀਟਰ ਪਾਣੀ ਯੂਜ਼ ਹੁੰਦਾ ਹੈ, ਸਮਾਰਟਫੋਨ ਵਾਸਤੇ 12760 ਲੀਟਰ ਪਾਣੀ, ਔਰ ਇਹ ਰੀਯੂਜ਼ ਨਹੀਂ ਕੀਤਾ ਜਾਂਦਾ, ਇਸ ਪਾਣੀ ਨੂੰ ਦੁਬਾਰਾ ਯੂਜ਼ ਨਹੀਂ ਕਰਦੇ, ਪੋਲਿਊਟ ਹੋ ਜਾਂਦਾ ਪਾਣੀ, ਕੰਟੈਮੀਨੇਟ ਹੋ ਜਾਂਦਾ ਹੈ ਤਾਂ ਇਹਨੂੰ ਸਿੱਧਾ ਥਰੋ ਆਫ ਕਰ ਦਿੰਦੇ ਨੇ। ਸੀ ਐਪਲ ਦੇ ਵਿੱਚ 125 ਲੀਟਰ ਇੱਕ ਐਪਲ ਨੂੰ ਬਣਾਉਣ ਵਾਸਤੇ ਲੱਗਦਾ ਹੈ। ਕੱਪ ਆਫ ਕਾਫੀ ਦੇ ਵਿੱਚ 132 ਲੀਟਰ, ਔਰ ਸਭ ਤੋਂ ਜ਼ਿਆਦਾ ਪਾਣੀ ਤੁਸੀਂ ਸੋਚ ਲਓ ਵੀ ਆਪਾਂ ਨੂੰ ਕਿਹੜੀ ਚੀਜ਼ ਕੰਜ਼ਿਊਮ ਕਰਨੀ ਚਾਹੀਦੀ ਹੈ ਕਿਹੜੀ ਨਹੀਂ, ਰਾਈਟ।
3 टाइप्स ऑफ फुटप्रिंट होंगे ने, ग्रीन वाटर फुटप्रिंट, ब्लू वाटर फुटप्रिंट एंड ग्रे वाटर फुटप्रिंट। तो वाटर फुटप्रिंट ਦਾ ਨੈਟਵਰਕ ਹੈ, ਵਾਟਰ ਫੁਟਪ੍ਰਿੰਟ ਨੈਟਵਰਕ ਇਹ ਇਦਾਂ ਦਾ ਪਲੇਟਫਾਰਮ ਹੈ, ਕੋਲੈਬੋਰੇਸ਼ਨ ਕਰਦਾ ਹੈ ਕੰਪਨੀਆਂ ਦੇ ਨਾਲ, ਆਰਗੇਨਾਈਜੇਸ਼ਨਸ ਦੇ ਨਾਲ ਔਰ ਇੰਡੀਵਿਜੂਅਲਸ ਦੇ ਨਾਲ ਵੀ। ਇਹ ਵਰਲਡ ਵਾਟਰ ਦੀ ਕ੍ਰਾਈਸਿਸ ਹੈ ਉਹਨੂੰ ਸੋਲਵ ਕਰਨ ਦੇ ਲਈ ਔਰ ਐਡਵਾਂਸ ਫੇਅਰ ਸਮਾਰਟ ਵਾਟਰ ਯੂਜ਼ ਨੂੰ ਇਹ ਯੂਜ਼ ਕਰਦੇ ਨੇ, ਸਮਾਰਟ ਵਾਟਰ ਨੂੰ ਸਮਾਰਟਲੀ ਤਰੀਕੇ ਨਾਲ ਯੂਜ਼ ਕਰਦੇ ਨੇ ਵਾਟਰ ਕ੍ਰਾਈਸਿਸ ਨੂੰ ਡੀਲ ਕਰਨ ਦੇ ਲਈ। ਇਹਨੂੰ ਵਾਟਰ ਫੁਟਪ੍ਰਿੰਟ ਨੈਟਵਰਕ ਕਹਿੰਦੇ ਨੇ, ਜਿੰਦੇ ਵਿੱਚ ਪਾਰਟਿਸਿਪੇਟ ਕਰਦੀਆਂ ਨੇ ਡਿਫਰੈਂਟ ਕੰਪਨੀਆਂ, ਡਿਫਰੈਂਟ ਆਰਗੇਨਾਈਜੇਸ਼ਨਸ ਐਂਡ ਇੰਡੀਵਿਜੂਅਲਸ ਆਲਸੋ। ਯੂਐਨ ਵਾਟਰ ਕਨਵੈਨਸ਼ਨ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਯੂਐਨ ਕਨਵੈਨਸ਼ਨ ਜਿਹੜੀ ਹੈ ਇਹਨੂੰ ਵਾਟਰ ਕਨਵੈਨਸ਼ਨ ਵੀ ਕਹਿੰਦੇ ਨੇ, ਹੈਲਸਿੰਕੀ ਕਨਵੈਨਸ਼ਨ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਯੂਐਨ ਦੇ ਮੈਂਬਰ ਸਟੇਟਸ ਨੇ 2016 ਦੇ ਵਿੱਚ ਇਹਨਾਂ ਨੂੰ ਨੈਗੋਸ਼ੀਏਟ ਕਰਕੇ ਇਹ ਰੀਜਨਲ ਇੰਸਟਰੂਮੈਂਟ ਦੇ ਵਿੱਚ ਇਹ ਬਣਾਈ ਸੀ, ਸਟਾਰਟ ਕੀਤੀ ਸੀ। ਔਰ ਵਾਟਰ ਕਨਵੈਨਸ਼ਨ ਦੇ ਵਿੱਚ ਇਹ ਪਾਵਰਫੁਲ ਟੂਲ ਹੈ, ਪ੍ਰਮੋਟ ਕਰਦਾ ਹੈ। ਔਰ 2030 ਤੱਕ ਦਾ ਇਹਨਾਂ ਦਾ ਏਜੰਡਾ ਹੈ ਫॉर ਸਸਟੇਨੇਬਲ ਡਿਵੈਲਪਮੈਂਟ ਦਾ। 17 ਸਸਟੇਨੇਬਲ ਡਿਵੈਲਪਮੈਂਟ ਦੇ ਗੋਲ ਹੈ ਸਾਡੇ ਕੋਲੇ, ਔਰ ਇਹ ਜਿੰਦੇ ਵਿੱਚ ਵਾਟਰ ਕੰਜ਼ਰਵੇਸ਼ਨ ਵੀ ਇੱਕ ਬਹੁਤ ਵੱਡਾ ਟੌਪਿਕ ਆ ਜਾਂਦਾ ਹੈ। ਇਹ ਇੱਕ ਇੰਟਰਨੈਸ਼ਨਲ ਲੀਗਲ ਇੰਸਟਰੂਮੈਂਟ ਹੈ ਐਂਡ ਇੰਟਰ ਗਵਰਨਮੈਂਟਲ ਪਲੇਟਫਾਰਮ ਹੈ, ਜਿਨ੍ਹਾਂ ਦਾ ਏਮ ਹੈ ਸਸਟੇਨੇਬਲ ਯੂਜ਼ ਕਰਨਾ ਟਰਾਂਸ ਬਾਉਂਡਰੀ ਵਾਟਰ ਰਿਸੋਰਸਿਸ ਨੂੰ। ਓਕੇ, ਕਿ ਇੰਡੀਆ ਵਾਟਰ ਕਨਵੈਨਸ਼ਨ ਦਾ ਪਾਰਟ ਹੈ ਜਾਂ ਨਹੀਂ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ ਜਾਂਦਾ ਹੈ। ਓਕੇ, ਪ੍ਰੀ ਔਰ ਮੇਨਸ ਦੇ ਵਿੱਚ ਦੋਨਾਂ ਦੇ ਵਿੱਚ ਆਉਂਦਾ ਹੈ। तो वर्ल्ड वाटर असैसमेंट प्रोग्राम ये यूनेस्को ने स्टैबलिश किया है 2000 ਦੇ ਵਿੱਚ। ਇਹਦਾ ਪਹਿਲਾਂ ਵੀ ਸਾਡੇ ਕੋਲੇ ਇੱਕ ਸਲਾਈਡ ਆਈ ਹੈ। in response to call from the UN Commission on Sustainable Development, ਇਹਨਾਂ ਨੇ ਉਸ ਦੇ ਉੱਤੇ ਲਿਆ ਸੀਗਾ ਇਹ ਸਟੈਪ ਚੱਕਿਆ ਹੈ। UN system wide periodic global overview of the status in terms of quantity and quality, use of management of fresh water resources। ਇਹਨਾਂ ਦਾ ਕੰਮ ਕੀ ਹੈ ਮੇਨ, ਜਿਹੜੇ ਵੀ ਫਰੈਸ਼ ਵਾਟਰ ਯੂਜ਼ ਨੇ, ਰਿਸੋਰਸਿਸ ਨੇ, ਉਹਨਾਂ ਨੂੰ ਯੂਜ਼ ਔਰ ਮੈਨੇਜਮੈਂਟ, ਉਹਨਾਂ ਦੀ ਕੁਆਲਿਟੀ ਔਰ ਕੁਆਂਟੀਟੀ ਦੋਨਾਂ ਦੇ ਉੱਤੇ ਦੇਖਣਾ ਔਰ ਨਿਗਾਹ ਰੱਖਣਾ। UN World Water Development Report 2021। ਇੰਡੀਆ ਅਭੀ ਹੁਣ ਕੀ ਹੈ, ਇਹ ਇੰਡੀਆ ਦੇ ਲਾਜ਼ ਨੇ ਵਾਟਰ ਪੋਲਿਊਸ਼ਨ ਦੇ ਲਈ। ਅਸੀਂ ਹਲੇ ਤੱਕ ਦੇਖ ਚੁੱਕੇ ਹਾਂ ਵਰਲਡ ਵਾਈਡ ਇੰਪੈਕਟ। ਹੁਣ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਨੇ ਕੀ ਸਟੈਪਸ ਚੱਕੇ ਨੇ। ਵਾਟਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਪੋਲਿਊਸ਼ਨ ਐਕਟ 1974, ਇਹ ਉਹੀ ਵਾਲਾ ਟਾਈਮ ਪੀਰੀਅਡ ਹੈ ਜਦੋਂ ਗ੍ਰੀਨ ਰੈਵੋਲੂਸ਼ਨ ਆ ਚੁੱਕਿਆ ਹੈ, ਔਰ ਗ੍ਰੀਨ ਰੈਵੋਲੂਸ਼ਨ ਦੇ ਕਰਕੇ ਔਰ ਇੰਡਸਟਰੀ ਵੀ ਆ ਚੁੱਕਿਆ ਹੈ। ਇੰਡਸਟਰੀਲਾਈਜੇਸ਼ਨ ਇੰਡੀਆ ਦੇ ਵਿੱਚ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਜਦੋਂ ਇੰਡਸਟਰੀਲਾਈਜੇਸ਼ਨ ਹੈ, ਗ੍ਰੀਨ ਰੈਵੋਲੂਸ਼ਨ ਹੈ, ਯਾਨੀ ਕਿ ਵਾਟਰ ਦਾ ਕੰਟੈਮੀਨੇਸ਼ਨ ਜ਼ਿਆਦਾ ਵਧਣਾ ਸਟਾਰਟ ਹੋ ਗਿਆ ਹੈ ਇਨ ਦੀ ਫਾਰਮ ਆਫ ਲਾਈਕ ਐਗਰੀਕਲਚਰਲ ਵੇਸਟ ਵਧਣਾ ਸਟਾਰਟ ਹੋ ਗਿਆ, ਠੀਕ ਹੈ, ਇੰਡਸਟਰੀਅਲ ਵੇਸਟ ਵਧਣਾ ਸਟਾਰਟ ਹੋ ਗਿਆ, ਠੀਕ ਹੈ, ਹਾਊਸ ਹੋਲਡ ਵੇਸਟ ਵਧਣਾ ਵੀ ਸਟਾਰਟ ਹੋ ਗਿਆ। ਕਿਉਂ? ਇੰਟਰੋਡਿਊਸ ਆਫ ਨਿਊ ਟਾਈਪਸ ਆਫ soap, shampoos, detergents, ਇੰਨਾ ਕਰਕੇ ਹੋ ਕੀ ਰਿਹਾ, ਇਹ ਸਾਰੇ ਕਾਜ਼ ਕਰ ਰਹੇ ਨੇ ਵਾਟਰ ਪੋਲਿਊਸ਼ਨ ਨੂੰ, ਰਾਈਟ। ਔਰ ਇਹ ਵਾਟਰ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਲਈ 1974 ਦੇ ਵਿੱਚ ਇੱਕ ਐਕਟ ਲਿਆਇਆ ਗਿਆ, ਔਰ ਜਿਹਦੇ ਵਿੱਚ CPCB ਨੂੰ ਵੀ ਬਣਾਇਆ ਗਿਆ, ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ, ਜਿਹਦੇ ਵਿੱਚ ਇਹਨਾਂ ਨੇ ਪ੍ਰਮੋਟ ਕੀਤਾ ਕਲੀਨਲੀਨੈਸ ਆਫ ਸਟਰੀਮਸ and wells in different areas of the states, right? Now we having the water prevention and control, CPCB, water prevention and control of pollution cess act। what is cess? cess ਹੈ ਕਿ ਇਹ ਟੈਕਸ ਦੇ ਉੱਤੇ ਇੱਕ ਹੋਰ ਟੈਕਸ ਲੱਗ ਜਾਣਾ, ਇਹਨੂੰ ਕਹਿੰਦੇ ਨੇ ਸੈਸ। ਇਹਨੂੰ 2003 ਦੇ ਵਿੱਚ ਇਹਨਾਂ ਨੂੰ ਇੰਟਰੋਡਿਊਸ ਕੀਤਾ ਗਿਆ ਸੀ। ਅਕੋਰਡਿੰਗ ਦਾ ਸੈਕਸ਼ਨ 2 ਆਫ ਦਿਸ ਐਕਟ, ਇੰਡਸਟਰੀਜ਼ ਜਿਹੜੀ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਦੇ ਵਿੱਚ ਲੱਗੀਆਂ ਨੇ, ਪ੍ਰੋਸੈਸ ਕਰਦੀਆਂ ਨੇ ਸੀਵੇਜ ਔਰ ਡਿਸਪੋਜ਼ਲ ਟ੍ਰੀਟਮੈਂਟ ਔਰ ਐਨੀ ਇੰਡਸਟਰੀਅਲ ਐਫਲੂਐਂਟ, ਕਿਸੇ ਵੀ ਤਰ੍ਹਾਂ ਦਾ ਵਾਟਰ ਜੋ ਹੈ ਉਹ ਜਨਰੇਟ ਵੇਸਟ ਜਨਰੇਟ ਕਰ ਰਹੀਆਂ ਨੇ, ਉਹਨਾਂ ਨੂੰ ਟ੍ਰੀਟ ਕਰਕੇ ਇਹਨਾਂ ਨੂੰ ਲਗਾਉਣਾ ਪਏਗਾ। ਵੀ ਹੈਵਿੰਗ ਅ ਰਾਈਟ ਟੂ ਕਲੀਨ ਵਾਟਰ, ਅ ਫੰਡਾਮੈਂਟਲ ਰਾਈਟ। ਸਾਡੇ ਕੋਲੇ ਫੰਡਾਮੈਂਟਲ ਰਾਈਟ ਹੈ ਸਾਫ਼ ਪਾਣੀ ਲੈਣ ਦਾ। ਇਹ ਸਿਰਫ ਸਾਡਾ ਕੋਲੇ ਇਕੱਲੇ ਕਨਸਟੀਟਿਊਸ਼ਨ ਦੇ ਵਿੱਚ ਇਕੱਲਾ ਫੰਡਾਮੈਂਟਲ ਰਾਈਟ ਨਹੀਂ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਰਟੀਕਲ 21, ਇਟ ਇਜ਼ ਅ ਫੰਡਾਮੈਂਟਲ ਰਾਈਟ
ਆਰਟੀਕਲ 48 ਵਿੱਚ ਮੈਂਸ਼ਨ ਕੀਤਾ ਹੈ, ਯਾਨੀ ਕਿ ਇਹ ਹਰ ਇੱਕ ਡੀਪੀਐਸਪੀ ਹੈ, ਹਰੇਕ ਸਟੇਟ ਦੀ ਇੱਕ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਸਾਰਿਆਂ ਨੂੰ ਕਲੀਨ ਵਾਟਰ ਦਿੱਤਾ ਜਾਵੇ। ਇਟ ਇਜ਼ ਅੰਡਰ ਡੀਪੀਐਸਪੀ। ਐਂਡ ਆਰਟੀਕਲ 51 ਜੀ, ਜਿਹਨੂੰ ਅਸੀਂ ਕਹਿੰਦੇ ਨੇ ਫੰਡਾਮੈਂਟਲ ਡਿਊਟੀਜ਼, ਇਹ ਸਾਡੀ ਡਿਊਟੀ ਵੀ ਹੈ ਕਿ ਪਾਣੀ ਨੂੰ ਕਲੀਨ ਰੱਖਿਆ ਜਾਵੇ। ਠੀਕ ਹੈ, ਤਾਂ ਇੰਡੀਅਨ ਜੁਡੀਸ਼ਰੀ ਨੇ ਇਹ ਕੰਟਰੋਲਿੰਗ ਪੋਲਿਊਸ਼ਨ ਆਫ ਵਾਟਰ ਦੇ ਲਈ ਦਿੱਤਾ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਆਰਟੀਕਲ 21, 48 ਐਂਡ 51 ਜੀ ਦੇ ਵਿੱਚ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਕਿ ਰਾਈਟ ਟੂ ਕਲੀਨ ਵਾਟਰ, ਇਟ ਇਜ਼ ਆਵਰ ਫੰਡਾਮੈਂਟਲ ਰਾਈਟ। ਸਟੈਂਡਰਡ ਔਨ ਵਾਟਰ ਕੁਆਲਿਟੀ ਇਨ ਇੰਡੀਆ, ਇਹ ਹੈ ਇੰਡੀਅਨ ਸਟੈਂਡਰਡ ਡਰਿੰਕਿੰਗ ਵਾਟਰ ਦੀ ਸਪੈਸੀਫਿਕੇਸ਼ਨ ਹੈ। ਇਹ ਸੈਕੰਡ ਰਿਵੀਜ਼ਨ ਹੈ, ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਦੁਆਰਾ ਇਹ ਰਿਲੀਜ਼ ਕੀਤਾ ਜਾਂਦਾ ਹੈ। ਸੋ ਇਹ ਇਹਨਾਂ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਸੀ ਕਿ ਕਿੰਨੇ ਅਮਾਉਂਟ ਦੇ ਵਿੱਚ ਕੋਈ ਵੀ any harmful chemical can be introduced in ਕਿੰਨੀ ਅਮਾਉਂਟ ਦੇ ਵਿੱਚ। ਸੋ ਇਹ ਤੁਸੀਂ ਪੂਰਾ ਡੇਟਾ ਦੇਖ ਸਕਦੇ ਹੋ। ਕੈਡਮੀਅਮ, ਸਾਇਨਾਈਡ ਨੂੰ ਤਾਂ ਬਿਲਕੁਲ ਹੀ ਬੈਨ ਕਰ ਦਿੱਤਾ ਗਿਆ, 0.05 ਅਸੈਪਟੇਬਲ ਲਿਮਿਟ ਹੈ ਇਹਦੀ, ਬਿਲਕੁਲ ਰਿਲੈਕਸੇਸ਼ਨ ਨਹੀਂ ਦਿੱਤਾ ਗਿਆ ਔਰ ਇਹ ਬਿਲਕੁਲ ਬੈਨ ਕਰ ਦਿੱਤੇ ਨੇ। ਲੈਡ, ਮਰਕਰੀ, ਨਿਕਲ, these all are this is the list you can be extract from the internet। these are the parameters ਹੈ। ਇਹ concern toxic subsistence ਦੇ ਉੱਤੇ ਨੇ, right? So you can be take it from the internet, there is the same। these are the pesticide residues, limits and test methods। ਇਹ ਸਾਰਿਆਂ ਦੇ ਕਈ ਤਰ੍ਹਾਂ ਦੇ ਮੈਥਡਸ ਦਿੱਤੇ ਹੋਏ ਨੇ ਇਹਨਾਂ ਨੇ। so we having a 100% sample has failed, 100% samples failed in 7 cities। ਇਹ 7 cities ਇਹਨਾਂ ਨੇ ਲਈਆਂ ਸੀਗੀਆਂ ਫॉर ਸੈਂਪਲ ਟੈਸਟਿੰਗ ਫॉर ਵਾਟਰ ਦੇ ਲਈ, ਜਿੰਦੇ ਵਿੱਚ ਟੌਪ ਕੀਤਾ ਡਰਿੰਕੇਬਲ ਵਾਟਰ। ਮੁੰਬਈ ਜੋ ਹੈ ਉਹ 10 ਦੇ ਵਿੱਚ ਉਹਨਾਂ ਨੇ 10 ਮਾਰਕਸ ਸਕੋਰ ਕੀਤੇ ਹੈ, ਬਿਲਕੁਲ 0 ਸੈਂਪਲ ਫੇਲ ਹੋਇਆ ਇਹਨਾਂ ਦਾ। ਔਰ ਪੈਰਾਮੀਟਰ ਨਾਟ ਮੈਟ ਆਊਟ ਆਫ 28, ਯਾਨੀ ਕਿ ਕੋਈ ਵੀ ਏਦਾਂ ਦੀ ਚੀਜ਼ ਨਹੀਂ ਸੀ ਕਿ ਮੁੰਬਈ ਦੇ ਪਾਣੀ ਨੇ ਉਹ ਮੀਟ ਨਾ ਕੀਤੀ ਹੋਵੇ। ਸੋ 28 ਆਫਟਰ 28 ਦੇ ਗॉट ਐਂਡ they got 0 ਸੈਂਪਲ ਫੇਲ। हैदराबाद ਦੇ ਵਿੱਚ 1 ਆਇਆ ਹੈ। ਤਾਂ ਸਭ ਤੋਂ ਜ਼ਿਆਦਾ ਬਿਲਕੁਲ ਹੀ ਪਾਸ ਨਹੀਂ ਕੀਤਾ ਹੋਇਆ ਦਿੱਲੀ। ਦਿੱਲੀ 에ਅਰ ਪੋਲਿਊਸ਼ਨ ਦੇ ਵਿੱਚ ਵੀ ਟੌਪ ਤੇ ਹੈ, ਵਾਟਰ ਪੋਲਿਊਸ਼ਨ ਦੇ ਵਿੱਚ ਵੀ ਟੌਪ ਤੇ ਹੈ। ਵੈਸੇ ਇਟ ਇਜ਼ ਅ ਕੰਟਰੀ ਆਫ ਇਟ ਇਜ਼ ਅ ਕੈਪੀਟਲ ਆਫ ਆਰ ਕੰਟਰੀ ਸੀ। ਸੋ ਇਹਨਾਂ ਨੇ ਫੇਲ 11 ਸੈਂਪਲ ਇਹਨਾਂ ਨੇ ਫੇਲ ਕੀਤੇ ਨੇ ਔਰ 19 ਪੈਰਾਮੀਟਰਸ ਨੂੰ ਇਹਨਾਂ ਨੇ ਬਿਲਕੁਲ ਮੈਚ ਨਹੀਂ ਕੀਤਾ। ਦਿਸ ਇਜ਼ ਦ ਸੋਰਸ ਬਿਊਰੋ ਆਫ ਇੰਡੀਅਨ ਸਟੈਂਡਰਡ, ਬਿਊਰੋ ਆਫ ਇੰਡੀਅਨ ਸਟੈਂਡਰਡ ਤੋਂ ਲਿਆ ਗਿਆ ਇਹ ਡੇਟਾ ਹੈ। ਪੋਲਿਊਸ਼ਨ ਕੈਪੀਟਲ ਦਿੱਲੀ ਨੂੰ ਬਹੁਤ ਵੱਡਾ ਇੱਕ ਟਾਈਟਲ ਦਿੱਤਾ ਹੈ, ਪੋਲਿਊਸ਼ਨ ਕੈਪੀਟਲ। ਵਾਟਰ ਇਨ ਦਿੱਲੀ ਰੈਂਕ ਦ ਮੋਸਟ ਅਨਸੇਫ ਇਨ ਇੰਡੀਆ as a sample failed 19 out of 28 parameters which we have already discussed। so ਇਹ ਹੈ polluted water ਹੈ, ਜਿਹਦੇ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ, ਗਾਰਡੀਆ, ਕੋਲੇਰਾ, ਡਾਇਰੀਆ, ਟਾਈਫਾਈਡ, ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਨਿਊਰੋਲੋਜੀਕਲ ਪ੍ਰੋਬਲਮਸ ਵੀ ਹੋ ਸਕਦੀਆਂ ਨੇ। ਐਫਰਟਸ ਟੁਵਰਡਸ ਗੰਗਾ ਕੰਜ਼ਰਵੇਸ਼ਨ, ਇੱਕ ਪ੍ਰੋਜੈਕਟ ਚਲਾਏ ਗਏ ਸੀਗੇ ਇੱਕ ਰਿਵਰ ਕਲੀਨਿੰਗ ਵਾਸਤੇ, ਰਿਵਰ ਕੰਜ਼ਰਵੇਸ਼ਨ ਦੇ ਲਈ। ਹਾਲਾਂਕਿ ਨਾਮ ਇਹਨਾਂ ਦਾ ਗੰਗਾ ਦੇ ਉੱਤੇ ਨੇ, ਲੇਕਿਨ ਕਈ ਸਾਰੀ ਅਦਰ ਰਿਵਰਸ ਨੂੰ ਵੀ ਇਹਨਾਂ ਨੂੰ ਇਨਕਲੂਡ ਕੀਤਾ ਸੀ। ਅ ਸ਼ਿਫਟ ਟੁਵਰਡਸ ਬੇਸਿਨ ਬੇਸਡ ਅਪਰੋਚ, ਗੰਗਾ ਐਕਸ਼ਨ ਪਲਾਨ 1 ਇਟ ਵਾਜ਼ ਲੌਂਚਡ ਇਨ 1985 ਐਂਡ ਮੇਨ ਜੋ ਹੈ ਫੋਕਸ ਜੋ ਸੀ ਉਹ ਗੰਗਾ ਦੇ ਮੇਨ ਸਟੈਮ ਦੇ ਉੱਤੇ ਸੀਗਾ ਕਿ ਪ੍ਰੋਪਰ ਸਿਰਫ ਇੱਕ ਗੰਗਾ ਰਿਵਰ ਨੂੰ ਹੀ ਦੇਖਿਆ ਜਾਏਗਾ, ਜਿੰਦੇ ਵਿੱਚ 25 ਟਾਊਨਸ ਕਵਰ ਕੀਤੇ ਗਏ ਸੀ ਔਰ 260 ਸਕੀਮਸ ਨੂੰ ਕੰਪਲੀਟ ਕਰਦਾ ਹੈ। then we having a ਗੰਗਾ ਐਕਸ਼ਨ ਪਲਾਨ ਸੈਕਿੰਡ 1993 ਦੇ ਵਿੱਚ ਇਹਨੂੰ ਇੰਟਰੋਡਿਊਸ ਕੀਤਾ ਗਿਆ। ਇਹਨੂੰ ਮਰਜ ਕਰ ਦਿੱਤਾ ਸੀ ਨੈਸ਼ਨਲ ਰਿਵਰ ਕੰਜ਼ਰਵੇਸ਼ਨ ਪਲਾਨ ਦੇ ਨਾਲ 1996 ਦੇ ਵਿੱਚ। ਔਰ ਇਹਦੇ ਵਿੱਚ ਸਿਰਫ ਗੰਗਾ ਦੇ ਮੇਨ ਸਟੈਮ ਹੀ ਨਹੀਂ, ਇਹਦੀ ਟ੍ਰਿਬਿਊਟਰੀਜ਼ ਨੂੰ ਵੀ ਅੱਗੇ ਲੈ ਲਿਆ ਗਿਆ, ਕਿਉਂਕਿ ਓਬਵੀਅਸਲੀ ਗੰਗਾ ਦੇ ਵਿੱਚ ਅਦਰ ਜਦੋਂ ਜਿੰਨੀਆਂ ਵੀ ਰਿਵਰਸ ਨੇ ਆ ਕੇ ਮਿਲਦੀਆਂ ਨੇ ਤਾਂ ਉਹ ਵੀ ਤਾਂ ਕੰਟੈਮੀਨੇਟਿਡ ਹੈ ਨਾ, ਤਾਂ ਅੱਗੇ ਐਟ ਦੀ ਐਂਡ ਜਾ ਕੇ ਫਿਰ ਵੀ ਪੋਲਿਊਟ ਤਾਂ ਹੋ ਹੀ ਜਾਣੀ ਹੈ। ਸੋ ਇਸ ਲਈ ਇਹਨਾਂ ਨੇ ਟ੍ਰਿਬਿਊਟਰੀਜ਼ ਨੂੰ ਵੀ ਇਨਕਲੂਡ ਕੀਤਾ, ਯਮੁਨਾ, ਗੋਮਤੀ, ਦਾਮੋਦਰ ਐਂਡ ਮਹਾਨਦੀ, ਮਹਾਨਦੀ ਨੂੰ ਹੀ ਮਹਾਨੰਦਾ। ਸੋ these all are the tributaries ਜਿਨ੍ਹਾਂ ਨੂੰ ਗੰਗਾ ਐਕਸ਼ਨ ਪਲਾਨ 2 ਦੇ ਵਿੱਚ ਵੀ ਲਿਆ। then we are having a national river conservation plan, it was launched in 1995 ਜਿੰਦੇ ਵਿੱਚ ਗੰਗਾ ਐਕਸ਼ਨ ਪਲਾਨ ਸੈਕਿੰਡ ਨੂੰ
ਮਰਜ ਕਰ ਦਿੱਤਾ ਗਿਆ ਸੀ। ਇਹਨਾਂ ਨੇ 8 ਹੋਰ ਨਦੀਆਂ ਦੇ ਉੱਤੇ ਹੋਰ ਜ਼ਿਆਦਾ ਇਹਨਾਂ ਨੂੰ ਇਨਕਲੂਡ ਕਰ ਲਿਆ, ਜਿੰਦੇ ਵਿੱਚ ਬੇਤਵਾ, ਚੰਬਲ, ਮਹਾਨੰਦਾ, ਮੰਦਾਕਿਨੀ, ਰਾਮਗੰਗਾ ਐਂਡ ਯਮੁਨਾ। then we are having a national ਗੰਗਾ ਰਿਵਰ ਬੇਸਨ ਅਥਾਰਟੀ। in 2009 ਦੇ ਵਿੱਚ ਇੱਕ ਸੈਪਰੇਟ ਅਥਾਰਟੀ ਬਣਾਈ ਗਈ ਸੀ, ਜਿੰਦੇ ਵਿੱਚ ਜਿਹਨੂੰ ਪੀਐਮ ਚੇਅਰ ਕਰਦੇ ਆ, ਹੈਡ ਕਰਦੇ ਨੇ। ਔਰ then we are having a ਨਮਾਮੀ ਗੰਗੇ ਪ੍ਰੋਜੈਕਟ। ਨਮਾਮੀ ਗੰਗੇ ਯਾਨੀ ਕਿ ਗੰਗਾ ਐਂਡ ਰਿਲੇਟਡ ਅਦਰ ਰਿਵਰਸ, ਜਿਨ੍ਹਾਂ ਨੂੰ ਕਲੀਨ ਕਰਨ ਦੇ ਵਿੱਚ ਇਹਨਾਂ ਨੇ ਪ੍ਰੋਜੈਕਟ ਕੀਤਾ ਹੈ। ਇਹਦੇ ਲਈ ਇੱਕ ਸੈਪਰੇਟ ਮਿਨਿਸਟਰੀ ਬਣਾਈ ਹੈ। 11 ਬੇਸਿਨ ਸਟੇਟਸ ਵੀ ਕਵਰ ਕੀਤੀਆਂ ਨੇ। ਕੰਜ਼ਰਵੇਸ਼ਨ ਮੈਜਰ ਫॉर ਟ੍ਰਿਬਿਊਟਰੀਜ਼ ਆਫ ਗੰਗਾ। ਗੰਗਾ ਐਕਸ਼ਨ ਪਲਾਨ ਜੋ ਹੈ, ਤੁਸੀਂ ਆਪਾਂ ਲਾਸਟ ਪ੍ਰੀਵੀਅਸ ਸਲਾਈਡ ਦੇ ਵਿੱਚ ਦੇਖਿਆ ਹੀ ਹੈ ਕਿ it was the action plan taken up by the Ministry of Environment and Forest, Ministry of Environment and Forest 1985 ਦੇ ਵਿੱਚ ਇਹਨੂੰ ਸਟਾਰਟ ਕੀਤਾ ਗਿਆ ਸੀ। ਹਾਲਾਂਕਿ ਇਹ ਅੱਗੇ ਜ਼ਿਆਦਾ ਇਨਕਰੀਜ਼ ਹੀ ਕਰਦੀ ਰਹੀ ਹੈ ਮੇਜਰ ਰਿਵਰਸ ਦੇ ਵਿੱਚ। ਐਂਡ ਦੈਨ 1995 ਦੇ ਵਿੱਚ ਅਦਰ ਮੇਜਰ ਰਿਵਰਸ ਨੂੰ ਵੀ ਇਹਨਾਂ ਨੇ ਮਿਕਸ ਕਰ ਲਿਆ ਸੀਗਾ, ਜੁਆਇਨ ਕਰ ਲਿਆ ਸੀ ਨੈਸ਼ਨਲ ਰਿਵਰ ਕੰਜ਼ਰਵੇਸ਼ਨ ਪਲਾਨ ਦੇ ਥਰੂ 1995 ਦੇ ਵਿੱਚ। ਇਹ ਦੋ ਫੇਜ਼ ਗੰਗਾ ਐਕਸ਼ਨ ਪਲਾਨ ਹੈ, ਉਹ ਦੋ ਫੇਜ਼ ਦੇ ਵਿੱਚ ਚੱਲਿਆ ਸੀਗਾ। ਫਰਸਟ ਫੇਜ਼ ਦੇ ਵਿੱਚ ਜੋ ਹੈ 350 ਕਰੋੜ ਲਗਾਏ ਸੀ, ਐਂਡ ਸੈਕੰਡ ਫੇਜ਼ ਦੇ ਵਿੱਚ ਸਭ ਤੋਂ ਜ਼ਿਆਦਾ, ਕਿਉਂਕਿ ਇਹਦੇ ਵਿੱਚ ਅੱਗੇ ਅਦਰ ਟ੍ਰਿਬਿਊਟਰੀਜ਼ ਆਲਸੋ ਵਰ ਇਨਕਲੂਡਡ। ਸੋ ਗੰਗਾ ਐਕਸ਼ਨ ਪਲਾਨ ਦੇ ਮੇਨ ਜੋ ਸਟੈਪਸ ਲਏ ਸੀ, ਕਲੀਨਿੰਗ ਇਨੀਸ਼ੀਏਟਿਵ ਸਾਫ਼ ਕਰਨੀ ਹੈ, ਅਲੱਗ-ਅਲੱਗ ਤਰ੍ਹਾਂ ਦੀ ਅਥਾਰਟੀਜ਼ ਬਣਾਈਆਂ ਗਈਆਂ, ਵਾਟਰ ਕੁਆਲਿਟੀ ਨੂੰ ਮੈਜਰਸ ਕੀਤੇ ਗਏ, ਔਰ ਕੰਜ਼ਰਵੇਸ਼ਨ ਆਫ ਬਾਇਓਡਾਇਵਰਸਿਟੀ ਦੇ ਵਿੱਚ ਗੰਗੇਟਿਕ ਡੋਲਫਿਨ ਐਕਸੈਟਰਾ, ਇਹ ਸਾਰੀ ਚੀਜ਼ਾਂ ਛੱਡੀਆਂ ਗਈਆਂ। ਰਿਵਰ ਫਰੰਟ ਡਿਵੈਲਪਮੈਂਟ ਬਣਾਏ ਗਏ, ਰਿਸਰਚ ਪ੍ਰੋਗਰਾਮਸ ਤਿਆਰ ਕੀਤੇ ਗਏ, ਐਂਡ ਵੇਸਟ ਮੈਨੇਜਮੈਂਟ ਐਂਡ ਡਾਇਵਰਸਿਫਿਕੇਸ਼ਨ ਨੂੰ ਇੰਟਰੋਡਿਊਸ ਕੀਤਾ ਗਿਆ। ਨੈਸ਼ਨਲ ਮਿਸ਼ਨ ਫॉर ਕਲੀਨ ਗੰਗਾ, we have already discussed about this। ਨੈਸ਼ਨਲ ਇਹਨੂੰ ਪਹਿਲਾਂ ਨੈਸ਼ਨਲ ਗੰਗਾ ਰਿਵਰ ਬੇਸਨ ਅਥਾਰਟੀ ਸੀ, ਲੇਕਿਨ ਹੁਣ ਇਹਨੂੰ ਨੈਸ਼ਨਲ ਗੰਗਾ ਕਾਉਂਸਲ ਦੇ ਨਾਮ ਤੋਂ ਰੈਫਰ ਕੀਤਾ ਜਾਂਦਾ ਹੈ। ਐਂਡ ਇਹ ਅੰਡਰ ਕਨਸਟੀਟਿਊਟ ਕੀਤੀ ਗਈ ਸੀ ਪ੍ਰੋਵੀਜ਼ਨ ਅੰਡਰ provisions of the Environment Protection Act 1986 ਦੇ ਵਿੱਚ। ਇਹਦੇ ਬਸ ਮੇਨ ਕਨਸੈਪਟ ਇੰਨੀ ਹੀ ਹੈ। Environment Protection Act 1986 obviously ਜਦੋਂ ਇਹ ਉਹੀ ਟਾਈਮ ਪੀਰੀਅਡ ਹੈ ਜਦੋਂ ਇਨਵਾਇਰਨਮੈਂਟ ਨੂੰ ਪ੍ਰੋਟੈਕਟ ਕਦੋਂ ਕੀਤਾ ਜਾਏਗਾ, ਕਿਉਂਕਿ ਜਦੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤਾਂ ਇਹਨੂੰ ਪ੍ਰੋਟੈਕਟ ਕੀਤਾ ਜਾਂਦਾ ਹੈ। ਓਕੇ, ਨੈਸ਼ਨਲ ਗੰਗਾ ਕਾਉਂਸਲ ਦੀ ਜਿਹੜੀ ਸਟਰਕਚਰ ਹੈਗੀ ਹੈ, ਪ੍ਰੋਪਰ ਕਈ ਅਲੱਗ-ਅਲੱਗ ਡਿਵੀਜ਼ਨਸ ਦੇ ਵਿੱਚ ਇਹਨੂੰ ਡਿਵਾਈਡ ਕਰ ਦਿੱਤਾ ਸੀ। ਡੀਸੈਂਟਰਲਾਈਜ਼ਡ ਪ੍ਰੋਸੈਸ ਹੈ, ਜਿੰਦੇ ਵਿੱਚ ਨੈਸ਼ਨਲ ਗੰਗਾ ਕਾਉਂਸਲ ਅੰਡਰ ਚੇਅਰਮੈਨਸ਼ਿਪ ਆਫ ਪੀਐਮ ਪ੍ਰਾਈਮ ਮਿਨਿਸਟਰ ਇਹਨੂੰ ਚੇਅਰ ਕਰਦੇ ਨੇ। ਇੰਪਾਵਰਡ ਟਾਸਕ ਫੋਰਸ ਇਹਨਾਂ ਨੇ ਇੰਟਰੋਡਿਊਸ ਕੀਤੀ ਹੈ, ਜਿੰਦੇ ਵਿੱਚ ਜਲ ਸ਼ਕਤੀ ਮਿਨਿਸਟਰੀ ਬਣਾਈ ਗਈ, ਐਂਡ ਨੈਸ਼ਨਲ ਮਿਸ਼ਨ ਫॉर ਕਲੀਨ ਗੰਗਾ ਇਹਨਾਂ ਨੇ ਸਟਾਰਟ ਕੀਤਾ ਗਿਆ। ਸਟੇਟ ਗੰਗਾ ਕਮੇਟੀਜ਼ ਬਣਾਈਆਂ ਗਈਆਂ, ਡਿਸਟ੍ਰਿਕਟ ਅੱਗੇ ਇਹਨਾਂ ਨੇ ਕਮੇਟੀਜ਼ ਬਣਾਈਆਂ ਗਈਆਂ। ਪ੍ਰੋਪਰ ਡੀਸੈਂਟਰਲਾਈਜ਼ਡ ਪ੍ਰੋਸੈਸ ਹੈ, ਡੀਸੈਂਟਰਲਾਈਜ਼ਡ ਹੈ, ਯਾਨੀ ਕਿ ਕੰਮ ਨੂੰ ਡਿਵਾਈਡ ਕਰ ਦਿੱਤਾ ਗਿਆ। एम एंड ऑब्जेक्टिव की है नेशनल मिशन फॉर क्लीन गंगा। इन्हां दे ऑब्जेक्टिव है गंगा रिवर बेसिन अथॉरिटी टू इंश्योर द इफेक्टिव अबेटमेंट एंड पोल्यूशन। ऑब्वियसली क्लीन गंगा नु क्लीन करने दा पोल्यूशन दे उत्ते इन्हां ने मेन फोकस किया है। टू मेंटेन द मिनिमम इकोलॉजिकल फ्लो ऑफ रिवर गंगा, इंश्योरिंग द वाटर क्वालिटी एंड एनवायरमेंटल सस्टेनेबल डेवलपमेंट दे लई। then we having India seeks to arrest its alarming decline in groundwater। ਇੰਡੀਆ ਦੇ ਉੱਤੇ ਗਰਾਊਂਡ ਵਾਟਰ ਦੇ ਉੱਤੇ ਇੱਕ ਪ੍ਰੋਪਰ ਇੱਕ ਇਹ ਆਰਟੀਕਲ ਛਪਿਆ ਵਰਲਡ ਬੈਂਕ ਦੇ ਥਰੂ ਪਬਲਿਸ਼ ਕੀਤਾ ਇਹਨਾਂ ਨੇ ਕਿ ਇੰਡੀਆ ਦੇ ਵਿੱਚ ਗਰਾਊਂਡ ਵਾਟਰ ਜੋ ਹੈ ਉਹ ਬਹੁਤ ਜ਼ਿਆਦਾ ਘਟ ਰਿਹਾ, ਡਿਕਲਾਈਨ ਰੇਸ਼ੋ ਦੇ ਉੱਤੇ ਹੈ। ਇਹਦੇ ਉੱਤੇ ਪ੍ਰੋਪਰ ਇੱਕ ਆਰਟੀਕਲ ਦੱਸਿਆ ਹੈ। ਗਰਾਊਂਡ ਵਾਟਰ ਮੈਨੇਜਮੈਂਟ ਦ ਵਿਜ਼ੀਬਲ ਕ੍ਰਾਈਸਿਸ ਆਫ ਐਨ ਇੰਡੀਵਿਜੂਅਲ ਰਿਸੋਰਸ। ਗਰਾਊਂਡ ਵਾਟਰ ਮੈਨੇਜਮੈਂਟ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਇਸ ਵਕਤ ਆਪਣੇ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ। ਡਾਊਨ ਟੂ ਅਰਥ ਆਰਟੀਕਲ ਹੈ। then we are having ground water किथे किथे यूज हो रहा है, कंटामिनेट हो रहा है, एक्सेसिव एक्सट्रैक्ट हो रहा है। द रेड कलर यू कैन सी हियर, सब तो ज्यादा ग्राउंड वाटर जो है इत्थे यूज हो रहा है, राइट। एंड देन द येलो रीजन इत्थे भी ग्राउंड वाटर दा यूसेज काफी बढ़ रहा है। level of groundwater extraction lowest in 18 years finds study। ग्राउंड वाटर ਦਾ 18 ਸਾਲਾਂ ਦਾ ਇੰਨਾ ਵੱਡਾ ਰਿਪੋਰਟ ਹੈਗਾ ਕਿ 437.6 ਬਿਲੀਅਨ ਕਿਊਬਿਕ ਮੀਟਰ ਜੋ ਹੈ ਉਹ ਰੀਚਾਰਜ ਕੀਤਾ ਹੈ ਹੋਇਆ ਹੈ, ਐਜ਼ ਅਪੋਜ਼ ਟੂ ਐਕਸਟ੍ਰੈਕਟ ਕਿੰਨਾ ਕੀਤਾ ਸੀ
239 239.16 ਬਿਲੀਅਨ ਕਿਊਬਿਕ ਮੀਟਰ। ਇਹ ਮਿਨਿਸਟਰੀ ਰਿਸੋਰਸਿਸ ਨੇ 2022 ਦੀ ਇਹ ਲੇਟੈਸਟ ਰਿਪੋਰਟ ਹੈ। Out of total 7,089 assessment units in the country, 1,006 units have been categorized overexploited in the report. ਉਸ ਪੂਰੀ ਰਿਪੋਰਟ ਦੇ ਵਿੱਚ 7,099 ਅਸੈਸਮੈਂਟ ਹੋਈਆਂ ਨੇ ਤੇ 1,006 ਯੂਨਿਟ ਇਦਾਂ ਦੀਆਂ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਗਰਾਊਂਡ ਵਾਟਰ ਨੂੰ ਐਕਸਪਲੋਇਟ ਕੀਤਾ ਹੈ। ਕੰਪੈਰੀਟਿਵ ਐਨਾਲਿਸਿਸ ਇੱਕ ਕੰਪੈਰੀਜ਼ਨ ਕੀਤਾ ਗਿਆ 2020, 17 ਐਂਡ 22 ਐਂਡ 2014। ਇਹ ਕੰਪੈਰੀਟਿਵ ਐਨਾਲਿਸਿਸ ਹੈ पूरा के 436 बिलियन क्यूबिक मीटर है जिहड़ा ग्राउंड वाटर रिचार्ज होया एंड एक्सट्रैक्ट होया 2,245। 2017 ਦੇ ਵਿੱਚ 432 ਸੀ ਔਰ ਐਕਸਟ੍ਰੈਕਟ ਹੋਇਆ ਸੀ 249 ਐਂਡ 2022 ਦੇ ਵਿੱਚ ਹਾਲੇ ਤੱਕ ਬਿਲਕੁਲ ਘੱਟ ਹੋਇਆ ਹੈ। 2004 ਦੇ ਵਿੱਚ ਹੋਇਆ ਸੀ ਇਟ ਵਾਸ 231। ਸੈਂਟਰਲ ਗਰਾਊਂਡ ਵਾਟਰ ਅਥਾਰਟੀ ਸੈਂਟਰ ਦੇ ਵਿੱਚ ਇੱਕ ਅਥਾਰਟੀ ਪ੍ਰੋਪਰ ਬਣਾਈ ਗਈ ਹੈ। ਸਬ ਸੈਕਸ਼ਨ 3 ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੈ। ਇਸ ਅਥਾਰਟੀ ਜੋ ਹੈ ਵੇਰੀਅਸ ਐਕਟੀਵਿਟੀਜ਼ ਨੂੰ ਡੀਲ ਕਰਦੀ ਹੈ। ਮੇਜਰ ਹੈ ਇਹਨਾਂ ਦਾ ਡਿਵੈਲਪਮੈਂਟ ਟੂ ਇਨਸ਼ੋਰ ਇਟਸ ਲੌਂਗ ਟਰਮ ਸਸਟੇਨੇਬਿਲਿਟੀ ਵਾਟਰ ਦੇ ਉੱਤੇ ਇਹ ਫੋਕਸ ਕਰ ਰਹੀ ਹੈ। ਸੈਂਟਰ ਵਾਟਰ ਕਮਿਸ਼ਨ ਐਸਟੈਬਲਿਸ਼ ਕੀਤਾ ਗਿਆ ਹੈ ਜਿਹਦੇ ਵਿੱਚ ਮਿਨਿਸਟਰੀ ਆਫ ਜਲ ਸ਼ਕਤੀ ਨੂੰ ਪ੍ਰਮੋਟ ਕੀਤਾ ਗਿਆ ਹੈ ਐਂਡ ਸੈਂਟਰ ਵਾਟਰ ਕਮਿਸ਼ਨ ਜੋ ਹੈ ਉਹ ਚੇਅਰਮੈਨ ਹੈਡਡ ਬਾਈ ਅ ਚੇਅਰਮੈਨ ਵਿਦ ਦ ਸਟੇਟਸ of ex officio secretary to the government of India ਦਾ ਜੋ ਵੀ ਹੋਏਗਾ ਉਹ ਹੈ ਨਾ ਚੇਅਰ ਕਰੇਗਾ। ਜਲ ਜੀਵਨ ਮਿਸ਼ਨ we having a jal jeevan mission here established by the government of India। it was a ਇਹ ਪੂਰਾ ਇੱਕ ਮਿਸ਼ਨ ਇਹਨਾਂ ਨੇ ਗਵਰਨਮੈਂਟ ਆਫ ਇੰਡੀਆ ਨੇ ਚਲਾਇਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਪਾਈਪਡ ਵਾਟਰ ਸਪਲਾਈ ਸਾਰੇ ਰੂਰਲ ਏਰੀਆ ਨੂੰ ਬਾਈ 2024 ਤੱਕ ਹਰੇਕ ਘਰ ਵਿੱਚ ਪਾਣੀ ਹੋਗਾ। ਇਸ ਲਈ ਇੱਕ ਨਾਰਾ ਵੀ ਲਿਆਇਆ ਸੀਗਾ ਇਹਨਾਂ ਨੇ ਹਰ ਘਰ ਜਲ, ਹਿੰਦੀ ਵਿੱਚ ਕਹਿੰਦੇ ਹਰ ਘਰ ਜਲ, ਤੇ ਇਹਨੂੰ ਹਰ ਘਰ ਜਲ ਯਾਨੀ ਕਿ ਹਰੇਕ ਘਰ ਦੇ ਵਿੱਚ ਪਾਣੀ ਪਹੁੰਚਾਉਣਾ ਜ਼ਰੂਰੀ ਹੈ ਤੇ ਇਹਨਾਂ ਨੇ 2024 ਤੱਕ ਦਾ ਟਾਰਗੇਟ ਲਿਆ ਹੈ। ਇੰਟੀਗ੍ਰੇਟਿਡ ਡਿਮਾਂਡ ਐਂਡ ਸਪਲਾਈ ਸਾਈਡ ਮੈਨੇਜਮੈਂਟ ਆਫ ਵਾਟਰ ਐਂਡ ਲੋਕਲ ਲੈਵਲ ਇਹਨਾਂ ਨੇ ਅਲੱਗ-ਅਲੱਗ ਲੈਵਲਸ ਦੇ ਉੱਤੇ ਇਹਨਾਂ ਨੇ ਬਣਾਈਆਂ ਨੇ ਮੈਨੇਜਮੈਂਟ ਕਮੇਟੀਜ਼। it will converge with the other central and state government scheme। ਜਿਹੜੀਆਂ ਅਗਰ ਕਿਸੇ ਸਟੇਟ ਦੀ ਆਪਣੀ ਕੋਈ ਸਕੀਮ ਚੱਲ ਰਹੀ ਹੈ ਪਾਣੀ ਦੇ ਰਿਗਾਰਡਿੰਗ, ਜੇ ਤੁਸੀਂ ਘਰਾਂ 'ਚ ਪਾਣੀ ਪਹੁੰਚਾਉਣਾ ਕੋਈ ਅਲੱਗ ਸਟੇਟ ਦੀ ਚੱਲ ਰਹੀ ਹੈ ਤਾਂ ਉਹਨਾਂ ਨੂੰ ਵਿੱਚ ਡੀਲ ਮਿਕਸ ਕਰ ਲਿਆ ਜਾਏਗਾ, ਮਰਜ ਕਰ ਦਿੱਤਾ ਜਾਏਗਾ ਔਰ ਉਹਨਾਂ ਨਾਲ ਵੀ ਦੇਖਿਆ ਜਾਏਗਾ, ਉਹਨਾਂ ਨੂੰ ਨਾਲ ਲੈ ਕੇ ਚੱਲਣਗੇ। ਓਕੇ, ਸੋ ਵੀ ਆਰ ਹੈਵਿੰਗ ਅ ਟੈਪ ਵਾਟਰ ਕਨੈਕਸ਼ਨ ਇਹਨਾਂ ਦਾ ਮੇਨ ਇਹਨਾਂ ਦਾ ਮੋਟਿਵ ਹੈ। Jal Shakti Abhiyan we'll discuss in another slides. Then we having a Atal Bhujal Yojana. It is Ajal nahi Atal Bhujal Yojana. The Atal Bhujal Yojana is one of the it was established on the birth anniversary of Atal Bihari Vajpayee, that is in 25th December, and it's a center ਅਟਲ ਭੂਜਲ ਯੋਜਨਾ ਜੋ ਹੈ ਇੰਪਲੀਮੈਂਟਡ ਕੀਤੀ ਗਈ ਹੈ ਫॉर ਅ 5 ਈਅਰ ਪੀਰੀਅਡ ਦੇ ਲਈ 2020 ਤੋਂ ਲੈ ਕੇ 25 ਤੱਕ ਚੱਲੇਗੀ। ਠੀਕ ਹੈ, ਗਰਾਊਂਡ ਵਾਟਰ ਨੂੰ ਸੇਵ ਕਰਨ ਦੇ ਲਈ ਇਹ ਪ੍ਰੋਪਰ ਇੱਕ ਯੋਜਨਾ ਚਲਾਈ ਗਈ ਹੈ। ਇਹਨਾਂ ਨੇ ਮੇਜਰਲੀ ਸਟੇਟਸ ਜੋ ਹੈ ਉਹ ਫੋਕਸ ਕੀਤੇ ਹਨ ਗੁਜਰਾਤ, ਹਰਿਆਣਾ, ਕਰਨਾਟਕ, MP, ਮਹਾਰਾਸ਼ਟਰ, ਰਾਜਸਥਾਨ ਐਂਡ ਉੱਤਰ ਪ੍ਰਦੇਸ਼। ਇਹਨਾਂ ਸਟੇਟਸ ਦੇ ਉੱਤੇ ਫੋਕਸ ਕੀਤਾ ਗਿਆ ਹੈ। ਵੀ ਹੈਵਿੰਗ ਅ ਕੀ ਫੀਚਰ ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਲਗਾਇਆ ਇਹਨਾਂ ਨੇ, ਰਾਈਟ। ਇਹ ਸਾਰੇ ਇਹਨਾਂ ਦੇ ਕੀ ਫੀਚਰਸ ਨੇ ਅਟਲ ਭੂਜਲ ਯੋਜਨਾ ਦੇ। ਜਲ ਸ਼ਕਤੀ ਅਭਿਆਨ 2019 ਦੇ ਵਿੱਚ ਇਹ ਸਟਾਰਟ ਹੋਇਆ ਸੀ 2019 ਦੇ ਵਿੱਚ। ਇਹ ਜਲ ਸ਼ਕਤੀ ਦਾ ਕੀ ਹੈ ਕਿ ਓਵਰ ਐਕਸਪਲੋਇਟਡ ਵਾਟਰ ਜੋ ਹੈ ਉਹਨੂੰ ਕੰਜ਼ਰਵ ਕਰਨ ਦੇ ਲਈ, ਜਿੰਨਾ ਜ਼ਿਆਦਾ ਪਾਣੀ ਓਵਰ ਐਕਸਪਲੋਇਟ ਕੀਤਾ ਗਿਆ ਹੈ, ਇਹਨਾਂ ਨੇ 250 ਡਿਸਟ੍ਰਿਕਟਸ ਨੇ ਇਹਨਾਂ ਨੇ ਇੰਕਲੂਡ ਕੀਤਾ ਸੀ। 250 ਡਿਸਟ੍ਰਿਕਟਸ ਨੂੰ ਇਹਨਾਂ ਨੇ ਲੈ ਕੇ ਚੱਲੇ ਨੇ ਨਾਲ, ਤੇ ਇਹਨਾਂ ਨੇ ਇੱਕ ਕੈਂਪੇਨ ਚਲਾਇਆ ਸੀ ਕੈਚ ਦ ਰੇਨ। ਫਿਲਹਾਲ ਆਪਾਂ ਦੇਖਦੇ ਹਾਂ ਫੋਕਸ ਐਕਟੀਵਿਟੀਜ਼, ਵਰਕ ਸ਼ੈਡ ਡਿਵੈਲਪਮੈਂਟ, ਵਾਟਰ ਸ਼ੈਡ ਡਿਵੈਲਪਮੈਂਟ, ਜਿਹੜਾ ਪਾਣੀ ਰੇਨਫਾਲ ਤੋਂ ਹੋ ਰਿਹਾ ਹੈ ਉਹਨਾਂ ਨੂੰ ਕੰਜ਼ਰਵ ਕਰਕੇ ਕਿੱਦਾਂ ਯੂਜ਼ ਕਰਨਾ ਹੈ। ਵਾਟਰ ਕੰਜ਼ਰਵੇਸ਼ਨ ਐਂਡ ਰੇਨ ਵਾਟਰ ਹਾਰਵੈਸਟਿੰਗ ਦੇ ਉੱਤੇ ਪ੍ਰਮੋਟ ਕਰਨਾ ਇਹਨਾਂ ਨੇ, ਐਂਡ ਰੈਨੋਵੇਸ਼ਨ ਆਫ ਟ੍ਰੈਡੀਸ਼ਨਲ ਐਂਡ ਅਦਰ ਵਾਟਰ ਬੋਡੀਜ਼, ਉਹਨਾਂ ਨੂੰ ਰਿਨਿਊ ਕਰਨਾ ਹੈ। ਇੰਟੈਂਸਿਵ ਐਫੋਰੈਸਟੇਸ਼ਨ ਕਰਨੀ ਹੈ, ਬਹੁਤ ਜ਼ਿਆਦਾ ਪੇੜ ਲਗਾਣੇ ਨੇ,
ਬੋਰਵੈਲ ਨੂੰ ਰੀਯੂਜ਼ ਕਰਨਾ ਹੈ, ਜਿਹੜਾ ਵੀ ਬੋਰ ਦਾ ਪਾਣੀ ਹੈ ਉਹਨੂੰ ਰੀਚਾਰਜ ਦੁਬਾਰਾ ਕਰਨਾ ਹੈ। स्पेस टेक्नोलॉजी का यूज करके रियल टाइम मोनिटरिंग डैशबोर्ड बनाना है। टारगेटेड कम्युनिकेशन कैंपेन इन्होंने कैंपेन चलाने ने। और एक इत्थे नारा दिता गया सीगा, अपने प्रोग्राम चलाया गया सी, कैच द रेन। कैच द रेन प्रोग्राम इट वाज स्टार्टेड इन 2022, जिंदे विच रेन वाटर जिहड़ा है ਉਹਨੂੰ हार्वेस्ट करना है। और ਇਹਨੂੰ दो फेज ਦੇ ਵਿੱਚ डिवाइड ਕਰਦੇ ਨੇ। ਇੱਕ ਆਂਦਾ ਹੈ ਮੌਨਸੂਨ, ਇੱਕ ਆਂਦਾ ਹੈ ਨੌਨ ਮੌਨਸੂਨ। ਮੌਨਸੂਨ ਰੀਜਨ ਦੇ ਵਿੱਚ ਜਦੋਂ ਮੌਨਸੂਨ ਟਾਈਮ ਪੀਰੀਅਡ ਆਂਦਾ ਹੈ, ਦੋ ਟਾਈਮ ਨੇ। ਮੌਨਸੂਨ ਟਾਈਮ ਪੀਰੀਅਡ ਦੇ ਵਿੱਚ ਰੇਨ ਵਾਟਰ ਨੂੰ ਕਲੈਕਟ ਕਰਨਾ ਹੈ, ਔਰ ਨੌਨ ਮੌਨਸੂਨ ਟਾਈਮ ਪੀਰੀਅਡ ਦੇ ਵਿੱਚ ਉਸ ਵਾਟਰ ਨੂੰ ਯੂਜ਼ ਕਰ ਸਕਦੇ ਹਾਂ। ਜਲ ਸ਼ਕਤੀ ਅਭਿਆਨ ਦਾ ਕੈਂਪੇਨ ਹੈ 2022 ਦਾ ਕੈਚ ਦ ਰੇਨ ਕੈਂਪੇਨ। ਸੋ here it was the Jal Shakti Abhiyan to conserve water, every drop counts, right? So objective ਇਹਦਾ ਹੈ, the commission is entrusted with the general responsibilities ਆ ਜਾਂਦੀਆਂ ਨੇ। ਇਹਨਾਂ ਮੇਨ ਪਰਪਸ ਕੀ ਹੈ, ਫਲੱਡ ਕੰਟਰੋਲ ਕਰਨਾ, ਯਾਨੀ ਕਿ ਬਾੜ ਆ ਜਾਂਦੀ ਉਸ ਟਾਈਪ ਦੇ ਵਿੱਚ, ਇਰੀਗੇਸ਼ਨ ਦੇ ਉੱਤੇ, ਨੈਵੀਗੇਸ਼ਨ ਦੇ ਉੱਤੇ, ਡਰਿੰਕਿੰਗ ਵਾਟਰ ਸਪਲਾਈ ਦੇ ਉੱਤੇ, ਵਾਟਰ ਪਾਵਰ ਡਿਵੈਲਪਮੈਂਟ ਦੇ ਉੱਤੇ ਇਹਨਾਂ ਦੇ ਮੇਨ ਆਬਜੈਕਟਿਵਸ ਨੇ। ਸੋ ਥੈਂਕ ਯੂ ਸੋ ਮਚ ਟੂ ਜੁਆਇਨਿੰਗ ਅਸ, and here are all the topics of water pollution are covered. It is also for pre plus mains for UPSC and state PCS ਜਿਹੜੇ ਨੇ ਤੁਸੀਂ ਇਹਨਾਂ ਦੇ ਥਰੂ ਦੇ ਸਕਦੇ ਹੋ ਤੇ ਪੜ ਸਕਦੇ ਹੋ। Thank you so much for joining us. See you in the next slide.